ਅੱਜ ਦੀ ਕਲਾਸ ਸਟਾਰਟ ਕਰਦੇ ਆਪਾਂ। ਲਾਸਟ ਆਪਾਂ ਲਮਾਰਕਿਜ਼ਮ ਥਿਊਰੀ ਕਰ ਲਈ ਸੀ। ਹੁਣ ਲਮਾਰਕਿਜ਼ਮ ਥਿਊਰੀ ਦੀ ਜੋ ਕ੍ਰਿਟਿਸਿਜ਼ਮ ਕਰਿਆ ਸੀ ਉਹ ਕਿੰਨੇ ਕਰਿਆ? ਵੀਜ਼ਮੈਨ। ਤੇ ਵੀਜ਼ਮੈਨ ਨੇ ਇੱਕ ਆਪਣੀ ਅਲੱਗ ਤੋਂ ਥਿਊਰੀ ਦੇਈ ਸੀ। ਲਮਾਰਕਿਜ਼ਮ ਨੇ ਕਿਹਾ ਸੀ ਯੂਜ਼ ਐਂਡ ਡਿਸਯੂਜ਼ ਆਰਗਨ ਦਾ ਕਨਸੈਪਟ ਦਿੱਤਾ ਸੀ। ਜੋ ਆਰਗਨ ਯੂਜ਼ ਹੋ ਰਿਹਾ, ਜੋ ਆਰਗਨ ਯੂਜ਼ ਹੋ ਰਹੇ ਸੀ ਕਿਸੇ ਵੀ ਸਪੇਸਿਸ ਦੇ ਥਰੂ, ਤਾਂ ਉਹ ਕੀ ਹੁੰਦੇ ਕਿ ਬੈਟਰ ਹੁੰਦੇ, ਬੈਟਰ ਪਰਫਾਰਮੈਂਸ ਹੁੰਦੀ ਉਹਨਾਂ ਦੀ, ਠੀਕ। ਔਰ ਜਿਹੜੇ ਵਾਲੇ ਡਿਸਯੂਜ਼ ਹੋ ਗਏ, ਜਿਨ੍ਹਾਂ ਦਾ ਯੂਜ਼ ਨਹੀਂ ਹੋਇਆ ਸਪੇਸਿਸ ਵੱਲੋਂ, ਤਾਂ ਉਹ ਕੀ ਹੋ ਗਿਆ? ਉਹ ਅਨਫੰਕਸ਼ਨਲ ਹੋ ਗਏ, ਅਨਫੰਕਸ਼ਨਲ ਹੋ ਗਏ। ਅਨਫੰਕਸ਼ਨਲ ਵਾਲੇ ਜਿਹੜੇ ਹੋ ਗਏ ਉਹ ਇੱਕ ਤਰ੍ਹਾਂ ਦਾ ਉਹਨਾਂ ਨੇ ਆਪਣਾ ਕਨਸੈਪਟ ਦਿੱਤਾ ਕਿ ਜੋ ਅੱਜ ਦੇ ਟਾਈਮ ਵੈਸਟੀਜੀਅਲ ਆਰਗਨ ਹੈਗੇ ਆ, ਉਹ ਕਿਹੜੇ ਵਾਲੇ ਆ? ਉਹ ਡਿਸਯੂਜ਼ ਕਿਸੇ ਸਮੇਂ ਹੋਏ ਆ ਆਰਗਨ, ਔਰ ਉਹ ਡੇ ਬਾਈ ਡੇ ਕੀ ਹੋ ਗਿਆ? ਡਿਸਫੰਕਸ਼ਨ ਹੋ ਗਿਆ ਜਾਂ ਉਹ ਅਨਫੰਕਸ਼ਨਲ ਆਰਗਨ ਹੋ ਗਿਆ। ਤਾਂ ਜੋ ਯੂਜ਼ ਹੋ ਰਹੇ ਸੀ ਆਰਗਨ, ਤਾਂ ਉਹ ਡੇ ਬਾਈ ਡੇ ਕੀ ਹੁੰਦੇ ਕਿ ਉਹਨਾਂ ਦੀ ਐਵੋਲੂਸ਼ਨ ਹੁੰਦੀ ਗਈ ਔਰ ਬੈਟਰ ਪਰਫਾਰਮੈਂਸ ਉਹਨਾਂ ਦੀ ਹੁੰਦੀ ਗਈ। ਲੇਕਿਨ ਜੋ ਕ੍ਰਿਟਿਸਿਜ਼ਮ ਕਰਿਆ ਲਮਾਰਕਿਜ਼ਮ ਦਾ, ਉਹ ਕੌਣ ਸੀ? ਵੀਜ਼ਮੈਨ। ਤਾਂ ਉਹਨੇ ਕੀ ਕਰਿਆ? ਰੈਟ ਲਏ, ਰੈਟ ਦੀ 22 ਜਨਰੇਸ਼ਨ ਤੱਕ ਕੀ ਕਰੇ, ਹਰੇਕ ਜਨਰੇਸ਼ਨ ਦੇ ਵਿੱਚ ਉਹ ਟੇਲ ਨੂੰ ਕੀ ਕਰ ਦਿੰਦਾ ਸੀ? ਕੱਟ ਕਰ ਦਿੰਦਾ ਸੀ। ਟੇਲ ਕੱਟ ਕਰ ਦਿੰਦਾ ਸੀ 22 ਜਨਰੇਸ਼ਨ ਤੱਕ। ਇੱਕ ਜਨਰੇਸ਼ਨ ਉਹਦੀ ਟੇਲ ਕੱਟ ਕਰੀ, ਫਿਰ ਨੈਕਸਟ ਉਹਦੇ ਤੋਂ ਜੋ ਰਿਪਰੋਡਕਸ਼ਨ ਕਰਕੇ ਨੈਕਸਟ ਵਾਲੀ ਜਨਰੇਸ਼ਨ ਆਈ, ਉਹਦੀ ਵੀ ਟੇਲ ਕੱਟ ਕਰਤੀ ਉਹਨੇ। ਤਾਂ ਉਹਨੇ ਕੀ ਦੇਖਿਆ ਕਿ ਹਰੇਕ ਜਨਰੇਸ਼ਨ ਦੇ ਵਿੱਚ ਅਗਰ ਟੇਲ ਆ ਰਹੀ ਹੈ, ਇਹਦਾ ਮਤਲਬ ਕੀ ਹੈ ਕਿ 22 ਜਨਰੇਸ਼ਨ ਤੋਂ ਉਹ ਤਾਂ ਟੇਲ ਕੱਟ ਕਰ ਰਿਹਾ, ਲੇਕਿਨ ਜਿਹੜੀ ਟੇਲ ਹੈ ਉਹ ਫਿਰ ਵੀ ਅਪੀਅਰ ਹੋ ਰਹੀ ਹੈ। ਟੇਲ ਕੀ ਹੋ ਰਹੀ ਹੈ? ਅਪੀਅਰ ਹੋ ਰਹੀ ਹੈ। ਤਾਂ ਇਟ ਮੀਨਸ ਕੀ ਹੈ ਕਿ ਉਹਨਾਂ ਨੂੰ ਅਗਰ ਟੇਲ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਕੱਟ ਕਰ ਰਿਹਾ ਸੀ, ਤਾਂ ਟੇਲ ਦੀ ਉਸ ਤੋਂ ਬਾਅਦ ਵਿੱਚ ਨਾ ਤਾਂ ਆ ਰਹੀ ਸੀ, ਰੀਫਾਰਮ ਹੋ ਰਹੀ ਸੀ। ਤਾਂ ਟੇਲ ਰੀਫਾਰਮ ਨਾ ਹੋਣ ਦੇ ਬਾਵਜੂਦ ਵੀ ਨੈਕਸਟ ਜਨਰੇਸ਼ਨ ਦੇ ਵਿੱਚ ਕੀ ਹੋ ਜਾਂਦੀ ਸੀ? ਟੇਲ ਅਪੀਅਰ ਹੋ ਰਹੀ ਸੀ। ਅਗਰ ਟੇਲ ਦੇ ਯੂਜ਼ ਨਹੀਂ ਸੀ, ਅਗਰ ਟੇਲ ਉਹ ਕੱਟ ਕਰਦਾ ਸੀ, ਲੇਕਿਨ ਟੇਲ ਕੱਟ ਕਰਨ ਦੇ ਬਾਵਜੂਦ ਜੋ ਨਿਊ ਜਨਰੇਸ਼ਨ ਆਉਂਦੀ ਸੀ, ਨਿਊ ਜਨਰੇਸ਼ਨ ਦੇ ਵਿੱਚ ਟੇਲ ਫਿਰ ਤੋਂ ਕੀ ਹੋ ਜਾਂਦੀ ਸੀ? ਅਪੀਅਰ ਹੋ ਜਾਂਦੀ ਸੀ। ਤਾਂ ਇੱਥੋਂ ਉਸਨੇ ਇੱਕ ਆਈਡੀਆ ਲਗਾਇਆ ਕਿ ਅਗਰ ਟੇਲ ਡਿਸਯੂਜ਼ ਹੋ ਰਹੀ ਹੈ ਜਾਂ ਕੱਟ ਕਰੀ ਜਾ ਰਹੀ ਹੈ ਇੱਕ ਜਨਰੇਸ਼ਨ ਦੀ, ਤਾਂ ਨੈਕਸਟ ਜਨਰੇਸ਼ਨ ਦੇ ਵਿੱਚ ਫਿਰ ਤੋਂ ਅਪੀਅਰ ਹੋ ਰਹੀ ਹੈ। ਇਟ ਮੀਨਸ ਰੀਯੂਜ਼ ਐਂਡ ਡਿਸਯੂਜ਼ ਵਾਲਾ ਕਨਸੈਪਟ ਜੋ ਲਮਾਰਕ ਨੇ ਦਿਆ ਸੀ ਉਹ ਬਿਲਕੁਲ ਗਲਤ ਸੀ। ਤਾਂ ਉਸ ਤੋਂ ਬਾਅਦ ਵਿੱਚ ਇਸਨੇ ਆਪਣੀ ਥਿਊਰੀ ਦੇ, ਔਰ ਥਿਊਰੀ ਕਿਹੜੀ ਸੀ? ਜਰਮੋਪਲਾਜ਼ਮ ਥਿਊਰੀ ਸੀ, ਜਰਮ ਪਲਾਜ਼ਮ। ਇਸਨੇ ਕਿਹਾ ਕਿ ਜੋ ਵੀ ਕਰੈਕਟਰ ਅੱਗੇ ਨੈਕਸਟ ਜਨਰੇਸ਼ਨ ਤੱਕ ਜਾਂਦਾ, ਤਾਂ ਉਹ ਕਿਹੜੇ ਵਾਲਾ? ਜਰਮ ਪਲਾਜ਼ਮ ਥਿਊਰੀ ਨੇ ਦੇ ਦਿੱਤੀ ਸੀ, ਕੰਟੀਨਿਊਟੀ ਆਫ ਜਰਮ ਪਲਾਜ਼ਮ। ਤਾਂ ਫਿਰ ਇਸਨੇ ਵੀਜ਼ਮੈਨ ਨੇ ਥਿਊਰੀ ਕਰੀ ਕਿ ਕਰੈਕਟਰ ਜੋ ਵੀ ਅੱਗੇ ਇਨਹੈਰਿਟ ਹੋ ਰਿਹਾ ਨੈਕਸਟ ਵਾਲੀ ਜਨਰੇਸ਼ਨ ਦੇ ਵਿੱਚ, ਉਹ ਜਰਮ ਪਲਾਜ਼ਮ ਕੋਈ ਐਦਾਂ ਦਾ ਫੈਕਟਰ ਹੈ ਜਿਹੜਾ ਕੀ ਕਰ ਰਿਹਾ? ਵੇਰੀਏਸ਼ਨ ਨੂੰ ਅੱਗੇ ਲੈ ਕੇ ਜਾ ਰਿਹਾ। ਤਾਂ ਕੌਣ ਸੀ? ਜਰਮ ਪਲਾਜ਼ਮ। ਤਾਂ ਫਿਰ ਇਸਨੇ ਪ੍ਰੋਟੋਪਲਾਜ਼ਮ ਜਿਹੜਾ, ਉਸਨੇ ਦੋ ਟਾਈਪ ਦੇ ਪ੍ਰੋਟੋਪਲਾਜ਼ਮ ਨੂੰ ਕੰਜ਼ਿਊਮ ਕਰਿਆ। ਕਿਹੜੇ ਵਾਲਾ? ਇੱਕ ਸੀ ਜਰਮ ਪਲਾਜ਼ਮ, ਦੂਸਰਾ ਕਿਹੜਾ ਸੀ? ਸੋਮੈਟੋਪਲਾਜ਼ਮ। ਤਾਂ ਜਰਮ ਪਲਾਜ਼ਮ ਐਦਾਂ ਸੀ ਜੋ ਇੱਕ ਜਨਰੇਸ਼ਨ ਤੋਂ ਨੈਕਸਟ ਜਨਰੇਸ਼ਨ ਤੱਕ ਜੋ ਵੀ ਵੇਰੀਏਸ਼ਨਸ ਜਾ ਰਹੀਆਂ ਸੀ, ਉਹ ਕੌਣ ਲੈ ਕੇ ਜਾ ਰਹੇ ਸੀ? ਕੰਟੀਨਿਊਟੀ ਆਫ ਜਰਮ ਪਲਾਜ਼ਮ ਐਂਡ ਵੇਰੀਏਸ਼ਨ ਇਨਫਲੂਐਂਸਿੰਗ ਦੀ ਜਰਮ ਸੈੱਲ। ਜਿਹੜੇ ਵੀ ਕੰਟੀਨਿਊਟੀ ਜਾਂ ਵੇਰੀਏਸ਼ਨਸ ਆ ਰਹੇ ਸੀ, ਉਹ ਜਰਮ ਸੈੱਲ ਨੂੰ ਕਰਦੇ ਸੀ ਇਫੈਕਟ ਜਾਂ ਆਪਣਾ ਪ੍ਰਭਾਵ ਸ਼ੋ ਕਰਦੇ ਸੀ, ਔਰ ਉਹ ਫਿਰ ਕੀ ਕਰਦੇ ਸੀ? ਜਰਮ ਪਲਾਜ਼ਮ ਸੈੱਲ ਹੀ ਇਨਹੈਰਿਟਡ ਹੁੰਦੇ ਸੀ ਨੈਕਸਟ ਜਨਰੇਸ਼ਨ ਤੱਕ, ਨਾ ਕਿ ਸਮੈਟੋਪਲਾਜ਼ਮ। ਜੋ ਕੱਟ ਕਰ ਰਹੇ ਸੀ ਟੇਲ ਕੱਟ ਕਰ ਰਿਹਾ ਸੀ, ਉਹ ਕਿਹਦਾ ਪਾਰਟ ਸੀ? ਉਹ ਹੈਗਾ ਸੀ ਸਮੈਟੋਪਲਾਜ਼ਮ ਦਾ। ਸਮੈਟੋਪਲਾਜ਼ਮ ਤਾਂ ਨੈਕਸਟ ਜਨਰੇਸ਼ਨ ਤੱਕ ਹੋ ਹੀ ਨਹੀਂ ਰਿਹਾਗਾ, ਕਿਉਂਕਿ ਜੋ ਵੀ ਇਫੈਕਟ ਹੋਣਾ ਸੀ ਉਹ ਜਰਮ ਪਲਾਜ਼ਮ ਦੇ ਵਿੱਚ ਹੋਣਾ ਸੀ। ਤੇ ਜਰਮ ਪਲਾਜ਼ਮ ਸੈੱਲ ਦੇ ਵਿੱਚ ਜੋ ਵੇਰੀਏਸ਼ਨ ਹੋਏਗੀ ਉਹੀ ਨੈਕਸਟ ਜਨਰੇਸ਼ਨ ਤੱਕ ਜਾਏਗੀ, ਨਾ ਕਿ ਸਮੈਟੋਪਲਾਜ਼ਮ ਤੱਕ। ਅਗਰ ਸਮੈਟੋਪਲਾਜ਼ਮ ਸੈੱਲ ਦੇ ਵਿੱਚ ਕੋਈ ਵੀ ਚੇਂਜ ਆਉਂਦੀ ਹੈ, ਸਮੈਟੋਪਲਾਜ਼ਮ ਵਿੱਚ ਕੋਈ ਚੇਂਜ ਆਏਗੀ ਜਾਂ ਆਪਾਂ ਕਰਦੇ ਹਾਂ, ਤਾਂ ਉਹ ਨੈਕਸਟ ਜਨਰੇਸ਼ਨ ਵਿੱਚ ਆਪਾਂ ਨੂੰ ਵੇਖਣ ਨੂੰ ਨਹੀਂ ਮਿਲੇਗੀ ਚੇਂਜ ਉਹ ਵਾਲੇ। ਲੇਕਿਨ ਜਰਮ ਪਲਾਜ਼ਮ ਸੈੱਲ ਦੇ ਵਿੱਚ ਜੋ ਵੀ ਆਪਾਂ ਚੇਂਜ ਕਰਦੇ ਹਾਂ, ਜੋ ਇੱਥੇ ਚੇਂਜ ਕਰਾਂਗੇ, ਉਹ ਨੈਕਸਟ ਜਨਰੇਸ਼ਨ ਦੇ ਵਿੱਚ ਵੀ ਆਪਾਂ ਨੂੰ ਚੇਂਜ ਅਪੀਅਰ ਹੁੰਦੀ ਦਿਖਾਈ ਦੇਗੀ। ਨੈਕਸਟ ਜਨਰੇਸ਼ਨ ਵਿੱਚ ਵੀ ਅਪੀਅਰ ਹੋਏਗੀ ਚੇਂਜ, ਜੋ ਵੀ ਕਿਸੇ ਤਰ੍ਹਾਂ ਦੀ ਚੇਂਜ ਆਪਾਂ ਲੈ ਕੇ ਆਵਾਂਗੇ। ਤਾਂ ਜਰਮ ਸੈੱਲ ਐਦਾਂ ਦਾ ਸੀ ਜੋ ਕੀ ਕਰ ਰਿਹਾ ਸੀ? ਵੇਰੀਏਸ਼ਨ ਦੇ ਥਰੂ ਇਨਫਲੂਐਂਸ ਹੋ ਰਿਹਾ ਸੀ, ਔਰ ਫਿਰ ਕੀ ਆ? ਉਹ ਨੈਕਸਟ ਜਨਰੇਸ਼ਨ ਤੱਕ ਜੋ ਵੀ ਕਰੈਕਟਰ ਪ੍ਰੀਵੀਅਸ ਜਨਰੇਸ਼ਨ ਦੇ ਸੀ, ਉਹ ਕੀ ਕਰ ਰਿਹਾ ਸੀ? ਇਨਹੈਰਿਟ ਕਰਕੇ ਨੈਕਸਟ ਜਨਰੇਸ਼ਨ ਤੱਕ ਲੈ ਕੇ ਜਾ ਰਿਹਾ ਸੀ।
ਤਾਂ ਸਮੈਟੋਪਲਾਜ਼ਮ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੈਕਸਟ ਜਨਰੇਸ਼ਨ ਤੱਕ ਕੋਈ ਵੀ ਕਰੈਕਟਰ ਨੂੰ ਅਪੀਅਰ ਨਹੀਂ ਕਰਾਉਂਦਾ ਸੀ। ਔਰ ਇਹਦੇ ਵਿੱਚ ਇੱਕ ਐਗਜ਼ਾਮਪਲ ਉਸਨੇ ਹੋਰ ਦਿਆ ਸੀ, ਜਿੱਦਾਂ ਬੋਰਿੰਗ ਆਫ ਏਅਰ ਪਿੰਨਾ ਐਂਡ ਨੋਜ਼। ਜਿੱਦਾਂ ਆਪਾਂ ਇੰਡੀਅਨ ਵੂਮਨ ਕੀ ਕਰਦੀਆਂ ਕਿ ਜੋ ਏਅਰ ਪਿੰਨਾ ਉਹਦੇ ਵਿੱਚ ਕੀ ਕਰਦੇ ਆ, ਏਅਰ ਰਿੰਗ ਪਹਿਨ ਲੈਂਦੀਆਂ, ਲੇਕਿਨ ਜੋ ਬੋਰਿੰਗ ਕਰਦੇ ਆ, ਜੋ ਤੇ ਸ਼ੇਕ ਕਰਦੀਆਂ, ਤਾਂ ਉਹ ਨੈਕਸਟ ਜਨਰੇਸ਼ਨ ਤੱਕ ਕਦੇ ਵੀ ਅੱਜ ਤੱਕ ਅਪੀਅਰ ਨਹੀਂ ਹੋਇਆ। ਤਾਂ ਇਹ ਬਹੁਤ ਸਮੇਂ ਤੋਂ ਚੱਲ ਰਿਹਾ, ਜੋ ਬੋਰਿੰਗ ਆਫ ਏਅਰ ਪਿੰਨਾ ਐਂਡ ਨੋਜ਼ ਵਾਲਾ, ਇਹ ਤਾਂ ਬਹੁਤ ਸਮੇਂ ਤੋਂ ਚੱਲ ਰਿਹਾ। ਇਸ ਤਰ੍ਹਾਂ ਹੁੰਦਾ ਤਾਂ ਫਿਰ ਨੈਕਸਟ ਜਨਰੇਸ਼ਨ ਤੱਕ ਇਹ ਚੀਜ਼ਾਂ ਅਪੀਅਰ ਹੋਣੀਆਂ ਸੀ, ਤਾਂ ਇਹ ਕਦੇ ਵੀ ਇਨਹੈਰਿਟ ਨਹੀਂ ਹੋਇਆਗਾ ਨੈਕਸਟ ਜਨਰੇਸ਼ਨ ਤੱਕ। ਤਾਂ ਇਟ ਮੀਨਸ ਕੀ ਆ ਕਿ ਜੋ ਵੀ ਯੂਜ਼ ਐਂਡ ਡਿਸਯੂਜ਼ ਆਪਾਂ ਕਿਸੇ ਔਰਗਨ ਦਾ ਜਿਸ ਤਰ੍ਹਾਂ ਆਪਾਂ ਯੂਜ਼ ਕਰ ਰਹੇ ਸੀ, ਉਹ ਨੈਕਸਟ ਜਨਰੇਸ਼ਨ ਤੱਕ ਜਾਏਗਾ। ਇਹ ਡਿਪੈਂਡ ਕਰਦਾ ਕਿ ਉਸ ਸੈੱਲ ਜਰਮੋਪਲਾਜ਼ਮ ਨੂੰ ਇਫੈਕਟ ਕਰ ਰਿਹਾ ਜਾਂ ਸਮੈਟੋ ਵਾਲੇ ਨੂੰ। ਅਗਰ ਜਰਮੋਪਲਾਜ਼ਮ ਸੈੱਲ ਨੂੰ ਕਿਸੇ ਨੇ ਇਫੈਕਟ ਕਰਿਆ ਤਾਂ ਉਹ ਨੈਕਸਟ ਜਨਰੇਸ਼ਨ ਤੱਕ ਵੇਰੀਏਸ਼ਨ ਜਾਏਗੀ। ਨੈਕਸਟ ਆਪਣੇ ਕੋਲ ਡਾਰਵਿਨ ਦੀ ਥਿਊਰੀ ਜੋ ਆਈ ਹੈ, ਜਾਂ ਫਿਰ ਉਸਨੇ ਨਾਮ ਦਿੱਤਾ ਸੀ ਡਾਰਵਿਨਿਜ਼ਮ ਜਾਂ ਥਿਊਰੀ ਆਫ ਨੈਚੁਰਲ ਸਿਲੈਕਸ਼ਨ। ਤਾਂ ਡਾਰਵਿਨ ਦੀ ਨੈਕਸਟ ਜੋ ਥਿਊਰੀਆਂ ਆਈਆਂ ਆਪਾਂ ਉਹ ਦੇਖਦੇ ਹਾਂ। ਤਾਂ ਡਾਰਵਿਨ ਫਿੰਚ ਵਾਲੀ ਸੀ, ਉਹ ਫਿਰ ਤੋਂ ਆਪਾਂ ਇੱਕ ਵਾਰੀ ਕਰਦੇ ਹਾਂ ਸਟੱਡੀ ਕਿ ਡਾਰਵਿਨ ਜਿਹੜਾ HM ਬੀਗਲ ਦੀ ਸ਼ਿਪ ਤੇ ਗਿਆ ਸੀ, ਕਿਹੜੇ ਆਈਲੈਂਡ ਤੇ ਗਿਆ ਸੀਗਾ, ਪੈਗੋਸ ਨਾਮ ਦੇ ਇੱਕ ਆਈਲੈਂਡ ਸੀ। ਤਾਂ ਉੱਥੇ ਗਿਆ ਸੀ, ਤਾਂ ਉੱਥੇ ਦੇਖਿਆ ਉਹਨੇ ਫਿੰਚ ਸੇਮ ਹੀ ਜਿਹੜੀ ਸੀਡ ਈਟਿੰਗ ਜਿਹੜੀ ਫਿੰਚ ਸੀ, ਉਹ ਕੀ ਕਰ ਰਹੀ ਸੀ, ਡਿਫਰੈਂਟ ਆਈਲੈਂਡ ਤੇ ਜਦੋਂ ਡਿਵਰਜ ਹੋ ਗਈ, ਉਹ ਜੋ ਡਿਫਰੈਂਟ ਆਈਲੈਂਡ ਤੇ ਡਾਇਵਰਜ ਹੋ ਗਈ, ਤਾਂ ਉਸਨੇ ਕੀ ਕਰਿਆ, ਉੱਥੋਂ ਦੇ ਅਡੈਪਟੇਸ਼ਨ ਕਰ ਲਈਆਂ। ਕੋਈ ਉਹਨਾਂ ਚੋਂ ਸੀਡ ਈਟਿੰਗ ਬਣ ਗਈ, ਕੋਈ ਉਹਨਾਂ ਚ ਇਨਸੈਕਟ ਈਟਿੰਗ। ਤਾਂ ਉਸ ਅਕੋਰਡਿੰਗ ਉਹਨਾਂ ਦੀ ਜੋ ਬੀਕ ਸੀ ਉਹ ਕੀ ਹੋ ਗਈ, ਚੇਂਜ ਹੋ ਗਈ। ਜਿਹੜੀ ਬੀਕ ਸੀ ਉਹ ਕੀ ਹੁੰਦੀ ਗਈ, ਚੇਂਜ ਹੁੰਦੀ ਗਈ। ਤੇ ਬੀਕ ਚੇਂਜ ਹੋਣ ਨਾਲ ਕੀ ਹੋ ਗਿਆ, ਇੱਕ ਨਿਊ ਸਪੀਸੀਜ਼ ਉਹਨਾਂ ਤੋਂ ਫਾਰਮ ਹੋਣੀ ਸ਼ੁਰੂ ਹੋ ਗਈ। ਬੀਕ ਚੇਂਜ ਹੋ ਗਈ ਤਾਂ ਨਿਊ ਸਪੀਸੀਜ਼ ਫਾਰਮ ਹੋਣੀ ਸ਼ੁਰੂ ਹੋ ਗਈ। ਤਾਂ ਉਸਨੇ ਬਾਅਦ ਵਿੱਚ ਉਸ ਬਰਡ ਨੂੰ, ਜੋ ਬਲੈਕ ਬਰਡ ਸੀ ਇੱਕ ਤਰ੍ਹਾਂ ਦਾ, ਜੋ ਸੀਡ ਈਟਿੰਗ ਸੀ, ਲੇਕਿਨ ਜਿੱਦਾਂ ਜਿੱਦਾਂ ਉਹ ਡਿਫਰੈਂਟ ਆਈਲੈਂਡ ਤੇ ਗਏ, ਤਾਂ ਉੱਥੋਂ ਦੇ ਜਿਓਗ੍ਰਾਫਿਕਲ ਜਾਂ ਉੱਥੋਂ ਦੇ এনवायरमेंट ਅਕੋਰਡਿੰਗ ਉਹਨਾਂ ਦੇ ਵਿੱਚ ਅਡੈਪਟੇਸ਼ਨ ਆਉਂਦੀ ਗਈ। ਪਹਿਲਾਂ ਉਹਨਾਂ ਦੇ ਬੀਕ ਚੇਂਜ ਹੋਏ, ਕਿਉਂਕਿ ਉਹਨਾਂ ਨੂੰ ਨੀਡ ਕੀ ਸੀ, ਉਹ ਜੋ ਉਹਨਾਂ ਨੇ ਆਪਣਾ ਭੋਜਨ ਲੈਣਾ ਸੀ ਜਾਂ ਫੂਡ ਅਕੋਰਡਿੰਗ ਉਸਨੇ ਆਪਣੇ ਆਪ ਦੇ ਵਿੱਚ ਚੇਂਜ ਲਿਆਈਆਂ। ਔਰ ਬੀਕ ਦੇ ਵਿੱਚ ਵੀ ਚੇਂਜ ਹੋਈ, ਤੇ ਬੀਕ ਤੋਂ ਚੇਂਜ ਹੁੰਦੇ 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 ਬਾਕੀ ਵੀ ਮੋਰਫੋਲੋਜੀਕਲੀ ਉਹਨਾਂ ਦੀ ਚੇਂਜ ਹੋਈ, ਮੋਰਫੋਲੋਜੀ ਚੇਂਜ ਹੋਈ। ਤਾਂ ਉੱਥੋਂ ਕੀ ਹੋਇਆ, ਇੱਕ ਨਿਊ ਸਪੀਸੀਜ਼ ਫਾਰਮ ਹੋਣੀ ਸ਼ੁਰੂ ਹੋ ਗਈਆਂ, ਜਿਸ ਨੂੰ ਉਹਨਾਂ ਨੇ ਕੀ ਕਿਹਾ ਸੀ, ਡਾਰਵਿਨ ਫਿੰਚ ਲੇਟਰ ਨਾਮ ਦਿਆ ਸੀ ਇਸਨੇ, ਡਾਰਵਿਨ ਫਿੰਚ। ਔਰ ਇੱਕ ਤਰ੍ਹਾਂ ਦੀ ਉਹ ਕਿਹੜੇ ਵਾਲੀ ਐਵੋਲੂਸ਼ਨ ਸੀਗੀ, ਉਹ ਆਪਣੇ ਕੋਲ ਸੀਗੀ ਅਡੈਪਟਿਵ ਰੇਡੀਏਸ਼ਨ। ਅਡੈਪਟਿਵ ਰੇਡੀਏਸ਼ਨ ਦੀ ਐਗਜ਼ਾਮਪਲ ਸੀ। ਔਰ ਅਡੈਪਟਿਵ ਰੇਡੀਏਸ਼ਨ ਇੱਕ ਤਰ੍ਹਾਂ ਦਾ ਡਿਵਰਜੈਂਟ ਐਵੋਲੂਸ਼ਨ ਦਾ ਹੀ ਪਾਰਟ ਹੈ। ਜਾਂ ਆਪਾਂ ਜੋ ਅਡੈਪਟਿਵ ਰੇਡੀਏਸ਼ਨ ਨੂੰ ਆਪਾਂ ਕੀ ਕਹਿੰਦੇ ਆ, ਡਿਵਰਜੈਂਟ ਐਵੋਲੂਸ਼ਨ। ਨੈਕਸਟ ਆਪਣੇ ਕੋਲ ਇਸਨੇ ਜੋ ਇੰਸਪਾਇਰ ਹੋਇਆ ਸੀ, ਕਿਹੜੇ ਵਾਲੀ ਬੁੱਕ ਤੋਂ ਹੋਇਆ ਸੀ, ਇੱਕ ਸੀ ਪ੍ਰਿੰਸੀਪਲ ਆਫ ਪੋਪੂਲੇਸ਼ਨ TR ਮੈਲਥਸ, ਦੂਸਰੀ ਸੀ ਪ੍ਰਿੰਸੀਪਲ ਆਫ ਜੀਓਲੋਜੀ ਚਾਰਲਸ ਲਾਇਲ। ਇਹ ਬੁੱਕਸ ਸੀ ਜਿਸ ਤੋਂ ਇਸਨੇ ਅੱਗੇ ਨੈਕਸਟ ਜੋ ਸੋਚਿਆ ਸੀ ਐਵੋਲੂਸ਼ਨ ਬਾਰੇ ਕਿ ਕਿੱਦਾਂ ਹੋਈ ਹੋਏਗੀ, ਜੋ ਇਹ ਦੋ ਬੁੱਕਸ ਤੋਂ ਇਹਨੂੰ ਇੰਸਪੀਰੇਸ਼ਨ ਮਿਲੀ। ਔਰ ਇਸ ਤੋਂ ਬਾਅਦ ਵਿੱਚ ਇਸਨੇ ਆਪਣਾ ਜੋ ਇੱਕ ਥਿਊਰੀ ਦੇਈ ਜਾਂ ਆਪਣੀ ਬੁੱਕ ਰਾਈਟ ਕਰੀ ਐਵੋਲੂਸ਼ਨ ਤੇ। तो देखते हैं ਆਪਾਂ ਨੈਚੁਰਲ ਸਿਲੈਕਸ਼ਨ ਦੇ ਅਕੋਰਡਿੰਗ ਕੀ ਸੀ ਆਪਣੇ ਕੋਲ ਕਨਸੈਪਟ ਜੋ ਆਇਆ, ਉਹ ਕਿਹੜੇ ਵਾਲਾ ਸੀ, ਜੋ ਡਾਰਵਿਨ ਦਾ ਕਨਸੈਪਟ ਸੀ ਉਸਨੇ ਕੀ ਕਿਹਾ ਸੀ ਕਿ ਐਵੋਲੂਸ਼ਨ ਇੱਕ ਤਾਂ ਬ੍ਰਾਂਚਿੰਗ ਡੀਸੈਂਟ ਇੱਕ ਪੁਆਇੰਟ ਦਿਆ ਸੀ, ਔਰ ਦੂਸਰਾ ਕਿਹੜਾ ਸੀ ਨੈਚੁਰਲ ਸਿਲੈਕਸ਼ਨ ਤੇ। ਤਾਂ ਬ੍ਰਾਂਚਿੰਗ ਡੀਸੈਂਟ ਦੇ ਵਿੱਚ ਕਿਹੜੇ ਵਾਲੇ ਸੀ, ਉਸਨੇ ਕੁਝ ਆਬਜ਼ਰਵੇਸ਼ਨ ਕਰੀਆਂ। ਤਾਂ ਕਿਹੜੇ ਵਾਲੀ ਅਸੀਂ, ਇੱਕ ਤਾਂ ਓਵਰ ਪ੍ਰੋਡਕਸ਼ਨ ਕੀ ਹੈ ਕਿ ਅਗਰ ਸਾਰੇ ਦੇ ਸਾਰੇ ਸਪੀਸੀਜ਼ ਕੀ ਕਰਨ ਅਨੋਮਰਸ ਨੰਬਰ ਆਫ ਆਫਸਪ੍ਰਿੰਗ ਦੇਣ, ਅਗਰ ਸਾਰੇ ਦੇ ਸਾਰੇ ਜਿੰਨੇ ਵੀ ਆਰਗੇਨਿਜ਼ਮ ਹੈ ਅਗਰ ਪ੍ਰੋਡਿਊਸ ਕਰਨ ਅਨੋਮਰਸ ਨੰਬਰ ਆਫ ਆਫਸਪ੍ਰਿੰਗ, ਮਤਲਬ ਉਹਨਾਂ ਦੇ ਜਿਹੜੇ ਯੰਗ ਵਨਸ ਹੋਣਗੇ, ਜੋ ਉਹਨਾਂ ਦੇ ਬੇਬੀ ਹੋਣਗੇ, ਅਗਰ ਜ਼ਿਆਦਾ ਲਾਰਜ ਨੰਬਰ ਦੇ ਵਿੱਚ ਹੋਣ,
ਤਾਂ ਫਿਰ ਕੀ ਹੋਏਗਾ, ਉਹਨਾਂ ਦੀ ਰੇਸ਼ੋ ਬਹੁਤ ਜ਼ਿਆਦਾ ਜਾਂ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਹੈ ਉਹ ਬਹੁਤ ਜਲਦੀ ਵੱਧਦੀ ਜਾਏਗੀ। ਤਾਂ ਉਸ ਅਕੋਰਡਿੰਗ ਕੀ ਹੋਏਗਾ ਕਿ ਜਦੋਂ ਜ਼ਿਆਦਾ ਗਰੋ ਕਰੇਗਾ ਤਾਂ ਉਸ ਅਕੋਰਡਿੰਗ ਕੀ ਹੋਏਗਾ ਕਿ ਉੱਥੇ ਜੋ ਉਹ ਨੀਡਸ ਹੈਗੀਆਂ ਉਹ ਵੀ ਵੱਧ ਜਾਣਗੀਆਂ। ਅਗਰ ਪੋਪੂਲੇਸ਼ਨ ਕੀ ਹੋ ਜਾਏਗੀ ਕਿਸੇ ਵੀ ਏਰੀਆ ਦੇ ਵਿੱਚ ਕੀ ਹੋ ਜਾਏਗੀ, ਜ਼ਿਆਦਾ ਹੋ ਜਾਏਗੀ। ਪੋਪੂਲੇਸ਼ਨ ਕੀ ਹੋ ਜਾਏਗੀ, ਅਗਰ ਜ਼ਿਆਦਾ ਹੋਏਗੀ ਤਾਂ ਉਸ ਅਕੋਰਡਿੰਗ ਕੀ ਹੋਏਗਾ ਕਿ ਉੱਥੋਂ ਆਉਣ ਵਾਲੇ ਚੈਲੰਜਸ ਵੀ ਵੱਧ ਜਾਣਗੇ। ਜਿਸ ਜਗ੍ਹਾ ਦੀ ਪੋਪੂਲੇਸ਼ਨ ਜ਼ਿਆਦਾ ਹੋਏਗੀ ਉੱਥੇ ਚੈਲੰਜਸ ਔਰ ਉੱਥੇ ਸਰਵਾਈਵ ਕਰਨਾ ਇੱਕ ਚੈਲੰਜ ਵਾਲੀ ਕੰਡੀਸ਼ਨ ਹੋਏਗੀ। ਤਾਂ ਇਹ ਸਾਰੇ ਕਨਸੈਪਟ ਐਸ ਆਪਾਂ ਪੁਆਇੰਟ ਦੇ ਵਿੱਚ ਕੰਸੀਡਰ ਕਰਾਂਗੇ ਕਿ ਅਗਰ ਪੋਪੂਲੇਸ਼ਨ ਓਵਰ ਪ੍ਰੋਡਕਸ਼ਨ ਹੋਏਗੀ ਤਾਂ ਪੋਪੂਲੇਸ਼ਨ ਕੀ ਹੋ ਜਾਏਗੀ, ਇੰਕਰੀਜ਼ ਹੋ ਜਾਏਗੀ। ਠੀਕ ਹੈ। ਨੈਕਸਟ, ਅਗਰ ਪੋਪੂਲੇਸ਼ਨ ਸਾਈਜ਼ ਗਰੋ ਕਰ ਜੇ ਐਕਸਪੋਨੈਂਸ਼ਲੀ, ਅਗਰ ਨੋਰਮਸ ਇੰਕਰੀਜ਼ ਆਉਂਦਾ ਹੈ ਕਿਸੇ ਵੀ ਪੋਪੂਲੇਸ਼ਨ ਵਿੱਚ ਤਾਂ ਉਸ ਦੀ ਜੋ ਪੋਪੂਲੇਸ਼ਨ ਟਾਈਮ ਦੇ ਨਾਲ ਕੀ ਹੋ ਜਾਏਗੀ, ਇੱਕ ਤਰ੍ਹਾਂ ਦਾ ਐਕਸਪੋਨੈਂਸ਼ਲੀ ਕੀ ਹੋ ਜਾਏਗੀ, ਇੰਕਰੀਜ਼, ਸਡਨ ਚੇਂਜ ਹੋ ਜਾਏਗਾ ਔਰ ਸਡਨ ਇੰਕਰੀਜ਼ ਆ ਜਾਏਗਾ। ਤੇ ਫਿਰ ਉੱਥੇ ਚੈਲੰਜਸ ਜਿਹੜੀ ਹੋਣਗੇ ਫੂਡ ਨੂੰ ਲੈ ਕੇ, ਸ਼ੈਲਟਰ ਨੂੰ ਲੈ ਕੇ, ਉਹ ਤੋਂ ਬਹੁਤ ਸਾਰੀ ਚੀਜ਼ਾਂ ਸਾਹਮਣੇ ਆਉਣਗੀਆਂ ਜੋ ਕਿ ਕਿਸੇ ਵੀ ਸਪੀਸੀਜ਼ ਜਾਂ ਆਰਗੇਨਿਜ਼ਮ ਨੂੰ ਜਿੰਦਾ ਰਹਿਣ ਲਈ ਜ਼ਰੂਰੀ ਹੈ। ਔਰ ਉਹਨਾਂ ਦੇ ਵਿੱਚ ਕੀ ਹੋਣਗੇ, ਚੈਲੰਜਸ, ਇੰਟਰਾ ਚੈਲੰਜਸ ਆਉਣੇ ਸ਼ੁਰੂ ਹੋ ਜਾਣਗੇ ਸਪੀਸੀਜ਼ ਦੇ, ਆਪਣੇ ਹੀ ਸੇਮ ਸਪੀਸੀਜ਼ ਦੇ ਨਾਲ, ਡਿਫਰੈਂਟ ਸਪੀਸੀਜ਼ ਦਾ ਦੂਸਰੇ ਸਪੀਸੀਜ਼ ਦੇ ਨਾਲ, ਆਪਾਂ ਜਿਸ ਨੂੰ ਕਹਿੰਦੇ ਇੰਟਰ ਸਪੈਸੀਫਿਕ ਸਟਰਗਲ ਹੋ ਗਿਆ। ਔਰ ਇੰਟਰਾ ਵਿੱਚ ਕੀ ਹੋਗਾ, ਸਿਮਿਲਰ ਟਾਈਪ ਦੇ ਜਿਹੜੇ ਸਪੀਸੀਜ਼ ਹੋਣਗੇ ਉਹਨਾਂ ਦੇ ਵਿੱਚ ਜੋ ਆਪਣੇ ਕੋਲ ਆਏਗਾ ਚੈਲੰਜਸ, ਜੋ ਉਸ ਨਾਲ ਫੂਡ ਨੂੰ ਲੈ ਕੇ ਜਾਂ ਸ਼ੈਲਟਰ ਨੂੰ ਲੈ ਕੇ ਜੋ ਉਹਨਾਂ ਦੇ ਵਿੱਚ ਸਟਰਗਲ ਚੱਲੇਗਾ, ਤਾਂ ਉਹ ਸਾਰੇ ਆਪਾਂ ਦੇਖਾਂਗੇ ਇੱਕ ਬ੍ਰਾਂਚਿੰਗ ਡੀਸੈਂਟ ਦੇ ਵਿੱਚ। ਅਗਰ ਓਵਰ ਪ੍ਰੋਡਕਸ਼ਨ ਹੋਏਗਾ ਤਾਂ ਜੋ ਪੋਪੂਲੇਸ਼ਨ ਉਹ ਕੀ ਹੋਏਗੀ, ਐਕਸਪੋਨੈਂਸ਼ਲੀ ਇੰਕਰੀਜ਼ ਹੋ ਜਾਏਗੀ। ਜਿੱਦਾਂ ਕਿ ਬੈਕਟੀਰੀਆ ਜਾਂ ਕਿਸੇ ਹੋਰ ਆਰਗੇਨਿਜ਼ਮ ਦੇ ਵਿੱਚ ਹੁੰਦਾ, ਬੈਕਟੀਰੀਆ ਦੀ ਪੋਪੂਲੇਸ਼ਨ ਵੀ ਕੀ ਹੁੰਦੀ ਹੈ, ਸਡਨ ਚੇਂਜ ਹੋ ਜਾਂਦਾ ਟਾਈਮ ਦੇ ਨਾਲ, ਐਕਸਪੋਨੈਂਸ਼ਲੀ ਚੇਂਜ ਆਉਂਦਾ। ਤਾਂ ਐਦਾਂ ਹੀ ਦੂਸਰੇ ਆਰਗੇਨਿਜ਼ਮ ਦੇ ਵਿੱਚ ਵੀ ਹੋ ਸਕਦਾ। ਓਕੇ, ਬਾਕੀ ਦੂਸਰੇ ਜਿਹੜੀ ਆ ਪੋਪੂਲੇਸ਼ਨ ਜਿਹੜੀ ਦੂਸਰੇ ਆਰਗੇਨਿਜ਼ਮ ਦੀ ਆ ਤਾਂ ਉਹਨਾਂ ਦੇ ਵਿੱਚ ਐਦਾਂ ਦਾ ਕੁਝ ਵੀ ਨਹੀਂ ਹੁੰਦਾ, ਫਲਕਚੁਏਸ਼ਨ ਹੁੰਦੀ ਰਹਿੰਦੀ ਹੈ। ਜਿੰਨੀ ਕੁ ਮੋਰਟੈਲਿਟੀ ਰੇਟ ਹੈ ਉਨਾ ਹੀ ਨੈਟੈਲਿਟੀ ਰੇਟ ਹੈ, ਮਤਲਬ ਜਿੰਨਾ ਬਰਥ ਰੇਟ ਹੈ ਉਨਾ ਹੀ ਕੀ ਹੈ ਸਿਮਿਲਰ ਉਸਦਾ ਕੀ ਚੱਲਦਾ, ਡੈਥ ਰੇਟ ਵੀ ਸਾਥ ਹੀ ਹੈ। ਔਰ ਜਿਹੜੀ ਜ਼ਿਆਦਾ ਉਨੀ ਫਲਕਚੁਏਸ਼ਨ ਨਹੀਂ ਹੁੰਦੀਗੀ ਪ੍ਰੀਵੀਅਸ ਵਾਲੀ ਪੋਪੂਲੇਸ਼ਨ ਐਂਡ ਨਿਊ ਵਾਲੀ ਦੇ ਵਿੱਚ, ਇਹ ਚੀਜ਼ਾਂ ਐਦਾਂ ਚੱਲਦੀਆਂ ਹੀ ਰਹਿੰਦੀਆਂ ਕਿ ਬਰਥ ਰੇਟ ਐਂਡ ਡੈਥ ਰੇਟ ਸਾਥ ਹੀ ਚੱਲਦੀਆਂ। ਔਰ ਜਿਸ ਨਾਲ ਕੀ ਹੈ ਜ਼ਿਆਦਾਤਰ ਫਲਕਚੁਏਸ਼ਨ ਨਹੀਂ ਆਉਂਦੀ, ਜਿੱਦਾਂ ਕਿ ਸਿੰਗਲ ਸੈਲਡ ਜਾਂ ਫਿਰ ਬੈਕਟੀਰੀਆ ਵਰਗੇ ਜਿਹੜੇ ਹੁੰਦੇ ਆ ਆਰਗੇਨਿਜ਼ਮ, ਉਹਨਾਂ ਦੇ ਵਿੱਚ ਜੋ ਫਲਕਚੁਏਸ਼ਨਸ ਆਉਂਦੀਆਂ। ਬੈਕਟੀਰੀਆ ਦੇ ਤਾਂ ਐਕਸਪੋਨੈਂਸ਼ਲੀ ਇੰਕਰੀਜ਼ ਆ ਜਾਂਦਾ ਇੱਦਾਂ ਹੀ, ਜਦੋਂ ਉਹਨਾਂ ਸੀਜ਼ਨਲ ਜਾਂ ਜਦੋਂ ਵੀ ਉਹਨਾਂ ਰਿਪਰੋਡਕਟਿਵ ਸੀਜ਼ਨ ਆਉਂਦਾ ਤਾਂ ਉਹ ਕੀ ਕਰਦੇ ਆ, ਬਹੁਤ ਹਾਈਲੀ ਉਹਨਾਂ ਨੰਬਰ ਆਫ ਪ੍ਰੋਡਕਸ਼ਨ ਹੋ ਜਾਂਦੀ ਹੈ। ਲੇਕਿਨ ਦੂਸਰੇ ਆਰਗੇਨਿਜ਼ਮ ਜੋ ਲਾਰਜ ਸਾਈਜ਼ ਹੁੰਦੇ ਉਹਨਾਂ ਦੇ ਵਿੱਚ ਇਦਾਂ ਦਾ ਨਹੀਂ ਹੁੰਦਾ, ਬਰਥ ਰੇਟ ਤੇ ਡੈਥ ਰੇਟ ਅਪਰੋਕਸੀਮੇਟ ਸਿਮਿਲਰ ਚੱਲਦਾ ਰਹਿੰਦਾ, ਜਿਸ ਨਾਲ ਕੀ ਹੁੰਦੀ ਫਲਕਚੁਏਸ਼ਨ ਕੀ ਹੁੰਦੀ ਹੈ ਉਨੀ ਜ਼ਿਆਦਾ ਨਹੀਂ ਹੁੰਦੀ, ਆਲਮੋਸਟ ਕੀ ਰਹਿੰਦੀ ਹੈ, ਸੇਮ ਹੀ ਰਹਿੰਦੀ ਹੈ। ਨੈਕਸਟ ਹੈ ਸਟਰਗਲ ਫਾਰ ਐਗਜ਼ਿਸਟੈਂਸ। ਅਗਰ ਪ੍ਰੋਡਕਸ਼ਨ ਹੋਏਗੀ, ਪੋਪੂਲੇਸ਼ਨ ਸਾਈਜ਼ ਇੰਕਰੀਜ਼ ਹੋਏਗਾ ਤਾਂ ਉੱਥੋਂ ਦੀ ਜਿਹੜੀ ਜਗ੍ਹਾ ਤੇ ਰਹਿ ਰਹੇ ਆ ਜੋ ਆਰਗੇਨਿਜ਼ਮ, ਉਹਨਾਂ ਦੇ ਵਿੱਚ ਕੀ ਹੋਏਗਾ, ਸੋਰਸਸ ਨੂੰ ਲੈ ਕੇ ਕੀ ਹੋਏਗਾ, ਸਟਰਗਲ ਹੋਣਾ ਸ਼ੁਰੂ ਹੋ ਜਾਏਗਾ। ਸੋਰਸਸ ਨੂੰ ਲੈ ਕੇ ਸਟਰਗਲ ਸ਼ੁਰੂ ਹੋ ਜਾਏਗਾ। ਅਗਰ ਸੋਰਸਸ ਨੂੰ ਲੈ ਕੇ ਸਟਰਗਲ ਸ਼ੁਰੂ ਹੋਇਆ ਤਾਂ ਫੂਡ ਨੂੰ ਲੈ ਕੇ ਵੀ ਹੋਏਗਾ, ਸ਼ੈਲਟਰ ਨੂੰ ਲੈ ਕੇ ਵੀ ਕੀ ਹੋਏਗਾ, ਉਹਨਾਂ ਦੇ ਵਿੱਚ ਸਟਰਗਲ ਸ਼ੁਰੂ ਹੋ ਜਾਏਗਾ। ਅਗਰ ਸਟਰਗਲ ਸ਼ੁਰੂ ਹੋਏਗਾ ਤਾਂ ਫਿਰ ਕੀ ਕਰੇਗਾ, ਇੱਕ ਤਾਂ ਉਹਨਾਂ ਦੇ ਜਿਹੜੇ ਸਿਮਿਲਰ ਟਾਈਪ ਦੇ ਜਿਹੜੇ ਆਰਗੇਨਿਜ਼ਮ ਹੋਣਗੇ ਉਹਨਾਂ ਦੇ ਵਿੱਚ ਅਗਰ ਆਪਸ ਵਿੱਚ ਹੀ ਚੈਲੰਜ ਹੋ ਜਾਏ, ਜਿੱਦਾਂ ਹਿਊਮਨ ਦਾ ਹਿਊਮਨ ਦੇ ਨਾਲ ਹੀ ਉੱਤੇ ਸਰਵਾਈਵ ਕਰਨ ਲਈ ਚੈਲੰਜ ਹੋ ਜਾਏ, ਤਾਂ ਉਹ ਕਿਹੜੇ ਵਾਲਾ ਹੋ ਗਿਆ, ਇੰਟਰਾ ਸਪੈਸੀਫਿਕ ਸਟਰਗਲ। ਕਿ ਸਿਮਿਲਰ ਟਾਈਪ ਦੀ ਜੋ ਸਪੀਸੀਜ਼ ਆ ਉਹਨਾਂ ਦੇ ਵਿੱਚ ਸਟਰਗਲ ਹੋਏਗਾ ਕਿਸ ਚੀਜ਼ ਨੂੰ ਲੈ ਕੇ, ਉਹਨਾਂ ਦੇ ਵਿੱਚ ਫੂਡ, ਸ਼ੈਲਟਰ ਤੇ ਬਰੀਡਿੰਗ ਨੂੰ ਲੈ ਕੇ ਅਗਰ ਹੋ ਜੇ ਕੰਪੀਟੀਸ਼ਨ ਜਾਂ ਸਟਰਗਲ, ਤਾਂ ਉਹ ਕਿਹੜੇ ਵਾਲਾ, ਇੰਟਰਾ ਸਪੈਸੀਫਿਕ ਹੀ ਪੁੱਛ ਸਕਦੇ ਆ। ਇੰਟਰਾ ਸਪੈਸੀਫਿਕ ਦੇ ਵਿੱਚ ਸਟਰਗਲ ਦੇ ਵਿੱਚ ਕਿਹੜੀ ਚੀਜ਼ਾਂ ਨੇ ਸਟਰਗਲ ਹੋ ਸਕਦਾ, ਫੂਡ ਲਈ ਹੋ ਸਕਦਾ, ਸ਼ੈਲਟਰ ਲਈ। ਇਹ ਤਾਂ ਕਾਮਨ ਆ ਦੋਨੋਂ ਚੀਜ਼ਾਂ, ਇਹ ਨੈਕਸਟ ਵਾਲੇ ਵਿੱਚ ਵੀ ਆਏਗਾ। ਲੇਕਿਨ ਬਰੀਡਿੰਗ ਸਿਮਿਲਰ ਟਾਈਪ ਦੇ ਸਪੀਸੀਜ਼ ਦੇ ਵਿੱਚ ਹੀ ਲੈ ਕੇ ਸਟਰਗਲ ਹੋ ਸਕਦਾ, ਕਿਉਂਕਿ ਜੋ ਜ਼ਿਆਦਾ ਸਟਰੋਂਗ ਵਾਲੇ ਹੋਣਗੇ ਤਾਂ ਉਹ ਤਾਂ ਬਰੀਡਿੰਗ ਕਰ ਸਕਦੇ, ਲੇਕਿਨ ਜੋ ਉਹਨਾਂ ਦੇ ਵਿੱਚ ਕਮਜ਼ੋਰ ਵਾਲੇ ਹੋਣਗੇ, ਵੀਕ ਹੋਣਗੇ, ਤਾਂ ਉਹ ਜਿਹੜੇ ਆਰਗੇਨਿਜ਼ਮ ਹੋਣਗੇ ਬਰੀਡਿੰਗ ਲਈ ਕੀ ਕਰਨਗੇ, ਸਟਰਗਲ ਕਰਨਾ ਪਏਗਾ ਉਹਨਾਂ ਨੂੰ।
ਨੈਕਸਟ ਹੈ ਇੰਟਰ ਸਪੈਸੀਫਿਕ ਸਟਰਗਲ। ਇੰਟਰ ਸਪੈਸੀਫਿਕ ਦੇ ਵਿੱਚ ਕਿਹੜੇ ਵਾਲਾ ਹੋਏਗਾ, ਫੂਡ ਐਂਡ ਸ਼ੈਲਟਰ ਲਈ ਹੀ ਸਟਰਗਲ ਹੋਏਗਾ, ਸਪੈਸੀਫਿਕ ਫੂਡ ਐਂਡ ਸ਼ੈਲਟਰ ਦੇ ਵਿੱਚ ਹੋਏਗਾ, ਕਿਉਂਕਿ ਜੋ ਇੰਟਰ ਸਪੈਸੀਫਿਕ ਹੈ ਉਹਦੇ ਵਿੱਚ ਬਰੀਡਿੰਗ ਦਾ ਕੋਈ ਵੀ ਲੈਣ ਦੇਣ ਨਹੀਂ ਹੋਏਗਾ ਕਿਸੇ ਤਰ੍ਹਾਂ ਦਾ ਵੀ। ਇੰਟਰ ਸਪੈਸੀਫਿਕ ਸਟਰਗਲ ਦੇ ਵਿੱਚ ਕਿਹੜੇ ਕਿਹੜੇ ਵਾਲਾ ਹੋਏਗਾ, ਫੂਡ ਐਂਡ ਸ਼ੈਲਟਰ ਨੂੰ ਲੈ ਕੇ ਸਟਰਗਲ ਹੋਏਗਾ। ਔਰ ਜਿਹੜੇ ਵਾਲੀ ਸਪੇਸਿਸ ਜ਼ਿਆਦਾ ਸਟਰੋਂਗ ਹੋਏਗੀ, ਜੋ ਫੂਡ ਨੂੰ ਕਿਸੇ ਪਾਰਟਿਕੂਲਰ ਏਰੀਆ ਦੇ ਵਿੱਚ ਫੂਡ ਐਂਡ ਸ਼ੈਲਟਰ ਤੇ ਆਪਣਾ ਡੋਮੀਨੇਟ ਕਰ ਲੇਗੀ ਫੂਡ ਨੂੰ ਲੈਣ ਲਈ ਐਂਡ ਸ਼ੈਲਟਰ ਨੂੰ, ਉਹੀ ਸਪੇਸਿਸ ਉਸ ਪਾਰਟਿਕੂਲਰ ਜੀਓਗ੍ਰਾਫਿਕਲ ਏਰੀਆ ਦੇ ਵਿੱਚ ਸਰਵਾਈਵ ਕਰ ਪਾਏਗੀ, ਦੂਸਰੇ ਵਾਲੀ ਨਹੀਂ ਹੋਏਗੀ। ਔਰ ਨੇਚਰ ਵੀ ਉਸ ਨੂੰ ਕੀ ਕਰ ਲੇਗੀ, ਸਿਲੈਕਟ ਕਰ ਲੇਗੀ। ਨੈਕਸਟ ਹੈ এনवायरमेंटल ਸਟਰਗਲ। ਇਹ ਤਾਂ ਹਰੇਕ ਤਰ੍ਹਾਂ ਦੇ ਆਰਗੇਨਿਜ਼ਮ ਨੂੰ ਹੀ ਚੈਲੰਜ ਲੈਣਾ ਪਏਗਾ ਜਾਂ ਸਟਰਗਲ ਕਰਨੀ ਪਏਗੀ। এনवायरमेंट ਲਾਈਕ ਜਿੱਦਾਂ ਕੋਲਡ, ਹੀਟ, ਵਿੰਡ, ਰੇਨ, ਡਰਾਊਟ, ਫਲੱਡ, ਇਹ ਸਾਰੀਆਂ ਚੀਜ਼ਾਂ ਤਾਂ ਕਿਸੇ ਪਾਰਟਿਕੂਲਰ ਏਰੀਆਜ਼ ਦੇ ਵਿੱਚ ਜਾਂ এনवायरमेंट ਦੇ ਵਿੱਚ ਜੋ ਆਉਣ ਵਾਲੇ ਨੈਚੁਰਲੀ ਚੇਂਜਸ ਆ, ਤਾਂ ਹਰੇਕ ਉੱਥੇ ਰਹਿਣ ਵਾਲੇ ਸਪੇਸਿਸ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਏਗਾ। ਫਿਰ ਨੈਕਸਟ ਹੈ ਵੇਰੀਏਸ਼ਨ ਐਂਡ ਹੈਰੀਡਿਟੀ। ਵੇਰੀਏਸ਼ਨ ਐਂਡ ਹੈਰੀਡਿਟੀ ਇਹ ਸਾਰੇ ਪਹਿਲਾਂ ਪ੍ਰੋਡਕਸ਼ਨ ਵਾਲਾ ਕਰਿਆ, ਫਿਰ ਨੈਕਸਟ ਸਟਰਗਲ ਕਿਹੜੇ ਕਿਹੜੇ ਆ ਸਕਦੇ ਆ, ਫਿਰ ਸਟਰਗਲ ਤੋਂ ਬਾਅਦ ਵਿੱਚ ਕੀ ਹੈ ਕਿ ਜੋ ਜੋ ਚੇਂਜਸ ਆਈਆਂ ਸਟਰਗਲ, ਔਰ ਕਈ ਕੀ ਕਰ ਲੈਣਗੇ ਆਪਣੇ ਅੰਦਰ ਵੇਰੀਏਸ਼ਨ ਲੈ ਕੇ ਆ ਜਾਣਗੇ। ਕੁਝ ਇੱਦਾਂ ਦੇ ਕਰੈਕਟਰ ਹੋ ਜਾਣਗੇ ਜਿਹੜੇ ਪੋਪੂਲੇਸ਼ਨ ਦੇ ਵਿੱਚ ਬਿਲਟ ਹੋਣੇ ਸ਼ੁਰੂ ਹੋ ਜਾਣਗੇ ਅਕੋਰਡਿੰਗ ਟੂ এনवायरमेंट ਜਾਂ ਫਿਰ ਉਹਨਾਂ ਨੂੰ ਨੀਡ ਦੇ ਅਕੋਰਡਿੰਗ, ਤਾਂ ਉਸ ਚੀਜ਼ ਨੂੰ ਕੀ ਕਹਿ ਦਿੱਤਾ, ਵੇਰੀਏਸ਼ਨ। ਔਰ ਜੋ ਵੇਰੀਏਸ਼ਨ ਨੈਕਸਟ ਜਨਰੇਸ਼ਨ ਤੱਕ ਇੱਦਾਂ ਦੇ ਆਰਗੇਨਿਜ਼ਮ ਜਾਂ ਸਪੇਸਿਸ ਜਿਹੜੇ ਕੀ ਕਰਨਗੇ, ਜੋ ਵੇਰੀਏਸ਼ਨ ਹੈਗੀਆਂ ਜੋ ਨੈਕਸਟ ਜਨਰੇਸ਼ਨ ਤੱਕ ਜ਼ਿਆਦਾ ਲੈ ਕੇ ਜਾ ਪਾਣਗੇ, ਉਹ ਕੀ ਕਰ ਲੈਣਗੇ, ਉਹ ਬੈਟਰ ਸਰਵਾਈਵ ਕਰ ਪਾਣਗੇ ਔਰ ਕਿਹੜੇ ਹੋ ਜਾਣਗੇ, ਉਹ ਅਡੈਪਟਿਵ ਹੋ ਜਾਣਗੇ, ਜੋ ਕੀ ਕਰਨਗੇ ਮੈਕਸਿਮਮ ਨੰਬਰ ਆਫ ਵੇਰੀਏਸ਼ਨ ਜਿਹੜੀਆਂ ਵੇਰੀਏਸ਼ਨ ਮੈਕਸਿਮਮ ਨੰਬਰ ਆਫ ਯੂਜ਼ਫੁਲ ਵੇਰੀਏਸ਼ਨ ਜਿਹੜੀਆਂ ਯੂਜ਼ਫੁਲ ਵੇਰੀਏਸ਼ਨ ਕੀ ਕਰਨਗੇ, ਅਗਰ ਨੈਕਸਟ ਜਨਰੇਸ਼ਨ ਤੱਕ ਜੋ ਲੈ ਕੇ ਜਾ ਪਾਣਗੇ ਨੈਕਸਟ ਜਨਰੇਸ਼ਨ ਤੱਕ, ਇਟ ਮੀਨਸ ਉਹ ਕਿਹੜੇ ਹੋ ਗਏ, ਉਹ ਅਡੈਪਟਿਵ ਵੇਰੀਏਸ਼ਨ ਹੋ ਗਏ, ਕਿਉਂਕਿ ਨੈਕਸਟ ਜਨਰੇਸ਼ਨ ਤੱਕ ਲੈ ਕੇ ਜਾ ਰਹੇ ਵੇਰੀਏਸ਼ਨ, ਤਾਂ ਉਹ ਸਪੀਸੀਜ਼ ਕੀ ਕਰ ਪਾਏਗੀ, ਸਰਵਾਈਵ ਕਰ ਪਾਏਗੀ। ਔਰ ਜਿਹੜੇ ਵੇਰੀਏਸ਼ਨ ਨਹੀਂ ਕਰ ਪਾਣਗੇ, ਜੋ ਅਡੈਪਟ ਨਹੀਂ ਕਰ ਪਾਣਗੇ ਕਿਸੇ ਵੀ ਕੰਡੀਸ਼ਨ ਨੂੰ ਲੈ ਕੇ, ਉਹ ਕੀ ਹੋ ਸਕਦੇ ਆ, ਐਕਸਟਿੰਕਟ ਹੋ ਸਕਦੇ ਆ, ਜਾਂ ਫਿਰ ਉਹ ਕੀ ਹੋ ਸਕਦੇ ਆ, ਉਹ ਖਤਮ ਹੋ ਸਕਦੇ ਆ। ਇੱਦਾਂ ਹੀ ਦਾ ਕਰੈਕਟਰ ਵਿਚ ਅਨੇਬਲ ਸਮ ਟੂ ਸਰਵਾਈਵ ਬੈਟਰ ਇਨ ਨੈਚੁਰਲ ਕੰਡੀਸ਼ਨ। ਜਿਹੜੀ ਵੇਰੀਏਸ਼ਨ ਕਿਸੇ ਪਾਰਟਿਕੂਲਰ ਕੰਡੀਸ਼ਨ ਦੇ ਵਿੱਚ ਸਰਵਾਈਵ ਕਰਨ ਲਈ ਜ਼ਿਆਦਾ ਹੈਲਪਫੁਲ ਹੈ, ਤਾਂ ਉਹ ਵਾਲੀਆਂ ਕਿਹੜੀਆਂ ਹੋਣਗੀਆਂ, ਯੂਜ਼ਫੁਲ ਵੇਰੀਏਸ਼ਨ। ਔਰ ਲੇਕਿਨ ਜਿਹੜੀਆਂ ਉਸ ਪਾਰਟਿਕੂਲਰ ਕੰਡੀਸ਼ਨ ਦੇ ਵਿੱਚ ਉਹਨਾਂ ਲਈ ਹਾਰਮਫੁਲ ਹੈ, ਤਾਂ ਉਹ ਕਿਹੜੀਆਂ ਵਾਲੀਆਂ ਹੋ ਜਾਣਗੀਆਂ, ਹਾਰਮਫੁਲ ਵੇਰੀਏਸ਼ਨਸ। ਔਰ ਜੋ ਸਪੇਸਿਸ ਆ ਯੂਜ਼ਫੁਲ ਵੇਰੀਏਸ਼ਨ ਨੂੰ ਨੈਕਸਟ ਜਨਰੇਸ਼ਨ ਤੱਕ ਇਨਹੈਰਿਟ ਕਰ ਲੇਗੀ, ਉਹ ਕੀ ਕਰੇਗੀ, ਬੈਟਰ ਪਰਫਾਰਮ ਕਰੇਗੀ ਨੈਕਸਟ ਜਨਰੇਸ਼ਨ ਤੱਕ, ਔਰ ਉਹ ਕੀ ਕਰੇਗੀ, ਉਹ ਡੋਮੀਨੇਟ ਵੀ ਕਰੇਗੀ, ਔਰ ਨੈਕਸਟ ਕੀ ਹੈ, ਰੀਪਰੋਡਿਊਸ ਕਰੇਗੀ, ਔਰ ਉਹਨਾਂ ਦੇ ਲਾਰਜ ਨੰਬਰ ਆਫ ਪ੍ਰੋਜੈਨੀ ਹੋਣਗੇ, ਮਤਲਬ ਉਹਨਾਂ ਦੇ ਨੈਕਸਟ ਜਨਰੇਸ਼ਨ 'ਚ ਕੀ ਹੋਣਗੇ, ਲਾਰਜ ਜਾਂ ਉਹਨਾਂ ਦੀ ਪੋਪੂਲੇਸ਼ਨ ਇੰਕਰੀਜ਼ ਹੋਏਗੀ। ਨੈਕਸਟ ਹੈ ਇਸ ਦਾ ਬੀ ਪੁਆਇੰਟ, ਨੈਚੁਰਲ ਸਿਲੈਕਸ਼ਨ। ਤੇ ਨੈਚੁਰਲ ਸਿਲੈਕਸ਼ਨ ਦੇ ਵਿੱਚ ਕੀ ਆਏਗਾ ਆਪਣੇ ਕੋਲ, ਨੈਚੁਰਲ ਸਿਲੈਕਸ਼ਨ ਦੇ ਵਿੱਚ ਦੇਖੋ ਡਾਰਵਿਨ ਦੇ ਅਕੋਰਡਿੰਗ ਕੀ ਹੈ, ਨੈਕਸਟ ਆਪਣੇ ਕੋਲ ਪੁਆਇੰਟ ਨੈਚੁਰਲ ਸਿਲੈਕਸ਼ਨ। ਨੈਚੁਰਲ ਸਿਲੈਕਸ਼ਨ ਦੇ ਵਿੱਚ ਦੇਖੋ ਜਿਸ ਆਰਗੇਨਿਜ਼ਮ ਦੇ ਜਿਹੜੀ ਵੇਰੀਏਸ਼ਨਸ ਆਈਆਂ ਸੀ ਉਹ ਨੈਕਸਟ ਜਨਰੇਸ਼ਨ ਤੱਕ ਜਾ ਰਹੀਆਂ, ਜਿਹੜੇ ਮੋਰ ਅਡੈਪਟਿਵ ਵੇਰੀਏਸ਼ਨ ਹੈਗੀਆਂ, ਉਹ ਕੀ ਕਰੇਗਾ, ਜਿਸ ਆਰਗੇਨਿਜ਼ਮ ਜਾਂ ਸਪੇਸਿਸ ਨੇ ਅਡੈਪਟਿਵ ਵੇਰੀਏਸ਼ਨ ਜ਼ਿਆਦਾ ਕਰੀਆਂ, ਉਹ ਕੀ ਹੋਏਗਾ, ਉਹ ਬੈਟਰ ਫਿਟ ਹੋਏਗਾ ਉਸ ਪਾਰਟਿਕੂਲਰ ਕੰਡੀਸ਼ਨ ਦੇ ਵਿੱਚ। ਜਿਹੜੇ ਕੀ ਕਰੇ ਆ, ਜਿਸਨੇ ਮੋਰ ਅਡੈਪਟਿਵ ਵੇਰੀਏਸ਼ਨ ਲੈ ਕੇ ਆਇਆ ਆਪਣੇ ਅੰਦਰ, ਮੋਰ ਅਡੈਪਟਿਵ ਵੇਰੀਏਸ਼ਨ, ਉਹ ਕੀ ਕਰੇਗਾ, ਉਹ ਬੈਟਰ ਫਿਟ ਹੋ ਜਾਏਗਾ, ਔਰ ਨੇਚਰ ਉਹਨੂੰ ਕੀ ਕਰੇਗੀ, ਸਿਲੈਕਟ ਕਰੇਗੀ। these are selected by nature। ਉਹ ਸਪੇਸਿਸ ਕੀ ਹੋਣਗੇ, ਜੋ ਆਰਗੇਨਿਜ਼ਮ ਕੀ ਹੋਣਗੇ, these species will selected by nature। ਜੋ ਸਪੇਸਿਸ ਕੀ ਕਰਨਗੀਆਂ, ਜ਼ਿਆਦਾ ਅਡੈਪਟਿਵ ਵੇਰੀਏਸ਼ਨ ਲੈ ਕੇ ਆਣਗੇ, ਕਿਹੜੇ ਵਾਲੀਆਂ, ਯੂਜ਼ਫੁਲ ਵਾਲੀਆਂ, ਯੂਜ਼ਫੁਲ
ਮੋਰ ਅਡੈਪਟਿਵ ਵੇਰੀਏਸ਼ਨ, ਔਰ ਉਹ ਕੀ ਕਰਨਗੇ, ਬੈਟਰ ਫਿਟ ਹੋਣਗੇ ਉਸ ਪਾਰਟਿਕੂਲਰ ਕੰਡੀਸ਼ਨ ਦੇ ਵਿੱਚ। ਤਾਂ ਜੋ ਬੈਟਰ ਫਿਟ ਹੋ ਗਏ ਆ ਤਾਂ ਨੇਚਰ ਵੀ ਕੀ ਕਰੇਗੀ, ਉਸ ਨੂੰ ਸਿਲੈਕਟ ਕਰ ਲੇਗੀ। ਤਾਂ ਇਹ ਸਾਰੇ ਡਾਰਵਿਨ ਦੀ ਥਿਊਰੀ ਸੀ। ਤੇ ਨੈਕਸਟ ਹੈ ਫਿਟਨੈਸ ਦੀ ਡੈਫੀਨੇਸ਼ਨ ਪੁੱਛ ਸਕਦੇ ਆ। ਡੈਫੀਨੇਸ਼ਨ ਇੱਕ ਸਟੇਟਮੈਂਟ ਦੇ ਥਰੂ ਆ ਸਕਦੀ ਔਰ ਉਸ ਦਾ ਪੁੱਛ ਸਕਦੇ ਕਿ ਇਹਦੇ ਚ ਕਿਹੜੇ ਵਾਲੀ ਟਰਮ ਨੂੰ ਡਿਫਾਈਨ ਕਰਿਆ ਗਿਆ। ਤਾਂ ਫਿਟਨੈਸ ਜਿਹੜੀ ਹੈ, ਫਿਟਨੈਸ ਐਂਡ ਰਿਜ਼ਲਟ ਹੈ ਕਿਸੇ ਵੀ ਆਰਗੇਨਿਜ਼ਮ ਦੀ ਅਬਿਲਿਟੀ ਜੋ ਉਹ ਅਡੈਪਟ ਕਰ ਸਕਦਾ ਔਰ ਉਹ ਨੇਚਰ ਦੁਆਰਾ ਸਿਲੈਕਟ ਕਰੀ ਜਾਏ। ਕਿ ਇੱਕ ਤਾਂ ਇਹ ਹੋ ਗਿਆ ਕਿ ਉਸਨੇ ਅਡੈਪਟ ਕਰਿਆ, ਕਿਸੇ ਵੀ ਆਰਗੇਨਿਜ਼ਮ ਨੇ ਕੀ ਕਰਿਆ, ਉਸਨੇ ਆਪਣੇ ਅੰਦਰ ਅਡੈਪਟਿਵ ਰੇਡੀਏਸ਼ਨ ਲੈ ਕੇ ਆਇਆ ਜਾਂ ਅਡੈਪਟਿਵ ਵੇਰੀਏਸ਼ਨ। ਅਗਰ ਉਹ ਫਿਟ ਹੈ, ਪੂਰੀ ਤਰ੍ਹਾਂ ਯੂਜ਼ਫੁਲ ਹੈ ਔਰ ਉਸਨੂੰ ਕੀ ਕਰਿਆ, ਨੇਚਰ ਨੇ ਵੀ ਸਿਲੈਕਟ ਕਰਿਆ ਹੈ ਕਿ ਨੇਚਰ ਦੇ ਅਕੋਰਡਿੰਗ ਵੀ ਕੀ ਹੈਗੀਆਂ ਉਹ ਵਾਲੀਆਂ ਜਿਹੜੀ ਵੇਰੀਏਸ਼ਨ ਆ, ਅਡੈਪਟਿਵ ਵੇਰੀਏਸ਼ਨ ਯੂਜ਼ਫੁਲ ਆ। ਔਰ ਨੇਚਰ ਦੇ ਵਿੱਚ ਉਹ ਪੂਰੀ ਤਰ੍ਹਾਂ ਜਿਸ ਜਗ੍ਹਾ ਤੇ ਉਸਨੇ ਰਹਿਣਾ, ਉਸ ਦਾ ਜੋ ਹੈਬਿਟੇਟ ਹੋਏਗਾ ਉਸ ਅਕੋਰਡਿੰਗ ਉਹ ਬਿਲਕੁਲ ਯੂਜ਼ਫੁਲ ਹੈ। ਯੂਜ਼ਫੁਲ ਹੋਣਗੀਆਂ ਇਟ ਮੀਨਸ ਕੀ ਹੈ, ਨੇਚਰ ਦੁਆਰਾ ਵੀ ਉਹ ਕੀ ਹੋਣਗੀਆਂ, ਸਿਲੈਕਟਡ ਹੋਣਗੀਆਂ। ਤਾਂ ਉੱਦਾਂ ਦੇ ਜਿਹੜੇ ਆਰਗੇਨਿਜ਼ਮ ਹੋਣਗੇ ਉਹ ਕਿਹੜੇ ਵਾਲੇ ਹੋਣਗੇ, ਉਹ ਫਿਟਨੈਸ ਹੋਏਗੀ ਇੱਕ ਤਰ੍ਹਾਂ ਦੇ ਉਸ ਆਰਗੇਨਿਜ਼ਮ ਦੀ, ਜਾਂ ਫਿਰ ਕੀ ਹੋਣਗੇ, ਫਿਟੈਸਟ ਆਰਗਨ ਹੋ ਜਾਣਗੇ। ਫਿਟੈਸਟ ਆਰਗੇਨਿਜ਼ਮ ਜਿਨ੍ਹਾਂ ਦੇ ਵਿੱਚ ਯੂਜ਼ਫੁਲ ਅਡੈਪਟਿਵ ਵੇਰੀਏਸ਼ਨਸ ਆਈਆਂ ਔਰ ਉਹ ਨੇਚਰ ਦੇ ਦੁਆਰਾ ਕੀ ਹੋਇਆ, ਸਿਲੈਕਟਡ ਵੀ ਹੋਇਆ ਔਰ ਬੈਟਰ ਸਰਵਾਈਵ ਕਰ ਪਾਣਗੇ ਉਸ ਪਾਰਟਿਕੂਲਰ ਕੰਡੀਸ਼ਨ ਦੇ ਵਿੱਚ। ਤਾਂ ਉਸ ਨੂੰ ਆਪਾਂ ਕੀ ਕਹਾਂਗੇ, ਫਿਟਨੈਸ ਉਸ ਪਾਰਟਿਕੂਲਰ ਆਰਗੇਨਿਜ਼ਮ ਦੀ। So definition, fitness is the end result of ability to adapt, ਕਿ ਉਹ ਕੀ ਚੀਜ਼ਾਂ ਅਡੈਪਟ ਕਰ ਰਿਹਾ ਐਂਡ ਗੈਟ ਸਿਲੈਕਟਡ ਬਾय ਦੀ ਨੇਚਰ, ਕਿ ਉਸਨੇ ਕੀ ਚੀਜ਼ਾਂ ਅਡੈਪਟ ਕਰੀਆਂ ਔਰ ਨੇਚਰ ਦੁਆਰਾ ਜਾਂ ਨੇਚਰ ਜੋ ਪਾਰਟਿਕੂਲਰ ਕੰਡੀਸ਼ਨ ਦੇ ਵਿੱਚ ਉਹ ਰਹਿ ਪਾ ਰਿਹਾ ਕਿ ਉਸ ਅਕੋਰਡਿੰਗ ਪੂਰੀ ਤਰ੍ਹਾਂ ਉਸਨੇ ਆਪਣੇ ਆਪ ਨੂੰ ਅਡੈਪਟ ਕਰ ਲਿਆ। ਅਗਰ ਜੋ ਆਰਗੇਨਿਜ਼ਮ ਇਸ ਤਰ੍ਹਾਂ ਚੀਜ਼ਾਂ ਕਰ ਪਾ ਰਿਹਾ, ਅਡੈਪਟ ਕਰ ਪਾ ਰਿਹਾ ਅਕੋਰਡਿੰਗ ਟੂ ਨੇਚਰ, ਤਾਂ ਉਹ ਵਾਲਾ ਆਰਗੇਨਿਜ਼ਮ ਕੀ ਹੋਏਗਾ, ਫਿਟ ਹੋਏਗਾ। ਤਾਂ ਇੱਥੇ ਆਪਾਂ ਇੱਕ ਐਗਜ਼ਾਮਪਲ ਇਹ ਵੀ ਕਰ ਸਕਦੇ ਹਾਂ ਕਿ ਇੱਥੇ ਲਾਰਜ ਸਾਈਜ਼ ਜਾਂ ਸਮੋਲ ਸਾਈਜ਼ ਡਿਪੈਂਡ ਨਹੀਂ ਕਰਦਾ। ਲਾਰਜ ਸਾਈਜ਼ ਆਰਗੇਨਿਜ਼ਮ ਜਾਂ ਫਿਰ ਸਮੋਲ ਸਾਈਜ਼ਡ ਆਰਗੇਨਿਜ਼ਮ ਡਿਪੈਂਡ ਨਹੀਂ ਕਰਦਾ ਕਿ ਉਹ ਬੈਟਰ ਅਡੈਪਟ ਕਰ ਪਾਣਗੇ ਜਾਂ ਨਹੀਂ। ਐਗਜ਼ਾਮਪਲ ਅਗਰ ਡਾਇਨਾਸੌਰਸ ਦੀ ਆਪਾਂ ਲੈਂਦੇ ਹਾਂ, ਡਾਇਨਾਸੌਰਸ ਕੀ ਸੀ, ਲਾਰਜ ਸਾਈਜ਼ ਹੈਗੇ ਸੀ, ਲੇਕਿਨ ਫਿਰ ਵੀ ਕੀ ਆ, ਉਹ ਨੇਚਰ ਦੁਆਰਾ ਸਿਲੈਕਟ ਨਹੀਂ ਕਰੇਗੇ ਕਿਉਂਕਿ ਉਹਨਾਂ ਨੇ ਆਪਣੇ ਅੰਦਰ ਅਡੈਪਟਿਵ ਵੇਰੀਏਸ਼ਨ ਨਹੀਂ ਲਾ ਪਾਏ ਉਹ, ਤਾਂ ਉਹ ਕੀ ਹੋ ਗਿਆ, ਉਹ ਐਕਸਟਿੰਕਟ ਹੋ ਗਿਆ। ਤਾਂ ਇਸ ਤਰ੍ਹਾਂ ਜਿਹੜੇ ਆਰਗੇਨਿਜ਼ਮ ਆਪਣੇ ਅੰਦਰ ਅਡੈਪਟਿਵ ਵੇਰੀਏਸ਼ਨਸ ਲੈ ਕੇ ਆ ਰਹੇ ਔਰ ਯੂਜ਼ਫੁਲ ਲੈ ਕੇ ਆ ਰਹੇ ਔਰ ਨੇਚਰ ਦੇ ਦੁਆਰਾ ਜਾਂ ਉਸ ਪਾਰਟਿਕੂਲਰ ਕੰਡੀਸ਼ਨ ਵਿੱਚ ਉਹ ਸਰਵਾਈਵ ਕਰ ਪਾ ਰਹੇ ਉਸ ਵੇਰੀਏਸ਼ਨ ਤੇ ਥਰੂ, ਇਟ ਮੀਨਸ ਉਹ ਕਿਹੜੇ ਵਾਲੇ ਆ, ਉਹ ਫਿਟੈਸਟ ਆਰਗਨ ਹੋਣਗੇ ਔਰ ਉਹਨਾਂ ਦੀ ਫਿਟਨੈਸ ਸਹੀ ਹੋਏਗੀ। ਫਿਟਨੈਸ ਤੋਂ ਮੀਨਿੰਗ ਹੈ ਕਿ ਉਹਨਾਂ ਨੇ ਅਡੈਪਟਿਵ ਰੇਡੀਏਸ਼ਨ ਬਿਲਕੁਲ ਸਹੀ ਵਾਲੀਆਂ ਕਰੀਆਂ। ਔਰ ਡਾਰਵਿਨ ਦਾ ਇੱਕ ਹੋਰ ਕਨਸੈਪਟ ਸੀ ਸੈਕਸ਼ੂਅਲ ਸਿਲੈਕਸ਼ਨ, ਕਿ ਜੋ ਸਟਰੋਂਗ ਵਾਲੇ ਹੋਣਗੇ, ਸਟਰੋਂਗ ਮੇਲ ਹੋਣਗੇ ਕਿਸੇ ਵੀ ਆਰਗੇਨਿਜ਼ਮ ਜਾਂ ਸਪੀਸੀਜ਼ ਦੇ ਵਿੱਚ, ਉਹਨਾਂ ਕੋਲ ਜ਼ਿਆਦਾ ਰਾਈਟ ਰਹੇਗਾ, ਉਹਨਾਂ ਕੋਲ ਕੀ ਹੋਏਗਾ, ਹੈਵ ਅ ਅਬਿਲਿਟੀ have a more ability to ਮੈਟਿੰਗ ਲਈ ਕਹਿੰਦੇ ਕਿ ਜਿਹੜੇ ਲਾਰਜ ਸਾਈਜ਼ ਵਾਲੇ ਹੋਣਗੇ ਐਨੀਮਲ ਜਾਂ ਜਿਹੜੇ ਫਿਜ਼ੀਕਲੀ ਜ਼ਿਆਦਾ ਫਿਟ ਹੋਣਗੇ, ਤਾਂ ਉਸ ਵਾਲੇ ਐਨੀਮਲਸ ਕੋਲ ਕੀ ਹੋਣਗੇ ਜਾਂ ਉਸ ਵਾਲੇ ਮੇਲ ਕੋਲ ਜ਼ਿਆਦਾ ਅਬਿਲਿਟੀ ਹੋਏਗੀ ਮੈਟਿੰਗ ਦੀ। ਤਾਂ ਇਹ ਸਾਰੇ ਆਪਣੇ ਕੋਲ ਡਾਰਵਿਨ ਦੇ ਕਨਸੈਪਟ ਸੀ ਕਿ ਅਡੈਪਟਿਵ ਵੇਰੀਏਸ਼ਨ ਜਿਹੜੀ ਯੂਜ਼ਫੁਲ ਹੋਣਗੇ, ਜੋ ਇਨਹੈਰਿਟ ਕਰ ਪਾਣਗੇ ਨੈਕਸਟ ਜਨਰੇਸ਼ਨ ਤੱਕ, ਉਹ ਜ਼ਿਆਦਾ ਫਿਟ ਹੋਣਗੇ ਔਰ ਨੇਚਰ ਉਸ ਨੂੰ ਸਿਲੈਕਟ ਕਰੇਗੀ, ਤੇ ਨੈਚੁਰਲ ਸਿਲੈਕਸ਼ਨ ਦਾ ਰੂਲ ਸੀ। ਲੇਕਿਨ ਇਹਦਾ ਵੀ ਕ੍ਰਿਟਿਸਿਜ਼ਮ ਕਰਿਆ ਡਾਰਵਿਨ ਥਿਊਰੀ ਦਾ। ਤਾਂ ਜੋ ਡਾਰਵਿਨ ਥਿਊਰੀ ਦਾ ਆਪਣੇ ਕੋਲ ਆਇਆ ਕ੍ਰਿਟਿਸਿਜ਼ਮ, ਤਾਂ ਉਹ ਦੇਖਦੇ ਆ ਕਿਸ ਬੇਸ ਤੇ ਆਇਆ। ਇਸ ਦੇ ਵਿੱਚ ਇਹ ਸੀ ਕਿ ਜੋ ਅਰਾਈਵਲ ਆਫ ਫਿਟੈਸਟ, ਇਹ ਉਸ ਨੂੰ ਐਕਸਪਲੇਨ ਕਰਨ ਵਿੱਚ ਬਿਲਕੁਲ ਅਸਮਰੱਥ ਸੀ, ਜਾਂ ਆਪਾਂ ਕਹਿ ਲਈ ਏਬਲ ਨਹੀਂ ਹੋ ਪਾਇਆ, ਅਨਏਬਲ ਸੀ ਕਿ ਅਰਾਈਵਲ ਆਫ ਫਿਟੈਸਟ, ਕੋਈ ਵੀ ਆਰਗੇਨਿਜ਼ਮ ਅਗਰ ਫਿਟੈਸਟ ਤੱਕ ਪਹੁੰਚ ਰਿਹਾ ਉਸ ਦਾ ਕਾਰਨ ਕੀ ਹੈ, ਅਡੈਪਟਿਵ ਰੇਡੀਏਸ਼ਨ ਤਾਂ ਠੀਕ ਹੈ,
ਲੇਕਿਨ ਉਹ ਅਡੈਪਟਿਵ ਵੇਰੀਏਸ਼ਨ ਕਿੱਦਾਂ ਆ ਰਹੀਆਂ ਨੇ ਉਸ ਚੀਜ਼ ਨੂੰ ਦੱਸ ਨਹੀਂ ਪਾ ਰਿਹਾ ਸੀ। ਔਰ ਇੱਕ ਸੈਕਸੁਅਲ ਜੋ ਸਿਲੈਕਸ਼ਨ ਸੀ ਉਸ ਦੇ ਵਿੱਚ ਵੀ ਅਨਏਬਲ ਸੀ ਕਿ ਹਮੇਸ਼ਾ ਫੀਮੇਲ ਨੂੰ ਹੀ ਆਪਣੇ ਪਾਰਟਨਰ ਸਿਲੈਕਟ ਕਰਨ ਦੀ ਕਿਉਂ ਹੁੰਦੀ ਗਈ ਹੈ, ਮੇਲ ਕਿਉਂ ਨਹੀਂ ਉਸ ਚੀਜ਼ ਨੂੰ ਕਰ ਸਕਦਾ। ਵਾਈ ਓਨਲੀ ਫੀਮੇਲਸ ਹੈਵ ਅ ਰਾਈਟ ਟੂ ਸਿਲੈਕਟ ਏ ਫਾਰ ਮੈਟਿੰਗ, ਕਿਉਂਕਿ ਇੱਦਾਂ ਤਾਂ ਫਿਰ ਜਿਹੜੇ ਵਾਲੇ ਵੀਕ ਵਾਲੇ ਹੋਣਗੇ ਮੇਲ, ਉਹਨਾਂ ਦੇ ਤਾਂ ਕਦੇ ਵੀ ਉਹ ਮੈਟਿੰਗ ਲਈ ਮਤਲਬ ਏਬਲ ਹੀ ਨਹੀਂ ਹੋ ਪਾਉਣਗੇ। ਤਾਂ ਇਹਦਾ ਕ੍ਰਿਟਿਸਿਜ਼ਮ ਕਰਿਆ ਗਿਆ ਕਿ ਜਿਹੜੇ ਅਗਰ ਫੀਮੇਲ ਕੋਲ ਹੀ ਰਾਈਟ ਕਿਉਂ ਹੈ ਮੈਟਿੰਗ ਲਈ, ਮੇਲ ਵੀ ਤਾਂ ਇਸ ਚੀਜ਼ ਨੂੰ ਕਰ ਸਕਦਾ ਸੈਕਸ਼ੂਅਲ ਸਿਲੈਕਸ਼ਨ। ਤਾਂ ਇਸ ਲਈ ਇਸ ਦਾ ਕ੍ਰਿਟਿਸਿਜ਼ਮ ਹੋਇਆ। ਔਰ ਜਿਹੜੇ ਇਸਨੇ ਅਰਾਈਵਲ ਆਫ ਫਿਟੈਸਟ, ਇਹਨਾਂ ਤਾਂ ਕਹਿੰਦੇ ਅਡੈਪਟਿਵ ਵੇਰੀਏਸ਼ਨ ਆ ਰਹੀਆਂ, ਲੇਕਿਨ ਉਹ ਕਿਉਂ ਹੋ ਰਹੀਆਂ ਨੇ, ਐਕਚੁਅਲ ਕਾਰਨ ਕੀ ਸੀ ਉਹ ਨਹੀਂ ਦੱਸ ਪਾਇਆ ਸੀ। ਤੇ ਡਾਰਵਿਨ could not explain the existence of vestigial organ, vestigial organ ਨੂੰ ਵੀ ਇਹ ਨਹੀਂ ਕਲੈਰੀਫਾਈ ਕਰ ਪਾਇਆ ਸੀ ਕਿ vestigial organ ਕਿੱਦਾਂ ਆ ਰਿਹਾ ਹੈ। ਤਾਂ ਨੈਕਸਟ ਹੈ ਥਿਊਰੀ, ਬਹੁਤ ਹੀ ਇੰਪੋਰਟੈਂਟ ਥਿਊਰੀ, ਇੰਪੋਰਟੈਂਟ ਹੈ ਔਰ ਇਹਦੇ ਤੇ ਕੁਐਸਚਨ ਆ ਜਾਂਦੇ ਆ। ਤਾਂ ਆਪਾਂ ਦੇਖਦੇ ਹਾਂ ਮਿਊਟੇਸ਼ਨ ਥਿਊਰੀ। ਮਿਊਟੇਸ਼ਨ ਥਿਊਰੀ ਕਰੀ ਕਿਨੇ ਸੀ, ਇਹ ਹੈਗਾ ਸੀ ਹਗੋ ਡੀ ਵਰਾਈਜ਼। ਇਹ ਯਾਦ ਰੱਖਣਾ ਕਿ ਇਹ ਮਿਊਟੇਸ਼ਨ ਥਿਊਰੀ ਤੇ ਕੁਐਸਚਨ ਬਹੁਤ ਵਾਰੀ ਆਇਆ ਹੋਇਆ, ਹਗੋ ਡੀ ਵਰਾਈਜ਼। ਔਰ ਇਹ ਪੁੱਛਿਆ ਜਾਂਦਾ ਕਿ ਹਗੋ ਡੀ ਵਰਾਈਜ਼ ਨੇ ਕਿਹਦੇ ਤੇ ਵਰਕ ਕਰਿਆ ਸੀ, ਇਵਨਿੰਗ ਪ੍ਰਾਈਮਰੋਜ਼ ਜਾਂ ਫਿਰ ਇਹਦਾ ਨਾਮ ਹੈ ਅਨੋਥੇਰਾ ਲਮਾਰਕਿਆਨਾ। ਇਦਾਂ ਦਾ ਫਲਾਵਰ ਹੈ ਜਿਹੜਾ ਕੀ ਹੈ 12 ਇਅਰਸ ਬਾਅਦ ਕੀ ਕਰਦਾ, ਬਲੋਸਮ ਕਰਦਾ। बारह साल बाद खिलते हैं ते फुल। ट्वेल्व ईयर च एक बार ही ਇਹਦੇ ਜਿਹੜੇ ਫਲਾਵਰ ਜਿਹੜੇ ਹੁੰਦੇ ਆ ਉਹ ਖਿਲਦੇ ਆ। ਤੇ ਇਸਨੇ ਇਹਦੇ ਤੇ ਇਹ ਐਕਸਪੈਰੀਮੈਂਟ ਕਰਿਆ ਸੀ ਹਗੋ ਡੀ ਵਰਾਈਜ਼। ਮਿਊਟੇਸ਼ਨ ਥਿਊਰੀ ਕਿਨੇ ਦਈ ਆ, ਹਗੋ ਡੀ ਵਰਾਈਜ਼। ਇਹ ਪੁੱਛ ਲੈਂਦੇ ਕਿ ਕਿਹੜੇ ਵਾਲੀ ਥਿਊਰੀ ਕਿਨੇ ਪ੍ਰਪੋਜ਼ ਕਰੀ ਸੀ, ਉਹ ਸੈਕਟਲੀ ਹਗੋ ਡੀ ਵਰਾਈਜ਼ ਜਿਹੜਾ ਉਸਨੇ ਕਿਹਦੇ ਤੇ ਐਕਸਪੈਰੀਮੈਂਟ ਕਰਿਆ ਸੀ, ਇਵਨਿੰਗ ਪ੍ਰਾਈਮਰੋਜ਼ ਜਾਂ ਫਿਰ ਉਸਦਾ ਸੈਕਿੰਡ ਨਾਮ ਐਨੋਥੇਰਾ ਲਮਾਰਕਿਆਨਾ ਹੋ ਸਕਦਾ। ਤਾਂ ਇਸਨੇ ਮਿਊਟੇਸ਼ਨ ਥਿਊਰੀ ਦੇਈ ਸੀ। ਮਿਊਟੇਸ਼ਨ ਥਿਊਰੀ ਦੇ ਵਿੱਚ ਕੀ ਸੀ, ਕਹਿੰਦੇ ਲਾਰਜ ਡਿਫਰੈਂਸਸ ਜਿਹੜੇ ਸਡਨ ਆ ਜਾਂਦੇ ਆ ਕਿਸੇ ਇੱਕ ਸਪੀਸੀਜ਼ ਦੇ ਵਿੱਚ ਕੀ ਹੈ, ਅਗਰ ਇੱਕ ਸਪੀਸੀਜ਼ ਦੇ ਵਿੱਚ ਕੀ ਹੈ ਲਾਰਜ ਚੇਂਜਸ ਆ ਜਾਂਦੇ ਆ, ਸਡਨ ਲਾਰਜ ਚੇਂਜਸ ਆ ਜਾਣਗੀਆਂ, ਤਾਂ ਉਹ ਕਿਸ ਕਰਕੇ ਆ ਰਹੀਆਂ, ਉਹ ਆ ਰਹੀਆਂ ਕਿ ਲਾਰਜ ਮਿਊਟੇਸ਼ਨ ਹੋਈ ਆ ਉਸਦੇ ਡੀਐਨਏ, ਜਿਹੜਾ ਡੀਐਨਏ ਦੇ ਵਿੱਚ ਕੀ ਹੋ ਗਿਆ, ਡੀਐਨਏ ਦੇ ਕੁਝ ਪੋਰਸ਼ਨ ਜਿਹੜੇ ਆ ਉਹ ਕੀ ਹੋ ਗਿਆ, ਜੈਨੇਟਿਕਲ ਮਟੀਰੀਅਲ ਜਿਹੜਾ ਡੀਐਨਏ ਆ ਉਹਦੇ ਚ ਚੇਂਜ ਆ ਗਈਆਂ। ਜੈਨੇਟਿਕ ਮਟੀਰੀਅਲ ਜਿਹੜਾ ਡੀਐਨਏ ਹੈ ਉਸ ਦੇ ਵਿੱਚ ਕੀ ਹੋਇਆ, ਚੇਂਜਸ ਆ ਗਈਆਂ। ਚੇਂਜਸ ਆਉਣ ਕਰਕੇ ਕੀ ਹੋ ਗਿਆ, ਜੋ ਨੈਕਸਟ ਵਾਲਾ ਕਰੈਕਟਰ ਜਾਂ ਨਿਊ ਵਾਲੇ ਕਰੈਕਟਰ ਬਿਲਡ ਹੋ ਰਿਹਾ ਹੈ, ਨਿਊ ਕਰੈਕਟਰ ਬਿਲਟਅਪ ਹੋ ਰਿਹਾ ਹੈ। ਤਾਂ ਇਸਨੇ ਜੈਨੇਟਿਕਲ ਬੇਸਡ ਤੇ ਥਿਊਰੀ ਦੇਈ ਸੀ ਕਿ ਯੂਜ਼ ਜਾਂ ਡਿਸਯੂਜ਼ ਵਾਲੇ ਜਿਹੜੇ ਆਰਗਨ ਆ ਉਹ ਵੀ ਇਸ ਥਿਊਰੀ ਤੋਂ ਥੋੜੇ ਕਲੈਰੀਫਾਈ ਹੋ ਜਾਣਗੇ। ਔਰ ਸਡਨ ਜਿਹੜਾ ਲਾਰਜ ਚੇਂਜ ਆ ਰਿਹਾ ਉਹ ਕਿਹਦੇ ਬੇਸ ਤੇ ਆਇਆ, ਮਿਊਟੇਸ਼ਨ ਦੇ ਥਰੂ ਆਇਆ। ਔਰ ਜੋ ਚੇਂਜ ਆਇਆ ਉਹ ਨੈਕਸਟ ਜਨਰੇਸ਼ਨ ਦੇ ਵਿੱਚ ਵੀ ਆਪਾਂ ਨੂੰ ਇਨਹੈਰੀਟਡ ਹੋਣਗੇ, ਕਿਉਂਕਿ ਡੀਐਨਏ ਇੱਕ ਤਰ੍ਹਾਂ ਜੈਨੇਟਿਕ ਮਟੀਰੀਅਲ ਹੈ। ਔਰ ਜੋ ਜੈਨੇਟਿਕ ਮਟੀਰੀਅਲ ਦੇ ਵਿੱਚ ਚੇਂਜ ਆਣਗੇ ਉਹ ਕੀ ਹੋਣਗੇ, ਉਹ ਹੈਰੀਟੇਬਲ ਹੈ, ਨੈਕਸਟ ਜਨਰੇਸ਼ਨ ਤੱਕ ਕੀ ਹੋਣਗੇ, ਹੈਰੀਟੇਬਲ ਹੋ ਜਾਣਗੇ, ਨੈਕਸਟ ਜਨਰੇਸ਼ਨ ਵਿੱਚ ਵੀ ਕੀ ਹੋਣਗੇ, ਅਪੀਅਰ ਹੋਣਗੇ। ਇੱਕ ਸਪੀਸੀਜ਼ ਦੇ ਜੋ ਸਡਨ ਲਾਰਜ ਚੇਂਜ ਆਇਆ ਉਹ ਕਿਉਂ ਆਇਆ, ਕਿਉਂਕਿ ਉਹਦੇ ਜੈਨੇਟਿਕਲ ਜਿਹੜਾ ਮਟੀਰੀਅਲ ਹੈ ਡੀਐਨਏ ਉਹਦੇ ਚੇਂਜਸ ਆਈਆਂ, ਔਰ ਉਹਦੇ ਚੇਂਜ ਆਉਣ ਕਰਕੇ ਨਿਊ ਕਰੈਕਟਰ ਬਿਲਡ ਹੋਏ ਹੋਣਗੇ। ਤਾਂ ਔਰ ਜੋ ਨਿਊ ਕਰੈਕਟਰ ਬਿਲਡ ਹੋਣਗੇ ਉਹ ਕਿਤੇ ਜਾਣਗੇ, ਉਹ ਨੈਕਸਟ ਜਨਰੇਸ਼ਨ ਦੇ ਵਿੱਚ ਵੀ ਜਾਣਗੇ। ਔਰ ਜਿਹੜੇ ਡੀਐਨਏ ਆ, addition to a recombination mutation is another phenomena that leads to variation in a DNA। ਇੱਕ ਰਿਕੰਬੀਨੇਸ਼ਨ ਹੈ, ਇਹ ਆਪਾਂ ਚੈਪਟਰ ਕਰਾਂਗੇ ਬਾਇਓਟੈਕਨੋਲੋਜੀ। ਰਿਕੰਬੀਨੇਸ਼ਨ ਦੇ ਵਿੱਚ ਕੀ ਹੁੰਦਾ ਕਿ ਡੀਐਨਏ ਦੇ ਵਿੱਚ ਆਪਾਂ ਖੁਦ ਤੋਂ ਚੇਂਜ ਕਰਦੇ ਹਾਂ। ਅਗਰ ਡੀਐਨਏ ਦਾ ਸਟੈਂਡ ਜਾ ਰਿਹਾ, ਡੀਐਨਏ ਸਟੈਂਡ ਦੇ ਵਿੱਚ ਆਪਾਂ ਕੀ ਕਰਦੇ ਹਾਂ, ਖੁਦ ਤੋਂ ਹੀ ਕੋਈ ਚੇਂਜਸ ਕਰਦੇ ਹਾਂ। ਓਕੇ, ਡੀਐਨਏ ਦੇ ਵਿੱਚ ਖੁਦ ਚੇਂਜਸ ਕਰਦੇ ਆ, ਵਿੱਚੋਂ ਜੋ ਆਪਾਂ ਨੂੰ ਨੀਡ ਵਾਲਾ ਹੈ ਡੀਐਨਏ ਉਹ ਪੋਰਸ਼ਨ ਉਹਨਾਂ ਕੱਟ ਕਰਕੇ ਉਸ ਦੀ ਜਗ੍ਹਾ ਤੇ ਨਿਊ ਵਾਲਾ ਇਨਸਰਟ ਕਰ ਦਿੰਦੇ ਆ।
ਤਾਂ ਉਹ ਕੀ ਹੋਏਗਾ, ਉਸ ਅਕੋਰਡਿੰਗ ਉਹ ਡੀਐਨਏ ਵਰਕ ਕਰਨਾ ਸ਼ੁਰੂ ਕਰ ਦਿੰਦਾ। ਬਹੁਤ ਸਾਰੇ ਤੋਂ ਸੀਡਸ ਵੀ ਇਦਾਂ ਦੇ ਹੀ ਬਣ ਰਹੇ ਅੱਜ ਕੱਲ੍ਹ, ਜੋ ਸੀਡਸ ਨਿਊ ਵਾਲੇ ਕ੍ਰੌਪਸ ਹੈ, ਤਾਂ ਉਸ ਦੇ ਵਿੱਚ ਕੀ ਕਰਿਆ ਜਾਂਦਾ ਕਿ ਉਹਦੇ ਜੈਨੇਟਿਕਲ ਮਟੀਰੀਅਲ ਦੇ ਵਿੱਚ ਜੋ ਹਾਰਮਫੁਲ ਹੈ ਜਾਂ ਸੀਡ ਈਟਿੰਗ ਜਿਹੜੇ ਪੇਸਟ ਹੈਗੇ ਆ, ਤਾਂ ਉਹਨਾਂ ਦੇ ਜੈਨੇਟਿਕਲ ਮਟੀਰੀਅਲ ਨੂੰ ਯੂਜ਼ ਕਰਕੇ ਸੀਡਸ ਨੂੰ ਬਣਾਇਆ ਜਾ ਰਿਹਾ ਕਿ ਜਦੋਂ ਵੀ ਉਹ ਪੇਸਟ ਉਹਨਾਂ ਤੇ ਅਟੈਕ ਕਰਦੇ ਆ ਤਾਂ ਉਹ ਕੀ ਕਰਦੇ ਆ, ਉਸ ਡੀਐਨਏ ਜੋ ਪੋਰਸ਼ਨ ਜਾਏਗਾ ਉਹਨਾਂ ਦੀ ਬੋਡੀ ਦੇ ਅੰਦਰ, ਤਾਂ ਉੱਥੋਂ ਇੱਕ ਇਦਾਂ ਦੇ ਪ੍ਰੋਟੀਨ ਉਹਨਾਂ ਦੇ ਬੋਡੀ ਦੇ ਅੰਦਰ ਫਾਰਮ ਹੁੰਦੀ ਹੈ ਜਿਸ ਨਾਲ ਉਹ ਜਿਹੜੇ ਪੇਸਟ ਹੈ ਉਹ ਆਪਣੇ ਆਪ ਤੋਂ ਹੀ ਖਤਮ ਹੋ ਜਾਂਦੇ ਆ। ਤਾਂ ਇਹ ਜੈਨੇਟਿਕਲ ਮਟੀਰੀਅਲ ਜਿਹੜਾ ਉਸ ਦਾ ਰਿਕੰਬੀਨੇਟ ਕਰਕੇ ਸੀਡਸ ਜਾਂ ਫਿਰ ਇਦਾਂ ਦੇ ਸੀਡ ਜਾਂ ਨਿਊ ਕ੍ਰੌਪਸ ਬਣਾ ਰਹੇ ਆ, ਜੋ ਬਣ ਰਹੀਆਂ ਅੱਜ ਦੇ ਸਮੇਂ ਦੇ ਵਿੱਚ, ਜਿਹੜੇ ਕੀ ਹੈ ਪੇਸਟ ਰੈਜ਼ਿਸਟੈਂਸ ਹੈਗੀਆਂ। ਤਾਂ ਰਿਕੰਬੀਨੇਸ਼ਨ ਦੇ ਟੈਕਨੀਕ ਨੂੰ ਹੀ ਯੂਜ਼ ਕਰ ਰਹੇ। ਲੇਕਿਨ ਮਿਊਟੇਸ਼ਨ ਕੀ ਸਡਨ ਚੇਂਜ ਆ ਰਹੀਆਂ, ਨੈਚੁਰਲੀ ਹੋ ਸਕਦੀਆਂ ਇਹ ਵਾਲੀਆਂ, ਰੇਡੀਏਸ਼ਨ ਕਰਕੇ ਹੋ ਸਕਦੀਆਂ, ਜਾਂ ਫਿਰ ਕਿਸੇ ਹੋਰ ਚੀਜ਼ਾਂ ਨੂੰ ਲੈ ਕੇ ਜਾਂ ਨੀਡਸ ਦੇ ਅਕੋਰਡਿੰਗ ਹੋ ਸਕਦੀਆਂ ਜਿਸ ਪਾਰਟਿਕੂਲਰ ਏਰੀਆਜ਼ ਦੇ। ਤਾਂ ਮਿਊਟੇਸ਼ਨ ਜੋ ਆਉਣਗੀਆਂ ਉਹ ਵੀ ਵੇਰੀਏਸ਼ਨ ਆ ਡੀਐਨਏ, ਲੇਕਿਨ ਜਿਹੜੇ ਕੰਬੀਨੇਸ਼ਨ ਉਹ ਆਪਣੀ ਤਰਫ ਤੋਂ ਕਰਾਇਆ ਜਾਂਦਾ, ਲੇਕਿਨ ਮਿਊਟੇਸ਼ਨ ਜਿਹੜੀਆਂ ਉਹ ਨੈਚੁਰਲੀ ਪ੍ਰੋਸੈਸ ਹੈ ਇੱਕ ਤਰ੍ਹਾਂ ਦਾ। ਤਾਂ ਜੋ ਵੇਰੀਏਸ਼ਨ ਹੈ ਡੀਐਨਏ ਦੇ ਵਿੱਚ ਮਿਊਟੇਸ਼ਨ ਹੈ ਕਿ ਇੱਕ ਡਿਸਕੰਟੀਨਿਊਡ ਸੋਰਸ ਹੈਗਾ ਵੇਰੀਏਸ਼ਨ ਦਾ। ਇਹਦੀ ਡੈਫੀਨੇਸ਼ਨ ਪੁੱਛ ਸਕਦੇ, ਮਿਊਟੇਸ਼ਨ ਕੀ ਹੈ, ਲਾਰਜ ਰੈਂਡਮ ਐਂਡ ਡਾਇਰੈਕਸ਼ਨਲੈਸ ਜਿਹੜੀ ਚੇਂਜ ਆਣਗੀਆਂ, ਕਿਉਂਕਿ ਲਾਰਜ ਹੋਏਗੀ ਜਿਹੜੀ ਮਿਊਟੇਸ਼ਨ ਹੋਏਗੀ, ਥੋੜੀ ਬਹੁਤ ਨਹੀਂ ਹੋਏਗੀ, ਰੈਂਡਮ ਹੋਏਗੀ, ਆਪਾਂ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਕਦੋਂ ਹੋਗੀ ਇਹ ਵਾਲੀ। ਔਰ ਡਾਇਰੈਕਸ਼ਨਲੈਸ ਇਸ ਲਈ ਹੈ ਕਿ ਆਪਾਂ ਨੂੰ ਇਹ ਨਹੀਂ ਪਤਾ ਕਿ ਕਿਸ ਵਾਲੇ ਕਰੈਕਟਰ ਦੀ ਚੇਂਜ ਹੋਈ ਹੈ, ਮਿਊਟੇਸ਼ਨ ਹੋਈ ਹੈ, ਕਿਹੜੇ ਵਾਲਾ ਕਰੈਕਟਰ ਆਪਣੇ ਬੋਡੀ ਦੇ ਵਿੱਚ ਅਪੀਅਰ ਹੋਏਗਾ ਨੈਕਸਟ ਜਨਰੇਸ਼ਨ ਵਿੱਚ, ਜਾਂ ਕਿਹੜੇ ਵਾਲਾ ਨਿਊ ਵਾਲਾ ਆਏਗਾ, ਇਹ ਆਪਾਂ ਨੂੰ ਕੁਝ ਵੀ ਪਤਾ ਨਹੀਂ ਚੱਲਦਾ। ਤਾਂ ਇਹ ਸਾਰੇ ਕਿਹੜੇ ਵਾਲਾ ਹੈ, ਇਹ ਲਾਰਜ ਹੈ, ਰੈਂਡਮ ਹੈ ਔਰ ਡਾਇਰੈਕਸ਼ਨਲੈਸ ਪ੍ਰੋਸੈਸ ਹੈ। ਔਰ ਡਾਰਵਿਨ ਦੀ ਜਿਹੜੀ ਵੇਰੀਏਸ਼ਨ ਸੀ ਉਹ ਤਾਂ ਅਕੋਰਡਿੰਗ ਟੂ এনवायरमेंट ਸੀ ਕਿ ਸਮਾਲ ਐਂਡ ਡਾਇਰੈਕਸ਼ਨਲ ਹੈ, ਕਿ ਕਿਸੇ ਪਾਰਟਿਕੂਲਰ ਡਾਇਰੈਕਸ਼ਨ ਦੇ ਵਿੱਚ ਹੀ ਜਾ ਰਹੀ ਹੈ, ਔਰ ਵੇਰੀਏਸ਼ਨ ਕੀ ਆ ਰਹੀ ਹੈ, ਸਮਾਲ ਆ ਰਹੀ ਹੈ। ਲੇਕਿਨ ਮਿਊਟੇਸ਼ਨ ਇੱਕ ਤਰ੍ਹਾਂ ਲਾਰਜ ਮਿਊਟੇਸ਼ਨ, ਲਾਰਜ ਚੇਂਜ ਹੋਏਗੀ, ਰੈਂਡਮ ਹੋਏਗੀ ਜਿਸ ਦਾ ਪਤਾ ਨਹੀਂ ਹੋਏਗਾ, ਔਰ ਡਾਇਰੈਕਸ਼ਨਲੈਸ ਹੋਏਗੀ ਕਿ ਕਿਹੜੇ ਵਾਲੇ ਕਰੈਕਟਰ ਅਚਾਨਕ ਅਪੀਅਰ ਹੋਣਗੇ ਜਾਂ ਕਿਹੜੇ ਵਾਲੇ ਨਹੀਂ, ਇਸ ਦਾ ਆਪਾਂ ਨੂੰ ਪਤਾ ਨਹੀਂ ਹੈ, ਡਾਇਰੈਕਸ਼ਨਲੈਸ ਹੋਏਗੀ। ਤਾਂ ਨੈਕਸਟ ਹੈ ਐਵੋਲੂਸ਼ਨ ਆਫ ਡਾਰਵਿਨ ਗ੍ਰੈਜੂਅਲ ਸੀ, ਕਿਉਂਕਿ ਐਵੋਲੂਸ਼ਨ ਜਿਹੜਾ ਡਾਰਵਿਨ ਦੇ ਅਕੋਰਡਿੰਗ ਕੀ ਹੋਈ, ਬਹੁਤ ਸਲੋ ਪ੍ਰੋਸੈਸ ਹੈ। ਲੇਕਿਨ ਡਿਵਰਾਈਜ਼ ਜਿਹੜਾ ਸੀ ਉਹਦਾ ਕੀ ਸੀ ਕਿ ਜਿਹੜੇ ਮਿਊਟੇਸ਼ਨ ਕਾਜ਼ਡ ਸਪੈਸੀਏਸ਼ਨ ਐਂਡ ਹੈਂਸ ਕਾਲਡ ਇਟ ਸਾਲਟੇਸ਼ਨ। ਅਗਰ ਸਿੰਗਲ ਸਟੈਪ ਲਾਰਜ ਮਿਊਟੇਸ਼ਨ ਹੋਏਗੀ ਤਾਂ ਉਸਨੂੰ ਕੀ ਕਹਿੰਦੇ, ਸਾਲਟੇਸ਼ਨ। ਡੈਫੀਨੇਸ਼ਨ ਆ ਸਕਦੀ ਹੈ, ਸਾਲਟੇਸ਼ਨ ਕੀ ਹੈ, ਸਾਲਟੇਸ਼ਨ ਸਿੰਗਲ ਸਟੈਪ ਲਾਰਜ ਮਿਊਟੇਸ਼ਨ, ਉਸਨੂੰ ਆਪਾਂ ਕੀ ਕਹਿੰਦੇ ਆ, ਸਾਲਟੇਸ਼ਨ। ਸਿੰਗਲ ਸਟੈਪ ਲਾਰਜ ਮਿਊਟੇਸ਼ਨ ਉਹਨੂੰ ਕੀ ਕਹਿੰਦੇ ਆਪਾਂ, ਸਾਲਟੇਸ਼ਨ। ਤਾਂ ਸਾਲਟੇਸ਼ਨ ਦੇ ਥਰੂ ਕੀ ਹੋ ਸਕਦਾ ਕਿ ਨਿਊ ਵਾਲੀ ਸਪੀਸੀਜ਼ ਵੀ ਫਾਰਮ ਹੋ ਸਕਦੀ, ਕਿਉਂਕਿ ਸਿੰਗਲ ਸਟੈਪ ਲਾਰਜ ਮਿਊਟੇਸ਼ਨ ਆਈ ਹੈ ਤਾਂ ਉਸਦਾ ਜੈਨੇਟਿਕਲ ਮਟੀਰੀਅਲ ਚੇਂਜ ਹੋ ਗਿਆ, ਤਾਂ ਨੈਕਸਟ ਸਪੀਸੀਜ਼ ਵੀ ਫਾਰਮ ਹੋ ਸਕਦੀ ਹੈ ਇੱਕ ਸਪੀਸੀਜ਼ ਤੋਂ। नेक्स्ट है अपने को नेचुरल म्यूटेशन और नॉट वेरी कॉमन एज ए हगो डेवराइज थॉट। ਨੈਚੁਰਲ ਮਿਊਟੇਸ਼ਨ ਜਿਹੜੀਆਂ ਹੈਗੀਆਂ ਉਹ ਕਾਮਨ ਨਹੀਂ ਹੋਣਗੀਆਂ ਜਿੱਦਾਂ ਹਗੋ ਡੇਵਰਾਈਜ਼ ਨੇ ਸੋਚਿਆ ਸੀਗਾ। ਔਰ ਮਿਊਟੇਸ਼ਨ ਕੀ ਹੁੰਦੇ, ਰਿਸੈਸਿਵ ਐਂਡ ਹਾਰਮਫੁਲ। ਜਿਹੜੀਆਂ ਅਗਰ ਮਿਊਟੇਸ਼ਨ ਹੋ ਰਹੀਆਂ ਨੇ, ਦੇਖੋ ਮਿਊਟੇਸ਼ਨ ਜੋ ਹੋਣਗੀਆਂ ਉਹ ਆਪਣੇ ਅਕੋਰਡਿੰਗ ਨਹੀਂ ਹੁੰਦੀਆਂ ਹੈਗੀਆਂ, ਤੇ ਡੀਐਨਏ ਦੇ ਵਿੱਚ ਚੇਂਜਸ ਆਉਣਗੀਆਂ, ਡੀਐਨਏ ਦੇ ਵਿੱਚ ਕੀ ਆਉਣਗੀਆਂ, ਚੇਂਜਸ ਹੋਣਗੀਆਂ। अगर चेंजेस होंगे तो चेंजेस अपने अकॉर्डिंग नहीं होंगे जिदा कोई स्पेसिस चाह रही है, तो चेंजेस की होंगे ये बिल्कुल अनप्रडिक्टेबल होंगे, अनप्रडिक्टेबल होंगे। अनप्रडिक्टेबल की होंगे, हार्मफुल भी हो सकती हैं, हार्मफुल भी होंगे और किहड़ियां होंगियां यूजफुल भी हो सकती हैं। लेकिन मोस्ट ऑफ दी जिहड़ी म्यूटेशन होंदियां वो किहड़ियां होंदियां, अगर आप देखते हैं तो मोस्ट वालियां किहड़ियां होणगियां, मोस्ट वालियां होणगियां हार्मफुल, एंड नाल किहड़ियां होणगियां मोस्ट ऑफ दी जिहड़ियां होणगियां हार्मफुल एंड
रिसेसिव रिसेसिव मोस्ट ऑफ दी ਜਿਹੜੀਆਂ म्यूटेशन ਹੋਣਗੀਆਂ अनप्रडिक्टेबल हार्मफुल एंड रिसेसिव ਹੋਣਗੀਆਂ ਤੇ ਬਾਕੀ ਜਿਹੜੀਆਂ ਹੈਗੀਆਂ while the character taking part in evolution are usually dominant ਉਹ ਜਿਹੜੀਆਂ ਹੋਣਗੀਆਂ म्यूटेशन नॉर्मली रिसेसिव ਹੋਣਗੀਆਂ ਲੇਕਿਨ ਜਿਹੜੀ ਐਵੋਲੂਸ਼ਨ ਦੇ ਵਿੱਚ ਪਾਰਟ ਲੈ ਰਹੀਆਂ ਹੋਣਗੀਆਂ ਉਹ ਡੋਮੀਨੈਂਟ ਐਂਡ ਕਿਹੜੀਆਂ ਵਾਲੀਆਂ ਹੋਣਗੀਆਂ ਯੂਜ਼ਫੁਲ ਹੋਣਗੀਆਂ ਦੂਸਰੇ ਵਾਲੀ ਜਿਹੜੀਆਂ ਹੋਣਗੀਆਂ ਹਾਰਮਫੁਲ ਵਾਲੀਆਂ ਉਹ ਤਾਂ ਸਪੀਸੀਜ਼ ਕੀ ਹੋ ਜਾਏਗੀ ਖਤਮ ਹੀ ਹੋ ਜਾਏਗੀ ਲਿਮਿਨੇਟ ਹੋ ਜਾਏਗੀ क्योंकि अगर हार्मफुल है तो स्पेसीज की कर पाएगी सर्वाइव ही नहीं कर पाएगी डू नॉट सर्वाइव और जो यूजफुल होंगे यूजफुल की है अकॉर्डिंग टू एवोल्यूशन के अकॉर्डिंग हुई होंगे तो वो वाली स्पेसीज की होएगी अगे वाली स्पेसीज की कर पाएगी सर्वाइव कर पाएगी तो ਜਿਹੜੀ ਹਾਰਮਫੁਲ ਹੋਣਗੀਆਂ ਉਹ ਲੀਥਲ ਹੋਣਗੀਆਂ ਉਹ ਕੀ ਹੋ ਜਾਣਗੀਆਂ ਉਹ ਨੇਚਰ ਦੁਆਰਾ ਸਿਲੈਕਟ ਨਹੀਂ ਕਰੀਆਂ ਜਾਣਗੀਆਂ ਤਾਂ ਉਹ ਵਾਲੀ ਸਪੀਸੀਜ਼ ਜਾਂ ਉਹ ਵਾਲੇ ਪਾਰਟਿਕੂਲਰ ਜਿਹੜੇ ਹੋਣਗੇ ਨੈਕਸਟ ਵਾਲੀ ਜਨਰੇਸ਼ਨ ਉਹ ਖਤਮ ਹੋ ਜਾਏਗੀ ਲੇਕਿਨ ਜਿਨ੍ਹਾਂ ਦੇ ਯੂਜ਼ਫੁਲ ਜਸਟ ਹੋਣਗੇ ਮਿਊਟੇਸ਼ਨ और वो स्पेसिस की होएगी बेटर सर्वाइव कर पाएगी और नेचर भी उन्होंने की करेगी नेचर भी उन्होंने सिलेक्ट करेगी दिस विल बी सिलेक्टेड बाय नेचर ऐसे हागो डेवराइज द जो कॉन्सेप्ट से यूजफुल म्यूटेशन सिलेक्टेड बाय नेचर नेचुरल सिलेक्शन वाइल लीथल एंड हार्मफुल म्यूटेशन आर एलिमिनेटेड जो एलिमिनेट हो जाएंगे जड़ियां हार्मफुल होंगे तो नेक्स्ट थ्योरी अपने को आई है न्यू डार्विनिज्म ਜਾਂ ਮੋਡਰਨ ਸਿੰਥੈਟਿਕ ਥਿਊਰੀ ਪਹਿਲਾਂ ਜੋ ਡਾਰਵਿਨ ਨੇ ਥਿਊਰੀ ਦੇ ਸੀ ਉਹ ਵੇਰੀਏਸ਼ਨ ਦੇ ਬੇਸਡ ਤੇ ਸੀ ਜਦੋਂ ਤੱਕ ਮਿਊਟੇਸ਼ਨ ਦਾ ਪਤਾ ਨਹੀਂ ਸੀ ਨੈਕਸਟ ਨਿਊ ਡਾਰਵਿਨਿਜ਼ਮ ਐਂਡ ਮੋਡਰਨ ਸਿੰਥੈਟਿਕ ਥਿਊਰੀ ਆਈ ਇਹ ਕਿੰਨੇ ਕਿੰਨੇ ਦੇ ਸੀ ਡੁਬਜੈਂਸਕੀ ਫਿਸ਼ਰ ਹੈਲਡਨ ਇਹ ਬਹੁਤ ਸਾਰੇ ਜਿਹੜੇ ਦੇ ਰੱਖੇ ਆਪਾਂ ਨੂੰ ਸਟੈਬਿਨ ਮੇਨ ਇਹਨਾਂ ਦੇ ਵਿੱਚ ਦੇਖਣਾ ਸਟੈਬਿਨ ਹੈਲਡਨ ਫਿਸ਼ਰ ਇਹਨਾਂ ਨਾਮ ਯਾਦ ਰੱਖ ਲਿਓ ਕਿ ਨਿਊ डार्विनिज्म ਜਿਹੜੀ ਜਾਂ मॉडर्न सिंथेटिक थ्योरी आई है कौन कौन सी और एक नाम जो बुक्स आ रही हैं जिदा स्टैबिन डिस्कस द थ्योरी ऑफ इन हिज बुक ਕਿਹੜੀ ਵਾਲੀ प्रोसेस ऑफ ऑर्गेनिक एवोल्यूशन स्टैबिन ਦੇ ਹੈਗੀ प्रोसेस ऑफ ऑर्गेनिक एवोल्यूशन एक ਅੱਗੇ ਓਪੈਰਨ ਦੇ ਕਰਕੇ ਆਏ ਸੀ ਉਹ ਕੀ ਸੀ origin of evolution origin of evolution ਕਿਹਦੀ ਬੁੱਕ ਸੀ ਓਪੈਰਨ ਦੀ ਸੀ ਐਦਾਂ ਇੱਕ ਡਾਰਵਿਨ ਨੇ ਵੀ ਦੇਈ ਸੀ ਬੁੱਕ ਕਿਹੜੀ ਵਾਲੀ ਸੀ ਡਾਰਵਿਨ ਦੀ origin of species ਐਦਾਂ ਹੀ ਇਹਦੀ ਜਿਹੜੀ ਪ੍ਰੋਸੈਸ ਆਰਗੈਨਿਕ ਐਵੋਲੂਸ਼ਨ ਇਹ ਸਾਰੀਆਂ ਬੁੱਕਸ ਜਿਹੜੀਆਂ ਇੰਪੋਰਟੈਂਟ ਹੈ ਡਾਰਵਿਨ ਦੀ ਪੁੱਛ ਸਕਦੇ ਹੋ ਪੈਰਨ ਦੀ ਪੁੱਛ ਸਕਦੇ ਹੋ ਇੱਥੇ ਸਟੈਬਿਨ ਦੀ ਆ ਗਈ ਬੁੱਕ ਕਿਹੜੇ ਵਾਲੀ ਹੈ ਪ੍ਰੋਸੈਸ ਆਫ ਆਰਗੈਨਿਕ ਐਵੋਲੂਸ਼ਨ ਜੋ ਨਿਊ ਥਿਊਰੀ ਆਈ ਹੈ ਨਿਊ ਡਾਰਵਿਨਿਜ਼ਮ ਜਾਂ ਮਾਡਰਨ ਸਿੰਥੈਟਿਕ ਥਿਊਰੀ ਇਹ ਕਿਹਦੇ ਫੈਕਟਰ ਜਿਹੜੇ ਹੈਗੇ ਸੀ ਰਿਸਪੌਂਸਿਬਲ ਸੀ ਐਵੋਲੂਸ਼ਨ ਲਈ जीन एंड क्रोमोसोमल म्यूटेशन नेक्स्ट है जीन रिकॉम्बिनेशन हाइब्रिडाइजेशन जीन माइग्रेशन जेनेटिक ड्रिफ्ट नेचुरल सिलेक्शन रिप्रोडक्टिव आइसोलेशन इत्थों एक क्वेश्चन लास्ट टाइम पेपर जो 41 मास्टर कैडर ਉਹਦੇ ਵਿੱਚ ਆਇਆ ਸੀ ਇਸ ਚੈਪਟਰ ਵਿੱਚੋਂ 3 ਮਾਰਕਸ ਦਾ ਜਿਹੜਾ ਕੰਮ ਆਏਗਾ ਹੀ ਆਏਗਾ 3 ਮਾਰਕਸ ਦੇ ਵਿੱਚ ਸਭ ਤੋਂ ਪਹਿਲਾਂ ਜੋ ਆਪਾਂ ਆਰਗੈਨਿਕ ਐਂਡ ਕੈਮੀਕਲ ਐਵੋਲੂਸ਼ਨ ਕਰਕੇ ਆਏ ਆ 1 ਮਾਰਕਸ ਉਸ ਤੋਂ ਪਿੱਛੇ ਵਾਲਾ ਔਰ ਜਿਹੜੇ ਥਿਊਰੀਆਂ ਕਰ ਰਹੇ ਆਪਾਂ ਅਨਮਾਰਕਿਜ਼ਮ ਹੋ ਗਏ ਡਾਰਵਿਨ ਹੋ ਗਈ ਵੇਜ਼ਮੈਨ ਇਹ ਸਾਰੇ ਇਹਨਾਂ ਦੀ ਥਿਊਰੀ ਵਿੱਚ ਵੀ 1 ਨੰਬਰ ਦਾ ਔਰ 1 ਮਾਰਕਸ ਜਿਹੜਾ ਹੈ ਜੋ ਹਿਊਮਨ ਦੀ ਐਵੋਲੂਸ਼ਨ ਹੈ ਉਹਦੇ ਚੋਂ ਆਏਗਾ 3 ਕੁਐਸਚਨ ਇਸ ਜੋ ਆਪਾਂ ਚੈਪਟਰ ਕਰ ਰਹੇ ਆ ਇੱਥੋਂ ਆਣਗੇ ਹੀ ਆਣਗੇ ਆਲਮੋਸਟ ਆਉਂਦੇ ਹੀ ਰਹੇ ਆ ਤਾਂ ਜੀਨ ਐਂਡ ਕ੍ਰੋਮੋਸੋਮਲ ਮਿਊਟੇਸ਼ਨ ਜੀਨ ਜਾਂ ਕ੍ਰੋਮੋਸੋਮ ਦੇ ਵਿੱਚ ਮਿਊਟੇਸ਼ਨ ਹੋਏ ਤਾਂ ਉਸ ਕਰਕੇ ਉਹ ਵੀ ਕਿ ਰਿਸਪੌਂਸਿਬਲ ਐਵੋਲੂਸ਼ਨ ਲਈ ਜੀਨ ਰਿਕੰਬੀਨੇਸ਼ਨ ਵਿੱਚ ਵੀ ਕਿ ਇੱਕ ਜੀਨ ਦੇ ਨਾਲ ਕੋਈ ਚੀਜ਼ ਐਦਾਂ ਦੀ ਜੀਨ ਐਕਸਟਰਾ ਜੀਨ ਅਟੈਚ ਹੋ ਗਈ ਜਾਂ ਵਿੱਚੋਂ ਜੀਨ ਮਿਸ ਹੋ ਗਈ ਹੈ ਤਾਂ ਉਹ ਕਿਹਦੇ ਚ ਆ ਜਾਏਗੀ ਜੀਨ ਰਿਕੰਬੀਨੇਸ਼ਨ ਹਾਈਬ੍ਰਿਡਾਈਜੇਸ਼ਨ ਦਾ ਆਪਾਂ ਨੂੰ ਪਤਾ ਹੀ ਹੈ ਕਿ ਸਿਮਿਲਰ ਸਪੀਸੀਜ਼ ਦੇ ਅਗਰ ਇੱਕ ਜਾਂ ਦੋ ਕਰੈਕਟਰ ਜਿਹੜੇ ਆ अगर उसको मिक्स कर दिता जाए तो की होएगा हाइब्रिडाइजेशन हो जाएगी स्पीसीज सेम लैनी है लेकिन उन्होंने करैक्टर जो
ਜਿਹੜੇ ਆ ਉਸ ਨੂੰ ਕੀ ਕਰਾਉਣਾ ਆਪਾਂ ਮਿਕਸ ਕਰਾ ਦੇਣਾ, ਕ੍ਰੋਸਿੰਗ ਕਰਾ ਦੇਣੀ ਆ ਦੋ ਕਰੈਕਟਰ ਦੀ ਸਿਮਿਲਰ ਸਪੇਸਿਸ ਦੇ ਵਿੱਚ, ਤਾਂ ਉਹ ਹੈਬਿਟਾਈਜੇਸ਼ਨ ਹੋ ਜਾਏਗੀ। ਜੀਨ ਮਾਈਗ੍ਰੇਸ਼ਨ, ਇਹ ਆਪਾਂ ਸਾਰੀਆਂ ਡੈਫੀਨੇਸ਼ਨ ਦੇਖਾਂਗੇ ਔਰ ਇਸ ਡੈਫੀਨੇਸ਼ਨ ਤੋਂ ਹੀ ਇੱਕ ਨੰਬਰ ਦਾ ਕੰਮ ਆ ਸਕਦਾ ਕਿ ਜੀਨ ਡ੍ਰਿਫਟ ਕੀ ਹੈ, ਨੈਚੁਰਲ ਸਿਲੈਕਸ਼ਨ। ਸਭ ਤੋਂ ਪਹਿਲਾਂ ਮੋਟੇਸ਼ਨ ਦੇਖਦੇ ਹਾਂ। ਮੋਟੇਸ਼ਨ ਦੇ ਵਿੱਚ ਕਿਹੜੇ ਵਾਲੀ ਹੈ, ਡਿਸਕੰਟੀਨਿਊਸ ਅਲਟੀਮੇਟ ਸੋਰਸ ਆਫ ਵੇਰੀਏਸ਼ਨ। ਤਾਂ ਔਰ ਮੋਟੇਸ਼ਨ ਦੇ ਵਿੱਚ ਕਿਹੜੇ ਵਾਲੀ ਸੀ, ਉਹ ਚੀਜ਼ ਯਾਦ ਰੱਖਣੀ ਹੈ, ਰੈਂਡਮ ਹੈ ਇੱਕ ਤਰ੍ਹਾਂ, ਲਾਰਜ ਹੋਏਗੀ, ਔਰ ਇੱਕ ਕਿਹੜੇ ਵਾਲੀ ਹੋਏਗੀ, ਇਹ ਵਾਲੀ ਡਾਇਰੈਕਸ਼ਨ ਲੈਸ ਹੁੰਦੀ ਹੈ, ਡਾਇਰੈਕਸ਼ਨ ਲੈਸ। ਤਾਂ ਇਹ ਜਿਹੜੀ ਵੇਰੀਏਸ਼ਨ ਹੋਏਗੀ ਇਹਨੂੰ ਆਪਾਂ ਕੀ ਕਹਿੰਦੇ ਆ, ਮਿਊਟੇਸ਼ਨ ਕਹਿੰਦੇ ਆ। ਤਾਂ ਅੱਗੇ ਜੀਨੋਮੈਟਿਕ ਮਿਊਟੇਸ਼ਨ। ਜੀਨੋਮੈਟਿਕ ਮਿਊਟੇਸ਼ਨ ਦੇ ਵਿੱਚ ਕੀ ਹੈ, ਚੇਂਜ ਇਨ ਨੰਬਰ ਆਫ ਕ੍ਰੋਮੋਸੋਮ। ਜਿੱਦਾਂ ਹਿਊਮਨ ਦੇ ਵਿੱਚ ਜਿਹੜੇ ਹੈਗੇ 46 ਹੁੰਦੇ ਆ ਨੰਬਰ ਆਫ ਕ੍ਰੋਮੋਸੋਮ, 23 ਪੇਅਰ ਹੁੰਦੇ ਆ। ਤਾਂ ਉਸ ਤਰ੍ਹਾਂ ਕੀ ਹੈ, ਨੰਬਰ ਆਫ ਕ੍ਰੋਮੋਸੋਮ ਅਗਰ ਚੇਂਜ ਹੋ ਜਾਏ ਤਾਂ ਉਹ ਵਾਲੀ ਜਿਹੜੀ ਹੋਏਗੀ ਜੀਨੋਮੈਟਿਕ ਮਿਊਟੇਸ਼ਨ। ਕਿਸੇ ਸਪੇਸਿਸ ਦੇ ਵਿੱਚ ਅਗਰ ਜੀਨ ਚੇਂਜ, ਨੰਬਰ ਆਫ ਕ੍ਰੋਮੋਸੋਮ ਚੇਂਜ ਹੋ ਰਿਹਾ ਤੇ ਨਿਊ ਸਪੇਸਿਸ ਫਾਰਮ ਹੋ ਰਹੀ ਹੈ, ਇਟ ਮੀਨਸ ਉਹ ਕਿਹੜੇ ਵਾਲੇ ਚ ਜਾਏਗੀ, ਜੀਨੋਮੈਟਿਕ ਮਿਊਟੇਸ਼ਨ ਦੇ ਵਿੱਚ। ਕ੍ਰੋਮੋਸੋਮਲ ਐਬੀਰੇਸ਼ਨ, ਐਬੀਰੇਸ਼ਨ ਲੈ ਕੇ ਆਪਾਂ ਕਰਦੇ ਹਾਂ ਸਾਈਜ਼ ਨੂੰ, ਉਹਦੇ ਸਟਰਕਚਰ ਨੂੰ ਲੈ ਕੇ ਕਰਦੇ ਹਾਂ। ਐਬੀਰੇਸ਼ਨ ਕਦੋਂ ਹੋਏਗੀ, ਸਟਰਕਚਰ ਨੂੰ ਲੈ ਕੇ। ਅਗਰ ਕਿਸੇ ਕ੍ਰੋਮੋਸੋਮ ਦਾ ਸਟਰਕਚਰ ਚੇਂਜ ਹੋ ਰਿਹਾ ਹੈ, ਜਿੱਦਾਂ ਹਿਊਮਨ ਦੇ ਵਿੱਚ 46 ਹੈ ਤੇ ਹਰੇਕ ਕ੍ਰੋਮੋਸੋਮ ਦੇ ਜਿਹੜੇ ਆ ਸਟਰਕਚਰ ਡਿਫਾਈਨ ਹੈ, ਠੀਕ। ਅਗਰ ਕ੍ਰੋਮੋਸੋਮ ਦੀ ਸਟਰਕਚਰ ਚੇਂਜ ਹੋ ਰਹੀ ਹੈ, ਕਿਸੇ ਤਰ੍ਹਾਂ ਦੀ ਇੱਕ ਐਂਡ ਛੋਟਾ ਰਹਿ ਰਿਹਾ ਜਾਂ ਇੱਕ ਵੱਡਾ ਰਹਿ ਰਿਹਾ, ਠੀਕ, ਤਾਂ ਉਸ ਅਕੋਰਡਿੰਗ ਕੀ ਹੈ, ਉਹ ਉਸ ਤਰ੍ਹਾਂ ਦੀ ਜਿਹੜੀ ਮਿਊਟੇਸ਼ਨ ਹੋਏਗੀ, ਉਸ ਟਾਈਪ ਦੀ ਮਿਊਟੇਸ਼ਨ ਆਏਗੀ ਕ੍ਰੋਮੋਸੋਮਲ ਐਬੀਰੇਸ਼ਨ ਦੇ ਵਿੱਚ। ਜੀਨ ਮਿਊਟੇਸ਼ਨ ਦੇ ਵਿੱਚ ਕੀ ਹੈ, ਚੇਂਜ ਇਨ ਨਿਊਕਲੀਓਟਾਈਡ। ਅਗਰ ਇੱਕ ਸਿੰਪਲ ਵੇ ਨਾਲ ਗੱਲ ਕਰਦੇ ਸਭ ਤੋਂ ਪਹਿਲਾਂ ਕੀ ਆਏਗਾ, ਨਿਊਕਲੀਓਸਾਈਡ। ਨਿਊਕਲੀਓਸਾਈਡ, ਨਿਊਕਲੀਓਸਾਈਡ ਦੇ ਨਾਲ ਜਦੋਂ ਆਪਣੇ ਕੋਲ ਕੀ ਹੋਏਗਾ, ਫੋਸਫੋਰਿਕ ਐਸਿਡ ਐਡ ਹੋ ਜਾਂਦਾ, ਫੋਸਫੋਰਿਕ ਐਸਿਡ ਐਡ ਹੁੰਦਾ, ਨਿਊਕਲੀਓਟਾਈਡ ਬਣ ਜਾਂਦੇ ਆ। ਕੀ ਬਣੇਗਾ, ਨਿਊਕਲੀਓਟਾਈਡ। ਹੁਣ ਨਿਊਕਲੀਓਟਾਈਡ ਬਹੁਤ ਸਾਰੇ ਮਿਲ ਕੇ ਕੀ ਬਣਾਉਣਗੇ, ਬਹੁਤ ਸਾਰੇ ਨਿਊਕਲੀਓਟਾਈਡ ਮਿਲ ਕੇ ਬਣਾਉਣਗੇ ਜੀਨ। ਹੁਣ ਜੀਨ ਦੇ ਵਿੱਚ ਜਿਹੜਾ ਨਿਊਕਲੀਓਟਾਈਡ ਆ, ਅਗਰ ਇਹ ਨਿਊਕਲੀਓਟਾਈਡ ਦੇ ਵਿੱਚ ਥੋੜੀ ਬਹੁਤ ਚੇਂਜ ਆਏਗੀ ਤਾਂ ਉਹ ਕਿਤੇ ਵਿੱਚ ਚਲੀ ਜਾਏਗੀ ਜੀਨ ਮਿਊਟੇਸ਼ਨ ਦੇ ਵਿੱਚ, ਕਿਉਂਕਿ ਜੀਨ ਦੀ ਜਿਹੜੀ ਸਟਰਕਚਰ ਉਹ ਚੇਂਜ ਹੋ ਰਹੀ ਹੈ। ਜੀਨ ਦੇ ਵਿੱਚ ਜਿਹੜੇ ਨਿਊਕਲੀਓਟਾਈਡ ਦੀ ਸੀਕੁਐਂਸ ਹੈ, ਜੀਨ ਦੇ ਵਿੱਚ ਨਿਊਕਲੀਓਟਾਈਡ ਦੀ ਸੀਕੁਐਂਸ ਦੇ ਅਕੋਰਡਿੰਗ ਹੀ ਕੀ ਹੋਣਾ, ਆਪਣੇ ਕੋਲੋਂ ਬੋਡੀ ਕਿਸ ਚੀਜ਼ ਕਿਸ ਟਾਈਪ ਦੀ ਪ੍ਰੋਟੀਨ ਫਾਰਮ ਕਰੇਗੀ, ਕਿਸ ਟਾਈਪ ਦਾ ਐਂਜ਼ਾਈਮ ਫਾਰਮ ਹੋਏਗਾ, ਉਹ ਜੀਨ ਤੇ ਹੀ ਡਿਪੈਂਡ ਕਰਦਾ। ਜੀਨ ਦੀ ਜੋ ਨਿਊਕਲੀਓਟਾਈਡ ਦੀ ਸੀਕੁਐਂਸ ਹੈ ਉਸ ਅਕੋਰਡਿੰਗ ਹੀ ਆਪਣੀ ਬੋਡੀ ਹਰ ਇੱਕ ਤਰ੍ਹਾਂ ਦੀ ਪ੍ਰੋਸੈਸ ਕਰਦੀ ਹੈ। ਅਗਰ ਜੀਨ ਦੇ ਵਿੱਚ ਨਿਊਕਲੀਓਟਾਈਡ ਦੀ, ਅਗਰ ਹਾਈਟ ਵਾਲੀ ਜੀਨ ਹੈ ਉਸ ਦੇ ਵਿੱਚ ਨਿਊਕਲੀਓਟਾਈਡ ਦੇ ਜਿੱਦਾਂ ਦੀ ਸੀਕੁਐਂਸ ਹੋਏਗੀ ਉਸ ਅਕੋਰਡਿੰਗ ਹੀ ਹਾਈਟ ਬਿਲਡਅਪ ਹੋਏਗੀ। ਅਗਰ ਹਾਈਟ ਵਾਲੀ ਨਿਊਕਲੀਓਟਾਈਡ ਦੇ ਵਿੱਚ ਕੋਈ ਚੇਂਜ ਹੋ ਗਈ, ਮਿਊਟੇਸ਼ਨ ਹੋ ਗਈ, ਤਾਂ ਉਸ ਅਕੋਰਡਿੰਗ ਹਾਈਟ ਵੀ ਆਪਣੇ ਉਸ ਤਰ੍ਹਾਂ ਹਾਈਟ ਵੀ ਚੇਂਜ ਹੋਏਗੀ। ਤੇ ਜੀਨ ਦੇ ਵਿੱਚ ਨਿਊਕਲੀਓਟਾਈਡ ਦੇ ਵਿੱਚ ਅਗਰ ਚੇਂਜਸ ਆਉਂਦੀਆਂ ਤਾਂ ਉਹ ਕਿਤੇ ਚਾਹੇਗੀ ਜੀਨ ਮਿਊਟੇਸ਼ਨ ਦੇ ਵਿੱਚ ਆਏਗੀ। ਨੈਕਸਟ ਆਪਣੇ ਕੋਲ ਨੈਕਸਟ ਹੈ ਜੀਨ ਰਿਕੰਬੀਨੇਸ਼ਨ। ਜੀਨ ਰਿਕੰਬੀਨੇਸ਼ਨ ਦੇ ਵਿੱਚ ਆਪਾਂ ਕੀ ਕਰਾਂਗੇ, ਜੀਨ ਰਿਕੰਬੀਨੇਸ਼ਨ। There new combination of a gene ਜਾਂ ਫਿਰ allele which are usually caused by a crossing over. crossing over ਆਪਾਂ ਚੈਪਟਰ ਦੇ ਵਿੱਚ ਕਰਕੇ ਆਏ ਹਾਂ ਆਲਰੇਡੀ। crossing over ਆਪਾਂ ਕਰੀ ਸੀ, crossing over ਕਿੱਦਾਂ ਕਰ ਰਹੇ ਸੀ ਆਪਾਂ, ਅਗਰ ਆਪਣੇ ਕੋਲ ਕ੍ਰੋਮੋਸੋਮ ਹੁੰਦੇ ਸੀ ਤਾਂ ਆਪਾਂ ਕੀ ਕਰਦੇ ਸੀ, ਆ ਹੁੰਦੀ ਸੀ ਕ੍ਰੋਸਿੰਗ ਓਵਰ। ਇੱਥੇ ਜੀਨ ਦਾ ਕੀ ਹੋ ਰਿਹਾ ਹੁੰਦਾ ਸੀ, ਚੇਂਜ ਹੋ ਰਿਹਾ ਹੁੰਦਾ ਸੀ, ਇੱਕ ਕ੍ਰੋਮੋਸੋਮ ਤੋਂ ਚੇਂਜ ਹੋ ਰਹੀ ਸੀ ਜੀਨ। ਇੱਕ ਜੀਨ ਕੀ ਹੋ ਸਕਦੀ ਹੈ, ਇੱਕ ਅਗਰ ਇੱਕ ਨੰਬਰ ਕ੍ਰੋਮੋਸੋਮ ਆ 2 ਨੰਬਰ ਆਲਾ, ਅਗਰ ਇੱਕ ਵਾਲੇ ਦੀ ਜੀਨ 2 ਤੇ ਜਾ ਰਹੀ ਹੈ, 2 ਵਾਲੇ ਦੀ ਕਿਤੇ ਜਾ ਰਹੀ ਹੈ, 1 ਤੇ ਜਾ ਰਹੀ ਹੈ, ਤਾਂ ਇਹਦੇ ਨਾਲ ਕੀ ਹੋ ਰਹੀ ਹੈ, ਆਪਣੇ ਕੋਲ ਰਿਕੰਬੀਨੇਸ਼ਨ ਬਣ ਰਿਹਾ ਹੈ। ਆਪਾਂ ਆਲਰੇਡੀ ਕਰਿਆ ਸੀ ਰਿਕੰਬੀਨੇਸ਼ਨ, ਤੇ ਰਿਕੰਬੀਨੇਸ਼ਨ ਕਿੱਦਾਂ ਤੇ ਹੋ ਰਿਹਾ, ਆ ਰਿਕੰਬੀਨੇਟ ਹੀ ਬਣ ਰਿਹਾ। ਆਪਾਂ ਉਦੋਂ ਕਰਦੇ ਸੀ ਕਿ ਰਿਕੰਬੀਨੇਟ ਡੀਐਨਏ ਹੋ ਗਿਆ, ਜਾਂ ਰਿਕੰਬੀਨੇਸ਼ਨ ਫਾਰਮ ਹੁੰਦੇ ਸੀ ਜਦੋਂ ਟੈਟਰਾਡ ਦੀ ਕੰਡੀਸ਼ਨ ਬਣਦੀ ਸੀ, ਜਦੋਂ ਆਪਾਂ ਮਿਓਸਿਸ ਕਰ ਰਹੇ ਸੀ। ਮਿਓਸਿਸ ਦੇ ਵਿੱਚ ਆਪਾਂ ਰਿਕੰਬੀਨੇਸ਼ਨ ਆਲਰੇਡੀ ਕਰਕੇ ਆਏ ਹਾਂ।
ਤਾਂ ਦੇਖੋ ਇਹਦੇ 'ਚ ਜਿਹੜੇ ਰਿਕੰਬੀਨੇਸ਼ਨ ਬਣ ਰਹੇ ਜੀਨ ਦੇ, ਤਾਂ ਕਿਹਦੇ ਕਰਕੇ ਹੋ ਰਿਹਾ? ਕ੍ਰੋਸਿੰਗ ਓਵਰ ਕਰਕੇ ਹੋ ਰਿਹਾ। तो क्रॉसिंग ओवर ਲਈ ਜੋ ਵੀ ਚੀਜ਼ ਹੋ ਰਹੀ ਹੈ ਉਹ ਕੀ ਫਾਰਮ ਕਰੇਗੀ? ਜੀਨ ਰਿਕੰਬੀਨੇਸ਼ਨ ਬਣ ਜਾਏਗਾ ਕਿ ਪਾਰਟਿਕੂਲਰ ਜੀਨ ਇੱਕ ਕ੍ਰੋਮੋਸੋਮ ਤੋਂ ਦੂਸਰੇ ਤੇ ਜਾ ਰਹੀ ਹੈ ਔਰ ਦੂਜੇ ਕ੍ਰੋਮੋਸੋਮ ਤੋਂ ਅਦਰ ਵਾਲੇ ਤੇ ਜਾ ਰਹੀ ਹੈ, ਤਾਂ ਇਹ ਕੀ ਬਣ ਰਿਹਾ ਆਪਣੇ ਕੋਲ? ਜੀਨ ਰਿਕੰਬੀਨੇਸ਼ਨ ਹੋ ਰਿਹਾ। ਤਾਂ ਨੈਕਸਟ ਹੈ ਹਾਈਬ੍ਰਿਡਾਈਜੇਸ਼ਨ। ਇਹ ਵੀ ਇੱਕ ਤਰ੍ਹਾਂ ਕ੍ਰੋਸਿੰਗ ਓਵਰ ਦੀ ਹੀ ਇੱਕ ਟਾਈਪ ਹੈ ਜਿਹਦੇ ਵਿੱਚ ਕੀ ਹੋ ਰਿਹਾ ਆਪਣੇ ਕੋਲ? ਟ੍ਰੇਟਸ ਕੀ ਹੋ ਰਿਹਾ? ਇੱਕ ਤੋਂ ਜ਼ਿਆਦਾਤਰ ਦਾ ਟ੍ਰੇਟ ਹਾਈਬ੍ਰਿਡਾਈਜੇਸ਼ਨ ਵੀ ਇੱਕ ਕ੍ਰੋਸਿੰਗ ਓਵਰ ਦੀ ਹੀ ਟਾਈਪ ਹੈ ਜਿਸ ਦੇ ਜੈਨੇਟਿਕਲ ਜਿਹੜਾ ਹੈ ਜਦ ਵਨ ਜਾਂ ਫਿਰ ਮੋਰ ਦੈਨ ਵਨ ਟ੍ਰੇਟ ਨੂੰ ਕੀ ਕਰਿਆ ਜਾਂਦਾ? ਆਪਾਂ ਕ੍ਰੋਸਿੰਗ ਓਵਰ ਕਰਾ ਕੇ ਪ੍ਰੋਡਿਊਸ ਕਰਾ ਰਹੇ ਹਾਂ। ਦੋ ਟ੍ਰੇਟਸ ਨੂੰ ਅਗਰ ਮਿਕਸ ਕਰਾ ਰਹੇ ਹਾਂ ਮੋਰ ਦੈਨ ਵਨ ਟ੍ਰੇਟ, ਅਗਰ ਮੋਰ ਦੈਨ ਵਨ ਟ੍ਰੇਟ ਨੂੰ ਅਗਰ ਆਪਾਂ ਮਿਕਸ ਅਪ ਕਰਾ ਰਹੇ ਹਾਂ ਜਾਂ ਕ੍ਰੋਸਿੰਗ ਓਵਰ ਕਰਾ ਰਹੇ ਹਾਂ ਤਾਂ ਉਸ ਤੋਂ ਜੋ ਰਿਜ਼ਲਟ ਆਏਗਾ ਉਹ ਕਿਹੜੇ ਵਾਲਾ ਹੋਏਗਾ? ਉਹ ਹਾਈਬ੍ਰਿਡਾਈਜੇਸ਼ਨ ਦਾ ਹੋਏਗਾ। ਤਾਂ ਇਹ ਸੀ ਹਾਈਬ੍ਰਿਡਾਈਜੇਸ਼ਨ। ਨੈਕਸਟ ਆਪਣੇ ਕੋਲ ਜੀਨ ਮਾਈਗ੍ਰੇਸ਼ਨ। ਜੀਨ ਮਾਈਗ੍ਰੇਸ਼ਨ ਦੇ ਵਿੱਚ ਦੇਖੋ ਬਹੁਤ ਜ਼ਿਆਦਾ, ਜਾਂ ਜੀਨ ਫਲੋ ਕੀ ਹੈ, ਜੀਨ ਮਾਈਗ੍ਰੇਸ਼ਨ ਕੀ ਹੈ? ਇੱਕ ਪਾਰਟਿਕੂਲਰ ਪੋਪੂਲੇਸ਼ਨ ਜਿਹੜੀ ਹੈ ਉਹ ਪੋਪੂਲੇਸ਼ਨ ਕੀ ਕਰ ਰਹੀ ਹੈ? ਮਾਈਗ੍ਰੇਟ ਕਰ ਗਈ ਹੈ। ਪੋਪੂਲੇਸ਼ਨ ਸੈਕਸ਼ਨ ਜਿਹੜਾ ਹੈ ਉਹ ਪੋਪੂਲੇਸ਼ਨ ਸੈਕਸ਼ਨ ਕੀ ਹੋ ਗਿਆ? ਉਹ ਮਾਈਗ੍ਰੇਟ ਕਰ ਗਿਆ ਇੱਕ ਕਿਸੇ ਪਾਰਟਿਕੂਲਰ ਏਰੀਆ ਦੇ ਵਿੱਚ, ਔਰ ਉਹ ਏਰੀਆ ਕੀ ਹੈ? ਆਈਸੋਲੇਟ ਹੈ। आइसोलेट है, माइग्रेट टू आइसोलेट एरिया। अगर आइसोलेट एरिया च गया है तो उत्थे की होएगा? ये तो पहले पॉपुलेशन, पूरी पॉपुलेशन दे विचों अगर आके अपने को सारे दी सारी पॉपुलेशन सी आके सी अपने को सारी फुल पॉपुलेशन ਦੇ ਵਿੱਚ ਕੋਈ ਸੈਕਸ਼ਨ ਕਿਤੇ ਗਿਆ, ਚਲ ਮਾਈਗ੍ਰੇਟ ਕਰ ਗਏ ਕਿਸੇ ਆਈਸੋਲੇਟ ਏਰੀਆ ਦੇ ਵਿੱਚ। ਹੁਣ ਇੱਥੇ ਜੋ ਟੋਟਲ ਜੀਨਸ ਹੈਗੀਆਂ ਸੀ ਜੋ ਐਸ ਪੋਪੂਲੇਸ਼ਨ ਦੇ ਵਿੱਚ ਸੀ, ਉਹ ਕੀ ਹੋਣਗੇ? ਐਸ ਪੋਪੂਲੇਸ਼ਨ ਪਾਰਟਿਕੂਲਰ ਦੇ ਵਿੱਚ ਕੀ ਹੈ? ਥੋੜੀ ਬਹੁਤ ਜੀਨਸ ਦਾ ਕੀ ਹੋਏਗਾ? ਚੇਂਜ ਹੋਏਗਾ। ਜਿਹੜੇ ਜੋ ਟੋਟਲ ਪੋਪੂਲੇਸ਼ਨ ਦੇ ਵਿੱਚ ਸੀ ਜੀਨ, ਹੋ ਸਕਦਾ ਜੋ ਪੋਪੂਲੇਸ਼ਨ ਸੈਕਸ਼ਨ ਗਿਆ ਉਹਨਾਂ ਦੇ ਵਿੱਚ ਕੁਝ ਜੀਨ ਕੀ ਹੋਣ? ਘੱਟ ਹੋਣ। ਲੇਕਿਨ ਜੋ ਨਿਊ ਜਗ੍ਹਾ ਤੇ ਗਿਆ ਆਈਸੋਲੇਟਡ, ਜੋ ਜੀਨ ਨਹੀਂ ਹੈਗੇ ਸੀ ਉਹ ਪੋਪੂਲੇਸ਼ਨ ਜੋ ਨਵੀਂ ਵਾਲੀ ਜਗ੍ਹਾ ਤੇ ਗਿਆ, ਉਹ ਜੀਨਸ ਕੀ ਹੋਣਗੀਆਂ? ਹੌਲੀ ਹੌਲੀ ਕੀ ਹੋ ਜਾਣਗੀਆਂ? 올ਡਰ ਵਾਲੀਆਂ, 올ਡਰ ਜੀਨ ਕੀ ਹੋਣਗੀਆਂ? 올ਡਰ ਜੀਨਸ ਡਿਸਪੀਅਰ ਹੋ ਜਾਣਗੀਆਂ ਜਾਂ ਫਿਰ ਕੀ ਹੋ ਜਾਏਗਾ? ਉਹ ਲੋਸਟ ਹੋ ਜਾਣਗੀਆਂ। 올ਡਰ ਜੀਨ ਕੀ ਹੋ ਜਾਣਗੀਆਂ? ਲੋਸਟ ਹੋ ਜਾਣਗੀਆਂ, ਔਰ ਨਵੀਂ ਨਿਊ ਵਾਲੀਆਂ ਜੀਨਸ ਜਿਸ ਆਈਸੋਲੇਟ ਏਰੀਆ ਦੇ ਵਿੱਚ ਗਿਆ ਉਸ ਅਕੋਰਡਿੰਗ ਕੀ ਹੋ ਗਈਆਂ? ਉਹਨਾਂ ਦੇ ਵਿੱਚ ਵੇਰੀਏਸ਼ਨਸ ਆਉਣਗੀਆਂ। ਵੇਰੀਏਸ਼ਨਸ ਆਉਣਗੀਆਂ ਤਾਂ ਫਿਰ ਕੀ ਹੋਏਗਾ? ਵੇਰੀਏਸ਼ਨਸ ਕਰਕੇ ਜੀਨ ਫ੍ਰੀਕੁਐਂਸੀ ਮਤਲਬ ਜੋ ਨਿਊ ਆਈਸੋਲੇਟ ਹੋਈ ਹੈ ਪੋਪੂਲੇਸ਼ਨ, ਉਹਨਾਂ ਦੀ ਜਿਹੜੀ ਜੀਨ ਫ੍ਰੀਕੁਐਂਸੀ ਹੈ ਉਸ ਦੇ ਵਿੱਚ ਕੀ ਆ ਜਾਣਗੀਆਂ? ਚੇਂਜਸ ਆ ਜਾਣਗੀਆਂ। ਜੀਨ ਫ੍ਰੀਕੁਐਂਸੀ ਕੀ ਹੋ ਜਾਏਗੀ? ਉਹਨਾਂ ਦੀ ਚੇਂਜ ਹੋ ਜਾਏਗੀ। ਜੀਨ ਫ੍ਰੀਕੁਐਂਸੀ ਚੇਂਜ ਹੋਣ ਨਾਲ ਕੀ ਹੋਏਗਾ? ਨਿਊ ਜੀਨਸ ਆ ਜਾਣਗੀਆਂ, ਨਿਊ ਜੀਨਸ ਫਾਰਮ ਹੋਣਗੀਆਂ। ਲੇਕਿਨ ਜਿਹੜੇ 올ਡਰ ਵਾਲੀਆਂ ਹੈਗੀਆਂ, ਜਿਹੜੀਆਂ ਇਹਨਾਂ ਦੀ ਪਹਿਲਾਂ ਵਾਲੀ ਜਿਹੜੀ ਪੋਪੂਲੇਸ਼ਨ ਸੀ ਉਹ ਵਾਲੀਆਂ ਜੀਨਸ ਕੀ ਹੋ ਜਾਣਗੀਆਂ? ਇੱਥੋਂ ਮਿਸ ਹੋ ਜਾਣਗੀਆਂ ਜਾਂ ਲੋਸਟ ਹੋ ਜਾਣਗੀਆਂ। ਤਾਂ ਇਸ ਨੂੰ ਆਪਾਂ ਕੀ ਕਹਿੰਦੇ ਆ? ਜੀਨ ਮਾਈਗ੍ਰੇਸ਼ਨ। ਇਸ ਵਾਲੀ ਚੀਜ਼ ਨੂੰ ਆਪਾਂ ਕੀ ਕਹਾਂਗੇ? ਜੀਨ ਮਾਈਗ੍ਰੇਸ਼ਨ। ਤਾਂ ਨਿਊ ਵਾਲੇ ਦੇ ਵਿੱਚ ਕੀ ਆ ਗਿਆ? ਨਿਊ ਜੀਨਸ ਆ ਗਏ, ਨਿਊ ਜੀਨ ਫ੍ਰੀਕੁਐਂਸੀ ਆ ਗਈ, ਵੇਰੀਏਸ਼ਨ ਹੋ ਗਈ। ਲੇਕਿਨ ਜੋ ਪਹਿਲਾਂ ਵਾਲੀ ਪੋਪੂਲੇਸ਼ਨ ਵਾਲੀਆਂ ਸੀ ਉਹ ਵਾਲੀਆਂ ਕੀ ਹੋ ਜਾਣਗੀਆਂ? ਚੇਂਜ ਹੋ ਗਈਆਂ। ਇੱਕ ਐਗਜ਼ਾਮਪਲ ਮੈਂ ਦਿੰਦਾ, ਜਿੱਦਾਂ ਅਗਰ ਇੰਡੀਅਨ ਇੱਥੋਂ ਕੀ ਹੋਣ, ਕੁਝ ਇੰਡੀਅਨ ਸੈਕਸ਼ਨ ਇੱਥੋਂ ਉੱਠ ਕੇ ਕਿਤੇ ਚਲਾ ਜੇ? ਅਫਰੀਕਨ ਚਲਾ ਜੇ, ਅਫਰੀਕਨ ਕੰਟਰੀਜ਼ ਦੇ ਵਿੱਚ, ਤਾਂ ਆਉਣ ਵਾਲੇ ਸਮੇਂ ਤੱਕ 20 ਜਾਂ 30 ਜਾਂ 40 ਸਾਲ ਜਾਂ 50 ਸਾਲਾਂ ਤੱਕ ਉਹਨਾਂ ਦੀ ਜੋ ਨੈਕਸਟ ਜਨਰੇਸ਼ਨ ਹੋਏਗੀ ਉਹ ਕਿੱਦਾਂ ਦੀ ਹੋਏਗੀ? ਉਹ ਇੰਡੀਅਨਸ ਤਾਂ ਦਿਖੇਗੀ ਨਹੀਂ, ਉਹ ਕਿਸ ਤਰ੍ਹਾਂ ਦੇ ਹੋਣਗੀਆਂ? ਅਫਰੀਕਨਸ ਜਿੱਦਾਂ ਹੁੰਦੇ ਆ ਉਸ ਤਰ੍ਹਾਂ ਦੇ ਦਿਖਣੇ ਸ਼ੁਰੂ ਹੋ ਜਾਣਗੇ। ਇਟ ਮੀਨਸ ਜੋ ਇੰਡੀਅਨ ਪੋਪੂਲੇਸ਼ਨ ਜੀਨ ਸੀ ਉਹ ਕੀ ਹੋ ਗਈ? ਮਾਈਗ੍ਰੇਟ ਹੋ ਗਈ, ਉੱਥੇ ਜਾ ਕੇ ਕੀ ਹੋ ਗਈ? ਉਹ ਲੋਸਟ ਹੋ ਗਈ। ਤਾਂ ਉੱਥੇ ਕਿਹੜੇ ਵਾਲੀ ਆਪਣੇ ਕੋਲ ਜੀਨ ਫ੍ਰੀਕੁਐਂਸੀ ਆ ਗਈ? ਜੋ ਉੱਥੋਂ ਦੇ ਪਾਰਟਿਕੂਲਰ ਸੈਕਸ਼ਨ ਦੀ ਹੈ ਜੀਨ ਫ੍ਰੀਕੁਐਂਸੀ, ਉਹ ਉਹਨਾਂ ਦੇ ਵਿੱਚ ਐਂਟਰ ਹੋ ਜਾਏਗੀ। ਤਾਂ ਉਹ ਕੀ ਹੋ ਜਾਏਗੀ? ਉਹ ਵਾਲੇ ਹੀ ਕਰੈਕਟਰ ਉਹਨਾਂ ਦੇ ਵਿੱਚ ਆ ਜਾਣਗੇ ਉਸ ਪਾਰਟਿਕੂਲਰ ਏਰੀਆਜ਼ ਵਾਲੇ। ਇਸ ਨੂੰ ਕਹਿੰਦੇ ਆਪਾਂ ਜੀਨ ਮਾਈਗ੍ਰੇਸ਼ਨ। ਨੈਕਸਟ ਹੈ ਜੈਨੇਟਿਕ ਡ੍ਰਿਫਟ। ਜੈਨੇਟਿਕ ਡ੍ਰਿਫਟ ਹੈ
कि जो बाय चांस किसी तरह की फ्रीक्वेंसी जीन फ्रीक्वेंसी अकर हो जाए, ऐड होना किसी जीन का, ऐड होना किसी जीन का, एडिशन ऑफ, एडिशन और लॉस ऑफ जीन, जीन ਦਾ लॉस होना ਜਾਂ ਐਡੀਸ਼ਨ ਹੋਣਾ ਉਹ ਕਿਹਦੇ ਚ ਆਏਗਾ, ਜੈਨੇਟਿਕ ਡ੍ਰਿਫਟ ਦੇ ਵਿੱਚ ਆਏਗਾ। ਜੈਨੇਟਿਕ ਡ੍ਰਿਫਟ ਦੇ ਵਿੱਚ ਕੀ ਆਏਗਾ, ਕਿਸੇ ਤਰ੍ਹਾਂ ਦੇ ਜੀਨ ਦਾ ਐਡ ਹੋਣਾ, ਕਿਸੇ ਪੋਪੂਲੇਸ਼ਨ ਦੇ ਵਿੱਚ ਜੀਨ ਦਾ ਐਡ ਹੋਣਾ ਨਿਊ ਵਾਲੀ, ਜਾਂ ਕਿਸੇ 올ਡਰ ਵਨ ਜਿਹੜੀ ਜੀਨ ਆ ਉਸ ਦਾ ਲੋਸਟ ਹੋਣਾ, ਉਹ ਕਿਹਨੂੰ ਆਪਾਂ ਕੀ ਕਹਾਂਗੇ, ਜੈਨੇਟਿਕ ਡ੍ਰਿਫਟ। ਨੈਚੁਰਲ ਸਿਲੈਕਸ਼ਨ ਦੇ ਵਿੱਚ ਆਪਣੇ ਕੋਲ ਕੀ ਹੋਏਗਾ, ਨੈਚੁਰਲ ਸਿਲੈਕਸ਼ਨ ਇਜ਼ ਅ ਪ੍ਰੋਸੈਸ ਇਨ ਵਿਚ ਦ ਹੈਰੀਟੇਬਲ ਵੇਰੀਏਸ਼ਨ ਅਨੇਬਲਿੰਗ ਬੈਟਰ ਸਰਵਾਈਵਲ। देखो नैचुरल सिलेक्शन ਆਪਾਂ ਹੁਣ ਤੱਕ ਕੋਈ ਕਰਕੇ ਨੈਚੁਰਲ ਸਿਲੈਕਸ਼ਨ ਚ ਕਿਹੜੀ ਵਾਲੀ ਆਏਗੀ, ਜਿਹੜੀ ਵੇਰੀਏਸ਼ਨ ਜ਼ਿਆਦਾ ਬੈਟਰ ਹੋਏਗੀ, ਯੂਜ਼ਫੁਲ ਹੋਏਗੀ, ਵੇਰੀਏਸ਼ਨ ਯੂਜ਼ਫੁਲ ਉਹੀ ਹੋਏਗੀ ਜਿਹੜੀ ਕੰਡੀਸ਼ਨ ਦੇ ਅਕੋਰਡਿੰਗ ਕੀ ਹੋ ਰਹੀ ਹੈ, ਬੈਟਰ ਪਰਫਾਰਮ ਕਰਾ ਰਹੀ ਹੈ ਉਸ ਪਾਰਟਿਕੂਲਰ ਆਰਗੇਨਿਜ਼ਮ ਨੂੰ। ਵੇਰੀਏਸ਼ਨ ਯੂਜ਼ਫੁਲ ਕਿਹੜੀ ਵਾਲੀ ਹੋਏਗੀ, ਜਿਹੜੀ ਕੀ ਕਰਾਏਗੀ ਪਰਫਾਰਮ ਬੈਟਰ ਇਨ ਗਿਵਨ ਕੰਡੀਸ਼ਨ। ਜੋ ਵੀ ਕੰਡੀਸ਼ਨ ਦੇ ਰੱਖੀਆਂ ਹੋਣਗੀਆਂ ਉਸ ਦੇ ਵਿੱਚ ਕੀ ਕਰੇਗੀ, ਬੈਟਰ ਪਰਫਾਰਮ ਕਰੇਗੀ, ਬੈਟਰ ਪਰਫਾਰਮ ਕਰੇਗੀ ਤਾਂ ਇਟ ਮੀਨਸ ਕੀ ਹੈ ਆਰਗੇਨਿਜ਼ਮ ਕੀ ਕਰੇਗਾ, ਸਰਵਾइव कर पाएगा, की करेगा, बेटर सर्वाइव कर पाएगा, बेटर सर्वाइवर, बेटर सर्वाइव देगा। तो अगर बेटर सर्वाइव उत्थे कर पाएगा तो इट मीनस की है वो नेचर द्वारा की हो गया, सिलेक्ट हो गया, नेचुरली सिलेक्टेड है वो, की हो गया तो नेचुरल सिलेक्टेड। तो इसी डेफिनेशंस नैक्सट आइसोलेशन, आइसोलेशन तो मीनिंग है किसी एक खास एरिए तो कट कर देना। आइसोलेशन की है एक अपनी पॉपुलेशन या फिर किसी सैग्रीगेशन का मीनिंग की होंदा, कट करना, किसी सैक्शन ਨੂੰ कट कर देना, ठीक, या डिवाइड करना, डिवाइडेशन, डिवाइडेशन ऑफ पर्टिकुलर पार्ट, किसी पर्टिकुलर पार्ट ਨੂੰ ਉਸਦੇ ओरिजिनल वन ਨਾਲੋਂ ਕੀ ਕਰ ਦੇਣਾ, डिवाइड कर देना, तो उसਨੂੰ ਆਪਾਂ ਕਹਿੰਦੇ ਆਈਸੋਲੇਸ਼ਨ ਜਾਂ ਫਿਰ ਸੈਗਰੀਗੇਸ਼ਨ। segregation of population by some barriers which prevent the interbreed, okay, ਕਿਸੇ ਏਰੀਆ ਜਾਂ ਆਈਸੋਲੇਸ਼ਨ ਨੂੰ ਕੀ ਕਰ ਦੇਣਾ, ਆਪਾਂ ਆਈਸੋਲੇਟ ਕਰ ਦੇਣਾ ਪੋਪੂਲੇਸ਼ਨ ਨੂੰ ਕਿਸੇ ਬੈਰੀਅਰ ਦੁਆਰਾ, which prevent interbreed, the reproductive isolation between a population due to certain barrier leads to formation new species। ਅਗਰ ਐਦਾਂ ਬੈਰੀਅਰਸ ਆਪਾਂ ਕ੍ਰੀਏਟ ਕਰਦੇ ਕਿ ਉਹ ਸੈਗਰੀਗੇਟ ਕਰ ਦਿੱਤੀ ਪੋਪੂਲੇਸ਼ਨ ਉਸ ਦੀ ओरिजिनल वन ਨਾਲੋਂ, रीजनल वन जो ओरिजिनल पॉपुलेशन है ਉਸ ਨਾਲ ਕੀ ਕਰਤਾ, ਉਸਨੂੰ डिवाइड करता, डिवाइड कर ਦਿੱਤਾ ਇਹ ਹੁਣ ਆਪਣੇ ओरिजिनल ਵਾਲੀ ਪੋਪੂਲੇਸ਼ਨ ਦੇ ਨਾਲ ਕੀ ਕਰੇਗੀ, ਇੰਟਰਬਰੀਡ ਨਹੀਂ ਕਰ ਪਾਏਗੀ, ਓਕੇ। ਤਾਂ ਇਸ ਨਾਲ ਕੀ ਹੋਏਗਾ, ਜਦੋਂ ਉਹਨਾਂ ਦੇ ਵਿੱਚ ਕੁਝ ਜੀਨਸ ਦੇ ਵਿੱਚ ਹੌਲੀ ਹੌਲੀ ਕੁਝ ਚੇਂਜਸ ਆਉਂਦੇ ਜਾਣਗੀਆਂ ਤਾਂ ਜੋ ओरिजिनल ਪੋਪੂਲੇਸ਼ਨ ਆ ਉਸ ਦੇ ਨਾਲ ਕੀ ਹੋ ਜਾਏਗਾ, ਜੋ डिवाइड ਕਰੀ ਸੀ ਆਪਾਂ ਪੋਪੂਲੇਸ਼ਨ ਉਹ ਕੀ ਹੋ ਜਾਏਗੀ, ਉਹ ਟੋਟਲੀ चेंज्ड हो जाएगी, टोटली चेंज्ड। अगर टोटली चेंज्ड हो जाएगी अकॉर्डिंग टू उस एरिया के अकॉर्डिंग तो वो वाली की बन जाएगी, वो न्यू स्पेसिस भी बन सकती हैं, न्यू स्पेसिस बन जाएंगे। तो जिसमें आप कहते आइसोलेशन, आइसोलेशन का मीनिंग ये नहीं है कि न्यू स्पेसिस फॉर्म होना, आइसोलेशन का ये मीनिंग है कि आप उसकी ओरिजिनल पॉपुलेशन नालों कुछ पॉपुलेशन ਨੂੰ कुछ बैरियर के जरिए की कर देना, आप डिवाइड कर देना सो दैट कि वो इंटरब्रीड ना कर पान, इंटरब्रीड ना कर पान, इंटरब्रीड ब्रीड नहीं होएगा ਤਾਂ ਉਸ ਦੀ ओरिजिनल ਪੋਪੂਲੇਸ਼ਨ ਤੋਂ ਜਦੋਂ ਟੁੱਟ ਕੇ ਕਿਸੇ ਹੋਰ ਜਗ੍ਹਾ ਤੇ ਗਿਆ ਤਾਂ ਉੱਥੇ ਕੀ ਹੋਏਗਾ, ਉਹ ਉਹਨਾਂ ਦੇ ਨਾਲ ਹੀ ਬਰੀਡਿੰਗ ਕਰਕੇ ਹੌਲੀ ਹੌਲੀ ਇਦਾਂ ਦਾ ਟਾਈਮ ਆਏਗਾ ਕਿ ਉਹ ओरिजिनल ਪੋਪੂਲੇਸ਼ਨ ਨਾਲੋਂ ਬਿਲਕੁਲ ਡਿਫਰੈਂਟ ਟਾਈਪ ਦੇ ਹੀ ਉਹਨਾਂ ਦੀ ਮੋਰਫੋਲੋਜੀ ਹੋ ਜਾਏਗੀ। ਮੋਰਫੋਲੋਜੀ ਹੁੰਦਾ ਕਿ ਉਸ ਦੀ ਬੋਡੀ ਸਟਰਕਚਰ ਕੀ ਹੋ ਜਾਏਗੀ, ਚੇਂਜ ਹੋ ਜਾਏਗੀ, बॉडी स्ट्रक्चर चेंज होएगी तो वो एक तरह की हो जाएगी, न्यू स्पेसिस बन जाएंगे। नेक्स्ट अपने को कुछ डेफिनेशंस है जिदा अपने को दे रखे है, जीन पूल, जीन पूल की है नंबर ऑफ जीन्स, टोटल सम ऑफ टोटल जीन्स इन पॉपुलेशन,
ਜਿੰਨੀਆਂ ਵੀ ਨੰਬਰ ਆਫ ਜੀਨਸ ਹੈਗੀਆਂ ਕਿਸੇ ਪੋਪੂਲੇਸ਼ਨ ਦੇ ਵਿੱਚ ਉਹ ਸਾਰੇ ਕਿਤੇ ਚ ਆਉਣਗੀਆਂ, ਉਹਨੂੰ ਆਪਾਂ ਕਹਿੰਦੇ ਜੀਨ ਪੂਲ। ਡੈਫੀਨੇਸ਼ਨ ਪੁੱਛ ਸਕਦੇ ਆ, ਸਮ ਟੋਟਲ ਜੀਨਸ ਇਨ ਅ ਪੋਪੂਲੇਸ਼ਨ। ਜਿੱਦਾਂ ਹਿਊਮਨ ਦੀ ਆਪਾਂ ਗੱਲ ਕਰਦੇ ਆ, ਹਿਊਮਨ ਦੇ ਟੋਟਲ ਜਿੰਨੇ ਵੀ ਆਪਾਂ ਗੱਲ ਕਰਦੇ ਆ, ਜੀਨ ਪੂਲ ਦੇ ਵਿੱਚ ਕੀ ਆ, ਜਿੰਨੇ ਵੀ ਹਿਊਮਨਸ ਹੈਗੇ ਆ, ਉਹਨਾਂ ਸਾਰੇ ਹਿਊਮਨਸ ਦੇ ਵਿੱਚ ਜਿੰਨੀਆਂ ਵੀ ਨੰਬਰ ਆਫ ਜੀਨਸ ਹੈਗੀਆਂ, ਉਹ ਸਾਰੇ ਜੀਨ ਨੂੰ ਆਪਾਂ ਕੀ ਕਹਿ ਦਿਆਂਗੇ, ਉਹ ਹੋਏਗਾ ਜੀਨ ਪੂਲ ਹੋਏਗਾ। ਜਿਸ ਟਾਈਪ ਦੀ ਵੀ ਜੀਨ ਆ ਰਹੀ ਹੈ ਜੋ ਕਿ ਕੋਈ ਵੀ ਕਰੈਕਟਰ ਲਈ ਰਿਸਪੌਂਸਿਬਲ ਹੈ ਹਿਊਮਨ ਦੇ ਵਿੱਚ, ਜੀਨਸ ਹੀ ਤਾਂ ਕਰੈਕਟਰ ਨੂੰ ਅੱਗੇ ਬਣਾਉਂਦੀਆਂ ਜਾਂ ਪ੍ਰੋਡਿਊਸ ਕਰਦੇ ਕਿਸੇ ਵੀ ਤਰ੍ਹਾਂ ਦਾ ਕਰੈਕਟਰ। ਤਾਂ ਹਿਊਮਨ ਦੇ ਵਿੱਚ ਜਿੰਨੀਆਂ ਵੀ ਜੀਨਸ ਹੈ ਉਹ ਸਾਰੀਆਂ ਜੀਨਸ ਕਿਹਨੂੰ ਫਾਰਮ ਕਰ ਰਹੀਆਂ, ਜੀਨ ਪੂਲ ਨੂੰ। ਇੱਕ ਕਿਸੇ ਪਾਰਟਿਕੂਲਰ ਪੋਪੂਲੇਸ਼ਨ ਦੇ ਵਿੱਚ ਜਿਹੜੀਆਂ ਟੋਟਲ ਨੰਬਰ ਆਫ ਜੀਨਸ ਹੋਣਗੀਆਂ, ਇੱਕ ਇੰਡੀਵਿਜੂਅਲ ਦੀ ਨਹੀਂ ਕਹਿ ਰਹੇ ਆਪਾਂ, ਟੋਟਲ ਹੋ ਸਕਦਾ ਕਿਸੇ ਇੰਡੀਵਿਜੂਅਲ ਦੇ ਵਿੱਚ ਕੋਈ ਜੀਨ ਨਾ ਹੋਏ, ਦੂਸਰੇ ਵਨ ਦੇ ਵਿੱਚ ਹੋਏ। ਜਿੱਦਾਂ ਆਪਾਂ ਐਗਜ਼ਾਮਪਲ ਲੈਂਦੇ ਆਪਾਂ ਬਲੱਡ ਗਰੁੱਪ ਦੀ, ਅਗਰ ਕਿਸੇ ਹਿਊਮਨ ਦਾ ਬਲੱਡ ਗਰੁੱਪ A ਹੈ, ਇਟ ਮੀਨਸ ਉਹਦੇ ਕੋਲ ਜੀਨ ਕਿਹੜੇ ਵਾਲੀ, A ਵਾਲੀ। ਹੁਣ ਜਿਹੜੇ ਕੋਲ A ਵੀ ਬਲੱਡ ਗਰੁੱਪ ਹੈ ਤਾਂ ਉਹਦੇ ਕੋਲ ਕਿਹੜੇ ਵਾਲੀ ਹੋਣਗੇ, A ਵੀ ਜੀਨ ਹੋਏਗੀ, B ਵਾਲੀ ਵੀ ਹੋਏਗੀ। ਔਰ ਕਿਸੇ ਕੋਲ ਕਿਹੜੇ ਵਾਲਾ ਬਲੱਡ ਗਰੁੱਪ ਅਗਰ O ਹੈ, ਹੋ ਸਕਦਾ ਉਹਦੇ ਕੋਲੋਂ ਨਾਲ A ਵਾਲਾ ਵੀ ਹੋ ਸਕਦੀ ਜੀਨ। ਅਗਰ O ਬਲੱਡ ਗਰੁੱਪ ਉਹਦੇ ਕੋਲ B ਵਾਲੀ ਵੀ ਨਾਲ ਜੀਨ ਹੋ ਸਕਦੀ, ਲੇਕਿਨ ਡੋਮੀਨੇਟਿੰਗ A O ਵਾਲਾ, ਇਟ ਮੀਨਸ ਕੀ ਆ ਕਿ ਉਹਦੇ ਕੋਲ ਜੀਨਸ ਤਾਂ A ਵਾਲੀ ਵੀ ਨਾਲ ਹੋ ਸਕਦੀ ਹੈ। ਅਗਰ ਉਹਦਾ A ਬਲੱਡ ਗਰੁੱਪ ਹੈ ਤਾਂ ਜੀਨ ਨਾਲ B ਵਾਲੀ ਵੀ ਹੋ ਸਕਦੀ। ਡੋਮੀਨੇਟਿੰਗ ਜਿਹੜੀ ਹੋਏਗੀ ਉਹ ਆਪਣਾ ਫੈਕਟ ਸ਼ੋ ਕਰੇਗੀ। ਤਾਂ ਇੱਥੋਂ ਆਪਣੇ ਕੋਲ ਕੀ ਆ ਕਿ ਅਗਰ ਬਲੱਡ ਗਰੁੱਪ ਦੀ ਗੱਲ ਕਰਦੇ ਤਾਂ ਆਪਣੇ ਕੋਲ ਕਿੰਨੇ ਤਰ੍ਹਾਂ ਦੇ ਆਪਣੇ ਕੋਲ ਟ੍ਰੇਟ ਆ ਰਹੇ ਆ, A ਵਾਲਾ ਵੀ ਹੋ ਸਕਦਾ, ਕੱਲਾ B ਵਾਲਾ ਵੀ ਹੋ ਸਕਦਾ, O ਵਾਲਾ ਵੀ ਹੋ ਸਕਦਾ। ਤਿੰਨ ਤਰ੍ਹਾਂ ਦੇ ਅਲੀਲ ਜਿਹੜੀਆਂ ਹੈਗੀਆਂ ਉਹ ਪ੍ਰੈਜ਼ੈਂਟ ਹੋਣਗੀਆਂ ਕੱਲੇ ਬਲੱਡ ਗਰੁੱਪ। ਲੇਕਿਨ ਅਗਰ ਆਪਾਂ ਇੱਕ ਪਰਸਨ ਦੀ ਗੱਲ ਕਰਦੇ ਹਾਂ ਉਹਦੇ ਚ ਕੱਲਾ A ਵਾਲਾ ਵੀ ਤਾਂ ਹੋ ਸਕਦਾ, ਠੀਕ। ਤਾਂ ਪੂਰੀ ਪੋਪੂਲੇਸ਼ਨ ਦੀ ਅਗਰ ਗੱਲ ਕਰਦੇ ਹਾਂ ਤਾਂ A ਵਾਲਾ ਵੀ ਹੋ ਸਕਦਾ ਕਿਸੇ ਪਰਸਨ ਵਿੱਚ, ਕਿਸੇ ਵਿੱਚ B ਵਾਲਾ ਵੀ ਹੋ ਸਕਦਾ, ਕਿਸੇ ਵਿੱਚ A B ਦੋਨੋਂ ਵਾਲਾ ਹੋ ਸਕਦਾ, ਕਿਸੇ ਵਿੱਚ O ਵਾਲਾ ਵੀ ਹੋ ਸਕਦਾ। ਇਹਦਾ ਮਤਲਬ ਪੋਪੂਲੇਸ਼ਨ ਦੀ ਗੱਲ ਕਰਦੇ ਤਾਂ ਤਿੰਨ ਤਰ੍ਹਾਂ ਦੇ ਲੀਲ ਹੈਗੇ ਆ ਜਿਹੜੇ ਬਲੱਡ ਗਰੁੱਪ ਨੂੰ ਰਿਪਰੈਜ਼ੈਂਟ ਕਰ ਰਹੇ। ਅਗਰ ਕਿਸੇ ਇੰਡੀਵਿਜੂਅਲ ਦੇ ਵਿੱਚ ਦੇਖਦੇ ਹਾਂ ਤਾਂ ਕੱਲਾ ਇੱਕ ਟਾਈਪ ਦਾ ਹੀ ਉਹਦੇ ਚ ਅਲੀਲ ਹੋਏਗਾ ਜਿਹੜੇ ਉਸਦੇ ਬਲੱਡ ਗਰੁੱਪ ਨੂੰ ਕਰ ਰਿਹਾ ਰਿਪਰੈਜ਼ੈਂਟ। ਤਾਂ ਆਪਾਂ ਜੀਨ ਪੂਲ ਦੀ ਗੱਲ ਕਰੀਏ ਤਾਂ ਜੀਨ ਪੂਲ ਕੀ ਹੈ, ਟੋਟਲ ਨੰਬਰ ਆਫ ਜੀਨਸ ਜਿੰਨੀਆਂ ਵੀ ਕਿਸੇ ਪੂਰੀ ਪੋਪੂਲੇਸ਼ਨ ਦੇ ਵਿੱਚ ਹੈਗੀਆਂ ਤਾਂ ਉਹ ਕਿਹਨੂੰ ਰਿਪਰੈਜ਼ੈਂਟ ਕਰਦੇ ਆ, ਜੀਨ ਪੂਲ ਨੂੰ। ਇੰਪੋਰਟੈਂਟ ਕੁਐਸਚਨ 40 ਦੇ ਵਿੱਚ ਤਾਂ ਕੁਐਸਚਨ ਆਇਆ ਇੱਕ ਕਾਉਂਟਰ ਫੈਕਟ। ਡਾਇਰੈਕਟ ਡੈਫੀਨੇਸ਼ਨ ਪੁੱਛੀ ਹੋਈ ਸੀ, ਲਾਈਨਾਂ ਦੇ ਰੱਖੀਆਂ ਸੀ ਜਿੱਦਾਂ some time change in allelic frequency is so different new sample population that they becomes a different species. Recent directed population becomes a counter for the new species and effect is called counter effect. ਡਾਇਰੈਕਟ ਇਦਾਂ ਹੀ ਇੱਕ ਸਟੇਟਮੈਂਟ ਬਣਾ ਰੱਖੀ ਸੀ ਔਰ ਪੁੱਛਿਆ ਹੋਇਆ ਸੀ ਕਿ ਇਹਨਾਂ ਚੋਂ ਕਿਹੜੇ ਵਾਲੀ ਸਟੇਟਮੈਂਟ ਹੈ ਜਾਂ ਕਿਹੜੇ ਵਾਲੀ ਸਟੇਟਮੈਂਟ ਨੂੰ ਇਹ ਰਿਪਰੈਜ਼ੈਂਟ ਕਰ ਰਹੀ ਹੈ। ਕਾਉਂਟਰ ਫੈਕਟ ਦੀ ਡਾਇਰੈਕਟ ਡੈਫੀਨੇਸ਼ਨ ਸੀ ਲੇਕਿਨ ਮੋਲਡ ਕਰੀ ਹੋਈ ਸੀ। ਤਾਂ ਦੇਖੋ ਇਹਦੇ ਚ ਕੀ ਹੋਏਗਾ, ਜਦੋਂ ਇੱਕ ਪੋਪੂਲੇਸ਼ਨ ਟੋਟਲ ਪੋਪੂਲੇਸ਼ਨ ਦੇ ਨਾਲੋਂ ਕੀ ਕਰ ਦਿੱਤਾ, ਇੱਕ ਸੈਕਸ਼ਨ ਜਾਂ ਕੁਝ ਪੋਪੂਲੇਸ਼ਨ ਜਿਹੜੀ ਹੈਗੀ ਆ ਉਹ ਕੀ ਹੋ ਗਿਆ, ਸਮ ਪੋਪੂਲੇਸ਼ਨ ਕੀ ਹੋ ਗਏ, ਸਮ ਪੋਪੂਲੇਸ਼ਨ ਇੱਥੋਂ ਡਿਵਾਈਡ ਹੋ ਕੇ ਕਿਤੇ ਗਏ, ਚਲੀ ਕਿਤੇ ਆਈਸੋਲੇਟ ਏਰੀਆ। ਆਈਸੋਲੇਟ ਏਰੀਆ ਆਈਸੋਲੇਟ ਹੋ ਗਏ, ਆਈਸੋਲੇਟ ਹੋ ਕੇ ਕੀ ਹੋ ਗਿਆ, ਇੱਥੋਂ ਜਿੱਦਾਂ ਜਿੱਦਾਂ ਸਮਾਂ ਹੋਏਗਾ ਔਰ ਜਿਹੜੀ ਪਹਿਲਾਂ ਓਰੀਜਨਲ ਪੋਪੂਲੇਸ਼ਨ ਵਾਲੀ ਉਹਦੇ ਚ ਜੀਨ ਦੀ ਫ੍ਰੀਕੁਐਂਸੀ ਜਿਹੜੀ ਇੱਥੇ ਸੀ ਉਹ ਇੱਥੇ ਕੀ ਹੋ ਜਾਏਗੀ, ਲੋਸਟ ਹੁੰਦੀ ਜਾਏਗੀ ਹੌਲੀ ਹੌਲੀ, ਕਿਉਂਕਿ ਉੱਥੋਂ ਦੇ ਜਿਹੜੇ ਜਿਓਗ੍ਰਾਫੀਕਲ ਏਰੀਆ ਉੱਥੋਂ ਦੇ ਨੀਡਸ ਕੀ ਹੋਣਗੀਆਂ, ਇੱਥੋਂ ਦੇ ਨੀਡਸ ਹੋਣਗੀਆਂ ਡਿਫਰੈਂਟ, ਇੱਥੋਂ ਦੇ ਨੀਡਸ ਕੀ ਹੋਣਗੀਆਂ, ਡਿਫਰੈਂਟ ਨੀਡਸ ਹੋਣਗੀਆਂ। ਔਰ ਡਿਫਰੈਂਟ ਨੀਡਸ ਦੇ ਅਕੋਰਡਿੰਗ ਉਹਨਾਂ ਦੇ ਵਿੱਚ ਉਦਾਂ ਦੇ ਹੀ ਚੇਂਜਸ ਆਉਂਦੀਆਂ ਜਾਣਗੀਆਂ ਔਰ ਉਹਨਾਂ ਦੇ ਜੋ ਨਿਊ ਵਾਲੀਆਂ ਜੀਨਸ ਆ ਉਹ ਨਿਊ ਵਾਲੇ ਉਹਨਾਂ ਦੇ ਵਿੱਚ ਜੀਨ ਫ੍ਰੀਕੁਐਂਸੀ ਆ ਜਾਏਗੀ, ਨਿਊ ਜੀਨ ਫ੍ਰੀਕੁਐਂਸੀਜ਼ ਆਉਣੀਆਂ ਸ਼ੁਰੂ ਹੋ ਜਾਣਗੀਆਂ। ਨਿਊ ਜੀਨਸ ਆ ਗਈਆਂ ਔਰ ਨਿਊ ਜੀਨਸ ਡਿਫਰੈਂਟ ਇੰਡੀਵਿਜੂਅਲ ਦੇ ਵਿੱਚ ਆਉਂਦੇ ਜਾਣਗੀਆਂ ਤਾਂ ਫਿਰ ਉਹ ਕੀ ਹੋ ਜਾਏਗਾ, ਉਹਨਾਂ ਦੇ ਵਿੱਚ ਨਿਊ ਜੀਨ ਫ੍ਰੀਕੁਐਂਸੀ ਬਿਲਡਅਪ ਹੋ ਜਾਏਗੀ, ਜਿਸ ਕਰਕੇ ਉਹਨਾਂ ਵਿੱਚ ਨਵੇਂ ਕਰੈਕਟਰ ਆ ਜਾਣਗੇ। ਤੇ ਨਵੇਂ ਕਰੈਕਟਰ ਆਉਣ ਕਰਕੇ ਕੀ ਹੋ ਜਾਏਗੀ, ਉਹ ਇੱਕ ਕਿਹਦੇ ਚ ਫਾਰਮ ਹੋ ਜਾਏਗੀ, ਨਿਊ ਸਪੇਸਿਸ ਦੇ ਵਿੱਚ ਕਨਵਰਟ ਹੋ ਜਾਣਗੇ, ਨਿਊ ਸਪੇਸਿਸ ਦੇ ਵਿੱਚ ਕਨਵਰਟ ਹੋ ਜਾਣਗੇ। ਤੇ ਜਦੋਂ ਨਿਊ ਸਪੇਸਿਸ ਕਨਵਰਟ ਹੋਣਗੇ ਤੇ ਜਿਹੜੇ ਵਾਲੇ ਸਪੇਸਿਸ ਤੋਂ ਆਈਸੋਲੇਟ ਹੋਏ ਸੀ ਉਹ ਵਾਲੇ ਕੀ ਹੋ ਜਾਣਗੇ, ਉਸ ਸਪੇਸਿਸ ਦੇ ਫਾਊਂਡਰ ਹੋ ਜਾਣਗੇ, ਕਿਉਂਕਿ ਜਿਨ੍ਹਾਂ ਤੋਂ ਨਿਊ ਸਪੇਸਿਸ ਫਾਰਮ ਹੋਈ ਹੈ ਤੇ ਜਿਹੜੇ ਵਾਲੇ ਆਈਸੋਲੇਟ ਹੋ ਕੇ ਗਏ ਸੀ ਉਸ ਏਰੀਆਜ਼ ਦੇ ਵਿੱਚ ਜਾਂ ਉਸ ਜੀਓਗ੍ਰਾਫੀਕਲ ਏਰੀਆ ਜਿਹੜਾ ਆਈਸੋਲੇਟ ਸੀ
ਤਾਂ ਉਹ ਕੀ ਉਸ ਏਰੀਆ ਦੇ ਵਿੱਚ ਜਿਹੜੇ ਵਾਲੇ ਮਾਈਗ੍ਰੇਟ ਹੋ ਗਏ ਸੀ ਉਹ ਵਾਲੇ ਫਾਊਂਡਰ ਹੋ ਜਾਣਗੇ, ਨਿਊ ਵਾਲੇ ਸਪੀਸੀਜ਼ ਉੱਤੋਂ ਫਾਰਮ ਹੋ ਜਾਣਗੇ। ਜੋ ਮਾਈਗ੍ਰੇਟ ਕਰਕੇ ਉਸ ਸਪੈਸੀਫਿਕ ਜਾਂ ਆਈਸੋਲੇਟ ਏਰੀਆ ਦੇ ਵਿੱਚ ਗਏ ਸੀ ਉਹ ਵਾਲੇ ਜਿਹੜੇ ਹੋਣਗੇ ਆਰਗੇਨਿਜ਼ਮ ਉਹ ਕੀ ਹੋਣਗੇ ਉੱਥੋਂ ਤੇ ਫਾਊਂਡਰ, ਔਰ ਉਹਨਾਂ ਫਾਊਂਡਰਸ ਤੋਂ ਕੀ ਬਣੀ ਹੈ ਨਿਊ ਵਾਲੀ ਪੋਪੂਲੇਸ਼ਨ। ਤਾਂ ਡੈਫੀਨੇਸ਼ਨ ਫਿਰ ਦੇਖੋ, when a section of population get isolated or migrate or drifted from a original population, then this section becomes genetically different from a original population due to change in allelic frequency, because the gene pool of a section may contain some alleles in a very low frequency या फिर may lack a few alleles. Sometimes the change in allelic frequency is so different in a new sample of population that new becomes a different species। जो सैंपल गया सी न्यू सैंपल ਜਿਹੜਾ ਆਏਗਾ ਪੋਪੂਲੇਸ਼ਨ ਦਾ ਉਹ ਬਿਲਕੁਲ ਡਿਫਰੈਂਟ ਹੋਏਗਾ, ਐਂਡ ਦ ओरिजिनल ड्रिफ्टेड पॉपुलेशन बिकम्स फाउंडर। जो ओरिजिनल ड्रिफ्टेड पॉपुलेशन होएगी वो की हो जाएगी बिकम्स एंड फाउंडर फॉर द न्यू स्पीसीज एंड इफेक्ट इज कॉल्ड फाउंडर इफेक्ट। क्योंकि उन्होंने जी जीन फ्रीकुएंसी है जो आइसोलेट होए है ਉਹਨਾਂ ਜੀਨ ਫ੍ਰੀਕੁਐਂਸੀਜ਼ ਕੀ ਹੁੰਦੀਆਂ ਜਾਣਗੀਆਂ, ਚੇਂਜ ਹੁੰਦੀਆਂ ਜਾਣਗੀਆਂ ਓਰੀਜਨਲ ਵਾਲੀ ਫ੍ਰੀਕੁਐਂਸੀ ਦੇ ਨਾਲੋਂ। ਜਦੋਂ ਚੇਂਜ ਹੁੰਦੀਆਂ ਜਾਣਗੀਆਂ ਤਾਂ ਉਹ ਕੀ ਹੋਣਗੀਆਂ ਨਿਊ ਸਪੀਸੀਜ਼ ਫਾਰਮ ਹੋ ਜਾਣਗੇ, ਤੇ ਜਿਨ੍ਹਾਂ ਦੇ ਵਿੱਚ ਜੀਨ ਫ੍ਰੀਕੁਐਂਸੀ ਚੇਂਜ ਹੋ ਗਈ ਹੈ, ਨਿਊ ਜੀਨ ਫ੍ਰੀਕੁਐਂਸੀ ਆ ਗਈ ਹੈ, ਤਾਂ ਉਹ ਕੀ ਹੋਣਗੇ ਫਾਊਂਡਰ ਹੋਣਗੇ। ਇਹ ਨਿਊ ਸਪੀਸੀਜ਼ ਦੇ ਫਾਊਂਡਰ ਹੋਣਗੇ ਕਿਹਨਾਂ ਦੇ, ਨਿਊ ਸਪੀਸੀਜ਼ ਦੇ। ਤੇ ਜੀਨ ਫ੍ਰੀਕੁਐਂਸੀ ਨਿਊ ਆਉਣ ਨਾਲ ਕੀ ਹੋ ਗਿਆ ਉਹਨਾਂ ਦੇ ਕਰੈਕਟਰ ਚੇਂਜ ਹੋ ਜਾਣਗੇ, ਤਾਂ ਉਹ ਇੱਕ ਤਰ੍ਹਾਂ ਦੇ ਫਾਊਂਡਰ ਹੋਣਗੇ ਨਿਊ ਵਾਲੀ ਸਪੀਸੀਜ਼ ਦੇ। ਤਾਂ ਇਦਾਂ ਹੀ ਨੈਕਸਟ ਹੈ ਬੋਲਟਨੈਟ। ਬੋਲਟਨੈਟ ਇਫੈਕਟ ਦੇ ਵਿੱਚ ਕੀ ਆ ਕਿ ਇੱਕ ਪੂਰੇ ਦੇ ਪੂਰੇ ਪੋਪੂਲੇਸ਼ਨ ਦੇ ਵਿੱਚ ਅਗਰ ਕੋਈ ਪੋਪੂਲੇਸ਼ਨ ਦੇ ਵਿੱਚ ਕੀ ਹੋਇਆ ਡਿਜ਼ਾਸਟਰ ਆ ਗਿਆ ਕਿਸੇ ਤਰ੍ਹਾਂ ਦਾ, ਨੈਚੁਰਲ ਡਿਜ਼ਾਸਟਰ ਹੋ ਸਕਦਾ, ਅਰਥਕੁਏਕ ਹੋ ਸਕਦਾ, ਕਿਸੇ ਤਰ੍ਹਾਂ ਕੋਈ ਵੀ ਨੈਚੁਰਲ ਡਿਜ਼ਾਸਟਰ ਆ ਗਿਆ। ਅਗਰ ਡਿਜ਼ਾਸਟਰ ਆਇਆ ਤਾਂ ਉਹਦੇ ਨਾਲ ਕੀ ਹੋ ਗਿਆ ਕਿ ਉਹਨਾਂ ਦੇ ਵਿੱਚ ਕੁਝ ਪੋਪੂਲੇਸ਼ਨ ਜਿਹੜੀ ਹੈਗੀ ਸੀ ਪੋਪੂਲੇਸ਼ਨ ਕੀ ਹੋ ਗਈ, ਖਤਮ ਹੋ ਗਈ, ਐਕਸਟਿੰਕਟ ਹੋ, ਖਤਮ ਕਹਿ ਸਕਦੇ ਹਾਂ ਜਾਂ ਫਿਰ ਕੀ ਹੋ ਗਈ ਲੋਸਟ ਹੋ ਗਈ, ਲੋਸਟ ਹੋ ਗਈ। ਜੋ ਇਹ ਲੋਸਟ ਹੋਈ ਇਹਨਾਂ ਦੇ ਜੋ ਜੀਨ ਸੀਗੇ ਉਹ ਵੀ ਕੀ ਹੋ ਗਏ ਇਹਨਾਂ ਦੇ ਨਾਲ ਖਤਮ ਹੋ ਗਏ। ਬਾਕੀ ਜਿਹੜੀ ਪੋਪੂਲੇਸ਼ਨ ਬਚ ਗਈ ਹੈ ਜਿਹੜੀ ਕੀ ਆ ਰਿਮੇਨਿੰਗ ਵਾਲੀ ਸਮ ਜਿਹੜੀ ਹੋ ਗਈ ਉਹ ਲੋਸਟ ਹੋ ਗਈ ਡਿਜ਼ਾਸਟਰ ਕਰਕੇ, ਉਹਨਾਂ ਦੇ ਜੀਨ ਜਿਹੜੇ ਹੈਗੇ ਸੀ ਜੀਨਸ ਵੀ ਕੀ ਹੋ ਗਈਆਂ ਲੋਸਟ ਹੋ ਗਈਆਂ। ਲੇਕਿਨ ਜਿਹੜੇ ਰਿਮੇਨਿੰਗ ਹੈ ਰਿਮੇਨਿੰਗ ਦੇ ਵਿੱਚ ਟੋਟਲ ਪੋਪੂਲੇਸ਼ਨ ਵਾਲੇ ਜੀਨਸ ਤਾਂ ਨਹੀਂ ਹੋਣਗੇ ਜੋ ਪੂਰੀ ਪੋਪੂਲੇਸ਼ਨ ਦੇ ਵਿੱਚ ਸੀ। ਜੋ ਰਿਮੇਨਿੰਗ ਹੈ ਉਹਨਾਂ ਦੇ ਹੋ ਸਕਦਾ ਫਿਊ ਜੀਨਸ ਕੀ ਹੋਣ ਮਿਸਿੰਗ ਹੋਣ, ਫਿਊ ਜੀਨਸ ਕੀ ਹੋਣ ਜੋ ਟੋਟਲ ਪੋਪੂਲੇਸ਼ਨ ਦੇ ਵਿੱਚ ਸੀ ਉਹ ਪੂਰੇ ਪੋਪੂਲੇਸ਼ਨ ਵਾਲੀਆਂ ਐਸ ਜੋ ਰਿਮੇਨਿੰਗ ਵਾਲਿਆਂ ਦੇ ਵਿੱਚ ਕੀ ਹੈ ਕਿ ਹੋਣਗੇ ਫਿਊ ਜੀਨਸ ਮਿਸਿੰਗ ਹੋਣਗੇ। ਤਾਂ ਉਸ ਫਿਊ ਜੀਨਸ ਮਿਸਿੰਗ ਕਰ ਕੀ ਹੋਏਗਾ ਉਹ ਜੀਨਸ ਹੌਲੀ ਹੌਲੀ ਕੀ ਹੋ ਜਾਣਗੀਆਂ, ਜੋ ਪੋਪੂਲੇਸ਼ਨ ਰਿਮੇਨਿੰਗ ਹੈ ਉਹਨਾਂ ਦੇ ਵਿੱਚ ਉਹ ਜੀਨਸ ਕੀ ਹੋ ਜਾਣਗੀਆਂ ਪੂਰੀ ਤਰ੍ਹਾਂ ਲੋਸਟ ਹੋ ਜਾਣਗੀਆਂ। ਮਿਸਿੰਗ ਕਹਿ ਲਈਏ ਜਾਂ ਫਿਰ ਕੀ ਹੈ ਲੈਸ ਫ੍ਰੀਕੁਐਂਸੀ ਮਿਸਿੰਗ ਵਿੱਚ ਹੈ ਜਾਂ ਫਿਰ ਕੀ ਹੋਣਗੇ ਉਹ ਲੋ ਫ੍ਰੀਕੁਐਂਸੀ ਦੇ ਵਿੱਚ, ਲੋ ਫ੍ਰੀਕੁਐਂਸੀ ਵਿੱਚ ਹੋਣ ਜਾਂ ਮਿਸਿੰਗ ਹੋਣ ਤਾਂ ਉਹ ਹੌਲੀ ਹੌਲੀ ਕੀ ਹੋ ਜਾਣਗੀਆਂ ਉਹ ਜੋ ਰਿਮੇਨਿੰਗ ਪੋਪੂਲੇਸ਼ਨ ਰਹਿ ਗਈ ਸੀ ਜਿਹੜੇ ਡਿਜ਼ਾਸਟਰ ਤੋਂ ਬਾਅਦ ਵਿੱਚ ਉਹਨਾਂ ਦੇ ਵਿੱਚ ਜੋ ਫਿਊ ਜਾਂ ਲੋ ਫ੍ਰੀਕੁਐਂਸੀ ਵਾਲੀ ਜੀਨਸ ਕੀ ਹੋ ਜਾਣਗੀਆਂ ਉਹ ਲੋਸਟ ਹੋ ਜਾਣਗੀਆਂ। ਤੇ ਲੋਸਟ ਹੋਣ ਨਾਲ ਫਿਰ ਕੀ ਆ ਇੱਕ ਨਿਊ ਵਾਲੀ ਸਪੀਸੀਜ਼ ਫਾਰਮ ਹੋਣੀ ਸ਼ੁਰੂ ਹੋ ਜਾਣ, ਕਿਉਂਕਿ ਜੋ ਜੀਨਸ ਨੇ ਇਫੈਕਟ ਸ਼ੋ ਕਰਨਾ ਸੀ ਪੂਰੇ ਪੋਪੂਲੇਸ਼ਨ ਦੇ ਵਿੱਚ ਤਾਂ ਉਹਦੇ ਨਾਲ ਕੀ ਹੋਏਗਾ ਅਗਰ ਜੀਨਸ ਦੇ ਵਿੱਚੋਂ ਕੀ ਹੋ ਗਈਆਂ ਮਿਸ ਹੋ ਗਈਆਂ ਲੋਸਟ ਹੋ ਗਈਆਂ ਤਾਂ ਫਿਰ ਉਹਨਾਂ ਨੇ ਕੀ ਕਰਿਆ ਕਿ ਉਸ ਲੋਸਟ ਵਾਲੀ ਜੀਨਸ ਕਰਕੇ ਕੀ ਹੋਇਆ ਉਹਨਾਂ ਦੇ ਵਿੱਚ ਨਿਊ ਵਾਲੇ ਕਰੈਕਟਰ ਆਉਣਗੇ ਨਿਊ ਜੀਨਸ ਕਰਕੇ, ਤਾਂ ਉੱਥੋਂ ਕੀ ਹੋਣਗੀਆਂ ਨਿਊ ਵਾਲੀ ਸਪੀਸੀਜ਼ ਫਾਰਮ ਹੋਣੀਆਂ ਸ਼ੁਰੂ ਹੋ ਜਾਣਗੀਆਂ। ਅਗਰ ਕੋਈ ਪੋਪੂਲੇਸ਼ਨ ਕਿਸੇ ਡਿਜ਼ਾਸਟਰ ਕਰਕੇ ਕੀ ਹੋ ਰਿਹਾ ਜੀਨ ਲੋਸਟ ਹੋ ਰਹੀਆਂ, ਟੋਟਲ ਜੀਨ ਪੂਲ ਦੇ ਵਿੱਚ ਕੁਝ ਜੀਨ ਲੋਸਟ ਹੋ ਗਈਆਂ ਤਾਂ ਉਸ ਜੀਨ ਲੋਸਟ ਕਰਕੇ ਜੋ ਰਿਮੇਨਿੰਗ ਜੀਨਸ ਹੋ ਰਹੀਆਂ ਬਚ ਗਈਆਂ ਉਹਨਾਂ ਤੋਂ ਨਿਊ ਵਾਲੀ ਸਪੀਸੀਜ਼ ਫਾਰਮ ਹੋ ਰਹੀਆਂ ਤਾਂ ਉਹ ਵਾਲੀ ਕਿਹੜੀ ਹੋਏਗੀ ਆਪਣੇ ਕੋਲੋਂ ਉਹ ਬੋਲਟਨੈਟ ਇਫੈਕਟ ਨੂੰ ਸ਼ੋ ਕਰ ਰਹੇ। ਅਗਰ ਕੋਈ ਸਪੀਸੀਜ਼ ਜਾਂ ਪੋਪੂਲੇਸ਼ਨ ਆਪਾਂ ਕੀ ਕਰ ਰਹੇ ਹਾਂ ਆਈਸੋਲੇਟ ਕਰ ਰਹੇ ਹਾਂ ਔਰ ਉਹਨਾਂ ਦੇ ਵਿੱਚ ਮਾਈਗ੍ਰੇਟ ਹੋ ਰਹੀਆਂ ਜੀਨਸ ਮਾਈਗ੍ਰੇਟ ਹੋ ਰਹੀਆਂ ਜਾਂ ਫਿਰ ਆਪਾਂ ਲੋਸਟ ਹੋ ਰਹੀਆਂ ਜੀਨਸ ਔਰ ਨਿਊ ਵਾਲੀ ਫ੍ਰੀਕੁਐਂਸੀ ਜੀਨਸ ਦੀ ਆ ਰਹੀ ਹੈ ਅਕੋਰਡਿੰਗ ਟੂ ਆਈਸੋਲੇਸ਼ਨ ਤਾਂ ਉਹ ਵਾਲਾ ਆਪਣੇ ਕੋਲ ਇਫੈਕਟ ਹੋਏਗਾ ਫਾਊਂਡਰ ਵਾਲਾ। ਆਈਸੋਲੇਸ਼ਨ ਦੀ ਗੱਲ ਕਰੀਏ ਤਾਂ ਫਾਊਂਡਰ, ਅਗਰ ਕਿਸੇ ਡਿਜ਼ਾਸਟਰ ਕਰਕੇ ਕੋਈ
ਕਿਸੇ ਤਰ੍ਹਾਂ ਪੋਪੂਲੇਸ਼ਨ ਲੋਸਟ ਹੋਈ ਹੈ ਤਾਂ ਉਹਨਾਂ ਦੇ ਨਾਲ ਜੀਨ ਫ੍ਰੀਕੁਐਂਸੀ ਵੀ ਉਹਨਾਂ ਕੀ ਹੋ ਗਈ ਹੈ, ਲੋਸਟ ਹੋ ਗਈ ਹੈ। ਜੋ 올ਡਰ ਜੀਨਸ ਹੈਗੀਆਂ ਉਹ ਕੀ ਹੋ ਗਈਆਂ, ਲੋਸਟ ਹੋ ਗਈਆਂ। ਤਾਂ ਰਿਮੇਨਿੰਗ ਪੋਪੂਲੇਸ਼ਨ ਦੇ ਵਿੱਚ ਜਿਹੜੀ ਇਹ ਵਾਲੀ ਥੋੜ੍ਹੇ ਬਹੁਤ ਜੀਨਸ ਬਚੀਆਂ ਹੋਈਆਂ ਸੀ 올ਡਰ ਵਾਲੀ ਸਪੀਸੀਜ਼ ਵਾਲੀਆਂ, ਉਹ ਵੀ ਕੀ ਹੋ ਗਈਆਂ, ਹੌਲੀ ਹੌਲੀ ਸਮੇਂ ਦੇ ਨਾਲ ਲੋਸਟ ਹੁੰਦੀਆਂ ਗਈਆਂ। ਰਿਸੈਸਿਵ ਹੋਣ ਕਰਕੇ ਤਾਂ ਉਹਦੇ ਨਾਲ ਕੀ ਹੋਏਗਾ, ਨਿਊ ਵਾਲੀ ਸਪੀਸੀਜ਼ ਫਾਰਮ ਹੋ ਜਾਣਗੀਆਂ, ਕਿਉਂਕਿ ਪੁਰਾਣੇ ਵਾਲੇ ਜੀਨਸ ਆਪਣਾ ਇਫੈਕਟ ਸ਼ੋ ਨਹੀਂ ਕਰ ਪਾ ਰਹੀਆਂ। ਤਾਂ ਫਿਰ ਉਹਨਾਂ ਦੇ ਵਿੱਚ ਜੋ ਰਿਮੇਨਿੰਗ ਜੀਨਸ ਹੋਣਗੀਆਂ ਇਕੱਲੇ ਉਹ ਵਾਲੀਆਂ ਜੀਨਸ ਹੀ ਇਫੈਕਟ ਸ਼ੋ ਕਰਨਗੇ, ਜਿਸ ਕਰਕੇ ਉਹ ਆਪਣੀ ਬਿਲਕੁਲ ਇੱਕ ਨਿਊ ਸਪੀਸੀਜ਼ ਦੇ ਵਿੱਚ ਕਨਵਰਟ ਹੋ ਜਾਣਗੀਆਂ। ਤਾਂ ਦੇਖੋ ਹੁਣ death of several members of population due to natural calamities, earthquake ਹੋ ਸਕਦਾ, storm ਜਾਂ flood, also leads to genetic drift। genetic drift ਦਾ ਮਤਲਬ ਹੈ addition ਜਾਂ ਫਿਰ loss of genes, addition of or loss of genes। ਇਹਦੇ ਚ ਐਡ ਵੀ ਹੋ ਸਕਦੀਆਂ ਔਰ ਕੀ ਹੋ ਸਕਦੀਆਂ, ਲੋਸਟ ਵੀ ਹੋ ਸਕਦੀਆਂ ਜੀਨ ਜੈਨੇਟਿਕ ਡ੍ਰਿਫਟ ਦੇ ਵਿੱਚ। The original size of population is then restored by mating among the survivor। ਤੇ ਜੋ ਬਾਕੀ ਜਿਹੜੀ ਬਚੀ ਹੋਈ ਪੋਪੂਲੇਸ਼ਨ ਹੋਏਗੀ ਉਹ ਕੀ ਕਰਨਗੀ, ਮੈਟਿੰਗ ਕਰੇਗੀ ਔਰ ਉਸ ਜੀਨਸ ਨੂੰ ਕੀ ਕਰੇਗੀ, ਰਿਸਟੋਰ ਕਰੇਗੀ। ਐਂਡ ਨਿਊ ਪੋਪੂਲੇਸ਼ਨ may lack a genes of certain trait। ਔਰ ਜਿਹੜੇ ਨਿਊ ਪੋਪੂਲੇਸ਼ਨ ਹੋਏਗੀ ਉਹਨਾਂ ਦੇ ਵਿੱਚ ਕੁਝ ਐਦਾਂ ਦੇ ਟ੍ਰੇਟ ਹੋਣਗੇ ਜੋ ਪੂਰੀ ਪੋਪੂਲੇਸ਼ਨ ਦੇ ਵਿੱਚ ਸੀ, ਲੇਕਿਨ ਉਹਨਾਂ ਦੇ ਵਿੱਚ ਕੀ ਹੈ, ਮਿਸਿੰਗ ਹੋਣਗੇ। this loss of a section of population by death may lead to formation of new species। ਕਿਉਂਕਿ ਉਹਨਾਂ ਦੇ ਵਿੱਚ ਕੁਝ ਟ੍ਰੇਟ ਐਦਾਂ ਦੇ ਹੋਣਗੇ ਜਿਹੜੇ ਪਹਿਲਾਂ ਵਾਲੀ ਸਪੀਸੀਜ਼ ਦੇ ਵਿੱਚ ਸੀ ਲੇਕਿਨ ਉਹਨਾਂ ਦੇ ਵਿੱਚ ਨਹੀਂ ਆਣਗੇ। ਤਾਂ ਇਸ ਤਰ੍ਹਾਂ ਉਹ ਟ੍ਰੇਟ ਆਪਾਂ ਕਹਿੰਦੇ ਕਰੈਕਟਰ ਨੂੰ, ਟ੍ਰੇਟ ਕੀ ਹੁੰਦਾ, ਇੱਕ ਤਰ੍ਹਾਂ ਦਾ ਕਰੈਕਟਰ ਹੋਏਗਾ। ਜੋ ਨਿਊ ਵਾਲੀ ਸਪੀਸੀਜ਼ ਹੋਏਗੀ ਹੋ ਸਕਦਾ ਉਹਨਾਂ ਦੇ ਵਿੱਚ ਉਹ ਵਾਲੇ ਟ੍ਰੇਟ ਨਾ ਹੋਣ ਜੋ ਉਹਨਾਂ ਦੇ ਦੂਸਰੇ ਵਾਲੇ ਸਪੀਸੀਜ਼ ਦੇ ਵਿੱਚ ਸੀ। ਤਾਂ ਫਿਰ ਉਹ ਕੀ ਹੋਏਗਾ, ਆਪਾਂ ਨੂੰ ਉਹ ਵਾਲਾ ਇਫੈਕਟ ਹੋਏਗਾ ਬੋਲਟਨੈਕ ਇਫੈਕਟ, ਜਿਹਦੇ ਕਿਸੇ ਡਾਈਜੈਸਟਰ ਕਰਕੇ ਨਿਊ ਵਾਲੀ ਸਪੀਸੀਜ਼ ਫਾਰਮ ਹੋ ਰਹੀਆਂ, ਜੀਨ ਪੂਲ ਦੇ ਵਿੱਚੋਂ ਜੀਨ ਲੋਸਟ ਹੋ ਗਈਆਂ ਔਰ ਕੁਝ ਕਰੈਕਟਰ ਵੀ ਲੋਸਟ ਹੋ ਗਏ। ਤੇ ਨਿਊ ਵਾਲੇ ਜਿਹੜੀ ਸਪੀਸੀਜ਼ ਆ ਉਹਨਾਂ ਦੇ ਵਿੱਚ ਨਿਊ ਵਾਲੇ ਕਰੈਕਟਰ ਆ ਰਹੇ, ਤਾਂ ਉਸ ਨਾਲ ਕੀ ਹੋਏਗਾ, ਆਪਣੇ ਕੋਲ ਨਿਊ ਸਪੀਸੀਜ਼ ਫਾਰਮ ਹੋ ਜਾਣਗੀਆਂ। ਅੱਜ ਦੀ ਕਲਾਸ ਬਸ ਇੰਨੀ ਹੀ। ਥੈਂਕ ਯੂ।